आओ ਆਪਾਂ ਅੱਗੇ ਵਧਦੇ ਹਾਂ ਅੱਜ ਦੇ ਵਚਨ ਦੇ ਵੱਲ ਨੂੰ। ਅਰੇ ਜਿਹੜਾ ਜੋ ਅੱਜ ਆਪਾਂ ਵਚਨ ਦੇ ਵਿੱਚੋਂ ਸਿੱਖਣਾ ਹੈ ਉਹ ਆਪਾਂ ਸਿੱਖਣਾ ਹੈ ਡਰ ਦੇ ਬਾਰੇ ਵਿੱਚ, ਕਿਉਂਕਿ ਇੱਕ ਡਰ ਇਹੋ ਜਿਹੀ ਚੀਜ਼ ਆ ਕਿ ਜੇ ਮਨੁੱਖ ਦੇ ਅੰਦਰ ਨਾ ਹੋਏ ਤਾਂ ਵੀ ਮਨੁੱਖ ਜਿਹੜਾ ਹੈ ਉਹ ਨਾਸ਼ ਹੋ ਜਾਏਗਾ, ਪਰ ਜੇ ਮਨੁੱਖ ਦੇ ਅੰਦਰ ਉਹ ਗਲਤ ਤਰੀਕੇ ਦੇ ਨਾਲ ਹੋਏ, ਡਰ ਹੋਵੇ ਸਹੀ ਪਰ ਉਹ ਗਲਤ ਤਰੀਕੇ ਦੇ ਨਾਲ ਹੋਵੇ ਜਾਂ ਕਿਸੇ ਗਲਤ ਹਸਤੀ ਦਾ ਉਹ ਡਰ ਹੋਵੇ ਤਾਂ ਮਨੁੱਖ ਤਾਂ ਵੀ ਨਾਸ਼ ਹੋ ਜਾਏਗਾ। ਇਸ ਲਈ ਸਾਨੂੰ ਸਿੱਖਣ ਦੀ ਜ਼ਰੂਰਤ ਆ ਕਿ ਜਿਹੜਾ ਫਸਟ ਆਫ ਆਲ ਸਾਨੂੰ ਸਿੱਖਣ ਦੀ ਜ਼ਰੂਰਤ ਆ ਕਿ ਡਰ ਜਿਹੜਾ ਆ ਉਹ ਆਉਂਦਾ ਕਿੱਥੋਂ ਆ। ਫਿਰ ਸਾਨੂੰ ਸਿੱਖਣ ਦੀ ਜ਼ਰੂਰਤ ਆ ਕਿ ਡਰ ਹੈ ਕੀ। ਫਿਰ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਕਿ ਡਰ ਕਿੰਨੀ ਪ੍ਰਕਾਰ ਦਾ ਆ। ਫਿਰ ਸਾਨੂੰ ਸਿੱਖਣ ਦੀ ਜ਼ਰੂਰਤ ਆ ਕਿ ਅਸੀਂ ਕਿਹਦੇ ਤੋਂ ਡਰਨਾ ਆ, ਔਰ ਫਿਰ ਸਾਨੂੰ ਸਿੱਖਣ ਦੀ ਜ਼ਰੂਰਤ ਹੈ ਕਿ ਕਿਹਦੇ ਤੋਂ ਨਹੀਂ ਡਰਨਾ। ਸੋ ਇਸ ਲਈ ਇਹ ਜਿਹੜਾ ਆ ਉਹ ਬਹੁਤ ਹੀ ਇੱਕ ਸਪੈਸ਼ਲ ਜਿਹੜਾ ਆ ਵਿਸ਼ਾ ਆ। ਔਰ ਅੱਜ ਪਰਮੇਸ਼ਵਰ ਨੇ ਮੇਰੇ ਮਨ ਵਿੱਚ ਇਹੀ ਪਾਇਆ ਕਿ ਆਪਾਂ ਇਸ ਵਿਸ਼ੇ ਤੇ ਜਿਹੜਾ ਆ ਉਹ ਵਚਨ ਦੇ ਵਿੱਚੋਂ ਜਿਹੜਾ ਆ ਉਹ ਦੇਖੀਏ। ਔਰ ਆਓ ਆਪਾਂ ਦੇਖਦੇ ਹਾਂ ਵਚਨ ਦੇ ਵਿੱਚੋਂ ਵਿਵਸਥਾ ਸਾਰ ਦੀ ਕਿਤਾਬ ਉਹਦੇ ਵਿੱਚ ਲਿਖਿਆ ਆ। ਸੋ ਉਸ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਰੋਮੀਆਂ ਦੀ ਪੁਸਤਕ, ਬੁੱਕ ਆਫ ਰੋਮਨਸ, ਰੋਮੀਆਂ ਦੀ ਪੁਸਤਕ, ਔਰ ਉਹਦਾ 3 ਨੰਬਰ ਅਧਿਆਏ 3 ਨੰਬਰ ਚੈਪਟਰ ਐਂਡ ਉਹਦੀ 10 to 18 ਵਰਸ ਤੱਕ, 10 ਤੋਂ ਲੈ ਕੇ 18 ਨੰਬਰ ਪੰਕਤੀ ਤੱਕ ਆਪਾਂ ਦੇਖਾਂਗੇ। ਰੋਮੀਆਂ ਦੀ ਕਿਤਾਬ 3 ਨੰਬਰ ਅਧਿਆਏ ਉਹਦੀ 10 ਤੋਂ ਲੈ ਕੇ 18 ਨੰਬਰ ਪੰਕਤੀ 'ਚ ਇਦਾਂ ਲਿਖਿਆ ਹੈ, ਜਿਵੇਂ ਲਿਖਿਆ ਹੋਇਆ ਹੈ, ਕੋਈ ਧਰਮੀ ਨਹੀਂ, ਇੱਕ ਵੀ ਨਹੀਂ, ਕੋਈ ਸਮਝਣ ਵਾਲਾ ਨਹੀਂ, ਕੋਈ ਪਰਮੇਸ਼ਵਰ ਦਾ ਤਾਲਿਬ ਨਹੀਂ, ਉਹ ਸਭ ਕੁਰਾਹੇ ਪੈ ਗਏ, ਉਹ ਸਾਰੇ ਦੇ ਸਾਰੇ ਨਿਕੰਮੇ ਹੋਏ ਹਨ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ। ਉਹਨਾਂ ਦਾ ਸੰਗ ਖੁੱਲੀ ਹੋਈ ਕਬਰ ਹੈ, ਉਹਨਾਂ ਨੇ ਆਪਣੀਆਂ ਜੀਭਾਂ ਨਾਲ ਵਲਛਲ ਕੀਤਾ ਹੈ, ਉਹਨਾਂ ਦੇ ਬੁੱਲਾਂ ਹੇਠ ਜ਼ਹਿਰੀ ਸੱਪਾਂ ਦੀ ਵਿਸ ਹੈ, ਉਹਨਾਂ ਦਾ ਮੁਖ ਸਰਾਪ ਅਤੇ ਕੁੜੱਤਣ ਨਾਲ ਭਰਿਆ ਹੋਇਆ ਹੈ, ਉਹਨਾਂ ਦੇ ਪੈਰ ਲਹੂ ਵਹਾਉਣ ਲਈ ਚਲਾਕ ਹਨ, ਉਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ ਅਤੇ ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ, ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ਵਰ ਦਾ ਭੈ ਹੈ ਨਹੀਂ। ਸੋ ਵਚਨ ਕੀ ਦੱਸਦਾ? ਜਿਨ੍ਹਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ਵਰ ਦਾ ਭੈ ਨਹੀਂ ਹੈਗਾ, ਉਹਨਾਂ ਦੇ ਜੀਵਨ ਦੇ ਵਿੱਚ ਕੀ ਆ? ਉਹਨਾਂ ਦੇ ਜੀਵਨ ਚ ਉਹ ਕਹਿੰਦਾ ਕੋਈ ਧਰਮੀ ਨਹੀਂ ਹੈਗਾ ਜਿਹਦੇ ਜੀਵਨ ਦੇ ਵਿੱਚ ਫਸਟ ਆਫ ਆਲ ਅਸੀਂ ਕਿੱਥੋਂ ਡਰਨਾ ਆ? ਪਰਮੇਸ਼ਵਰ ਤੋਂ ਡਰਨਾ ਆ। ਅਰ ਜਿਹੜੇ ਪਰਮੇਸ਼ਵਰ ਤੋਂ ਨਹੀਂ ਡਰਦੇ, ਕਹਿੰਦਾ ਉਹਨਾਂ ਚੋਂ ਕੋਈ ਵੀ ਧਰਮੀ ਨਹੀਂ, ਇੱਕ ਵੀ ਨਹੀਂ, ਕਹਿੰਦਾ ਕੋਈ ਸਮਝਣ ਵਾਲਾ ਨਹੀਂ, ਉਹ ਅੰਡਰਸਟੈਂਡ ਕਰਨ ਨੂੰ ਵੀ ਨਹੀਂ ਤਿਆਰ। ਜਿਨ੍ਹਾਂ ਦੇ ਮਨਾਂ ਦੇ ਵਿੱਚ ਪਰਮੇਸ਼ਵਰ ਦਾ ਭੈ ਨਹੀਂ ਆ, ਆਪਾਂ ਪਰਸੋਂ ਵਾਲੇ ਵਚਨ ਦੇ ਵਿੱਚ ਜਿਹੜਾ ਆ ਵਚਨ ਚੋਂ ਸਿੱਖਿਆ ਸੀ ਕਿ ਜਿਹੜੇ ਪ੍ਰਾਰਥਨਾ ਨਹੀਂ ਕਰਦੇ ਉਹ ਤਾਂ ਨਹੀਂ ਕਰਦੇ ਕਿਉਂਕਿ ਉਹਨਾਂ ਦੇ ਦਿਲਾਂ ਦੇ ਅੰਦਰ ਜਿਹੜਾ ਆ ਪਰਮੇਸ਼ਵਰ ਦਾ ਭੈ ਨਹੀਂ ਹੈਗਾ। ਔਰ ਜਿਨ੍ਹਾਂ ਦੇ ਦਿਲਾਂ ਦੇ ਅੰਦਰ ਪਰਮੇਸ਼ਵਰ ਦਾ ਭੈ ਨਹੀਂ, ਉਹ ਕੀ ਕਹਿੰਦੇ ਆ? ਉਹ ਕਹਿੰਦੇ ਵੀ ਅਸੀਂ ਨਹੀਂ ਸਿੱਖਣਾ ਪਰਮੇਸ਼ਵਰ ਦੇ ਰਾਹਾਂ ਨੂੰ, ਅਸੀਂ ਨਹੀਂ ਜਾਣਨਾ ਪਰਮੇਸ਼ਵਰ ਦੀ ਇੱਛਾ ਨੂੰ, ਸਾਤੋਂ ਪਰਮੇਸ਼ਵਰ ਦੇ ਵਚਨ ਨੂੰ ਦੂਰ ਕਰ ਦਿਓ। ਤਾਂ ਉਹ ਲੋਕੀ ਜਿਹੜੇ ਆ, ਉਹ ਜਿਹੜੇ ਇਦਾਂ ਦੇ ਲੋਕ, ਉਹਨਾਂ ਦੇ ਜੀਵਨ ਦੇ ਵਿੱਚ ਕੀ ਕਹਿੰਦਾ? ਕੋਈ ਸਮਝਣ ਵਾਲਾ ਨਹੀਂ ਆ, ਕੋਈ ਪਰਮੇਸ਼ਵਰ ਦਾ ਤਾਲਿਬ ਨਹੀਂ ਆ, ਸਭ ਕਹਿੰਦਾ ਕੁਰਾਹੇ ਪੈ ਗਏ ਆ, ਸਾਰੇ ਪੁੱਠੇ ਰਾਹੇ ਪੈ ਗਏ ਆ, ਕਹਿੰਦਾ ਸਾਰੇ ਦੇ ਸਾਰੇ ਨਿਕੰਮੇ ਹੋਏ ਆ। ਨਿਕੰਮੇ ਮਤਲਬ ਕੋਈ ਚੰਗਾ ਕੰਮ ਨਹੀਂ ਕਰ ਰਹੇ, ਕੋਈ ਭਲਾ ਕਰਨ ਵਾਲਾ ਨਹੀਂ, ਇੱਕ ਵੀ ਨਹੀਂ, ਕਹਿੰਦਾ ਉਹਨਾਂ ਚੋਂ ਕੋਈ ਭਲਾ ਨਹੀਂ ਕਰਦਾ, ਇੱਕ ਵੀ ਨਹੀਂ ਕਰਦਾ। ਕਿਹੜੇ ਲੋਕ? ਜਿਨ੍ਹਾਂ ਨੂੰ ਪਰਮੇਸ਼ਵਰ ਦਾ ਭੈ ਹੈ ਨਹੀਂ, ਕਹਿੰਦਾ ਉਹਨਾਂ ਦਾ ਸੰਗ ਖੁੱਲੀ ਹੋਈ ਕਬਰ ਆ। ਸੰਗ ਖੁੱਲੀ ਹੋਈ ਕਬਰ ਦਾ ਕੀ ਮਤਲਬ ਆ? ਭਾਵ ਉਹ ਇਦਾਂ ਦੀਆਂ ਚੀਜ਼ਾਂ ਬੋਲਦੇ ਆ, ਇਦਾਂ ਦੀਆਂ ਗੱਲਾਂ ਕਰਦੇ ਆ ਜਿਹੜੀਆਂ ਨਾਸ਼ ਵੱਲ ਨੂੰ ਲੈ ਕੇ ਜਾਂਦੀਆਂ ਆ, ਜਿਹੜੀਆਂ ਲੋਕਾਂ ਦੀ ਜ਼ਿੰਦਗੀ ਨੂੰ ਬਰਬਾਦ ਕਰਦੀਆਂ ਆ, ਜਿਹੜੀਆਂ ਲੋਕਾਂ ਨੂੰ ਕੁਰਾਹੇ ਪਾ ਦਿੰਦੀਆਂ ਆ। ਕਹਿੰਦਾ ਉਹਨਾਂ ਦਾ ਜਿਹੜਾ ਸੰਗ ਆ, ਉਹਨਾਂ ਦਾ ਜਿਹੜਾ ਗਲਾ ਆ, ਕਹਿੰਦਾ ਉਹ ਖੁੱਲੀ ਹੋਈ ਕਬਰ ਆ, ਉਹਨਾਂ ਨੇ ਆਪਣੀਆਂ ਜੀਭਾਂ ਨਾਲ ਵਲਛਲ ਕੀਤਾ ਆ, ਉਹਨਾਂ ਦੇ ਬੁੱਲਾਂ ਹੇਠ ਜ਼ਹਿਰੀ ਸੱਪਾਂ ਦੀ ਵਿਸ ਆ। ਕਿੱਦਾਂ ਦੀ ਉਹਨਾਂ ਦੀ ਜੀਭ? ਇੰਨੀ ਜ਼ਹਿਰੀਲੀ ਆ, ਕਹਿੰਦਾ ਉਹਨਾਂ ਦੀ ਜੀਭ ਹੇਠ ਜ਼ਹਿਰੀਲੇ ਸੱਪਾਂ ਦਾ ਜ਼ਹਿਰ ਆ, ਵਿਸ ਆ ਉਹਨਾਂ ਦੀ ਜੀਭ ਹੇਠ। ਕਹਿੰਦਾ ਉਹਨਾਂ ਨੇ ਆਪਣੀਆਂ ਜੀਭਾਂ ਦੇ ਨਾਲ ਵਲਛਲ ਕੀਤਾ ਆ। ਉਹਨਾਂ ਨੇ ਲੋਕਾਂ ਨੂੰ ਭਰਮਾਉਣ ਦੇ ਲਈ, ਲੋਕਾਂ ਨੂੰ ਆਪਣੇ ਨਾਲ ਜੋੜਨ ਦੇ ਲਈ, ਜਾਂ ਲੋਕਾਂ ਨੂੰ ਆਪਣੇ ਨਾਲੋਂ ਤੋੜਨ ਦੇ ਲਈ, ਜਾਂ ਹੋਰ ਆਪਣੇ ਫਾਇਦੇ ਲਈ, ਉਹ ਲੋਕ ਜਿਹੜੇ ਪਰਮੇਸ਼ਵਰ ਦਾ ਭੈ ਨਹੀਂ ਰੱਖਦੇ, ਉਹ ਆਪਣੀਆਂ ਜੀਭਾਂ ਨਾਲ ਬਹੁਤ ਵਲਛਲ ਕਰਦੇ ਆ। ਫਿਰ ਉਹ ਕਹਿੰਦਾ ਉਹਨਾਂ ਦਾ ਮੁਖ ਸਰਾਪ ਆ, ਉਹਨਾਂ ਦੇ ਮੂੰਹ ਚੋਂ ਕੋਈ ਬਰਕਤ ਵਾਲੀ ਗੱਲ ਨਹੀਂ ਨਿਕਲਦੀ, ਉਹਨਾਂ ਦੇ ਮੂੰਹ ਦੇ ਵਿੱਚੋਂ ਕੋਈ ਅਕਲ ਵਾਲੀ ਗੱਲ ਨਹੀਂ ਨਿਕਲਦੀ। ਉਹ ਕਿਸੇ ਨੂੰ ਅਸੀਸ ਨਹੀਂ ਬੋਲਦੇ ਆਪਣੇ ਮੂੰਹ ਤੋਂ, ਉਹ ਜਦੋਂ ਹੀ ਬੋਲਦੇ ਆ ਉਹ ਸਰਾਪ ਬੋਲਦੇ ਆ। ਜਦੋਂ ਉਹਨਾਂ ਦੇ ਨਾਲ ਕੋਈ ਜਣਾ ਗਲਤ ਕਰਦਾ, ਉਹ ਝੱਟ ਦੇਣੀ ਉਹਨੂੰ ਜਿਹੜਾ ਆ ਸਰਾਪ ਬੋਲਦੇ ਆ। ਸੋ ਕੀ ਕਹਿੰਦਾ ਆ? ਕਹਿੰਦਾ ਉਹਨਾਂ ਦਾ ਮੁਖ ਸਰਾਪ ਅਤੇ ਕੁੜੱਤਣ ਨਾਲ ਭਰਿਆ ਹੋਇਆ, ਉਹ ਗਾਲਾਂ ਕੱਢਦੇ ਆ, ਉਹ ਕ੍ਰੋਧ ਕਰਦੇ ਆਪਣੇ ਮੂੰਹ ਤੋਂ,
कौन? जिहड़ा परमेश्वर दा भै नहीं मनदा, जिहड़े लोकी परमेश्वर दी सिੱਖਿਆ ਦੇ ਉੱਤੇ नहीं ਚੱਲਦੇ। ਕਹਿੰਦਾ ਉਹ ਜਿਹੜੇ ਕੁੜੱਤਣ ਨਾਲ ਭਰੇ ਹੋਏ ਆ, ਮੁੱਖ ਉਹਨਾਂ ਦਾ ਸ਼ਰਾਪ ਨਾਲ ਭਰਿਆ ਹੋਇਆ ਆ। ਤਾਂ ਫਿਰ ਅੱਗੇ ਕੀ ਦੱਸਦਾ? ਕਹਿੰਦਾ ਉਹਨਾਂ ਦੇ ਪੈਰ ਲਹੂ ਵਹਾਉਣ ਲਈ ਚਲਾਕ ਆ, ਉਹਨਾਂ ਦੇ ਪੈਰ ਖੁਸ਼ਖਬਰੀ ਸੁਣਾਉਣ ਨੂੰ ਨਹੀਂ ਨਿਕਲਦੇ, ਉਹਨਾਂ ਦੇ ਪੈਰ ਲਹੂ ਵਹਾਉਣ ਨੂੰ ਬਹੁਤ ਤੇਜ਼ ਆ। ਬਈ ਕਿੱਦਾਂ ਕਿਸੇ ਨੂੰ ਜਿਹੜਾ ਆ ਉਹ ਜਾਲ 'ਚ ਫਸਾਉਣਾ ਆ, ਕਿੱਦਾਂ ਇਹਨੂੰ ਨਾਸ਼ ਕਰਨਾ ਆ, ਕਿੱਦਾਂ ਇਹਦੀ ਜਾਨ ਨੂੰ ਟੋਏ 'ਚ ਸਿੱਟਣਾ ਆ। ਸੋ ਵਚਨ ਇੱਦਾਂ ਦੱਸਦਾ ਹੈ, ਕਹਿੰਦਾ ਉਹਨਾਂ ਦੇ ਰਾਹਾਂ ਵਿੱਚ ਨਾਸ ਅਤੇ ਬਿਪਤਾ ਹੈ ਅਤੇ ਉਹਨਾਂ ਨੇ ਸ਼ਾਂਤੀ ਦਾ ਰਾਹ ਨਾ ਪਛਾਣਿਆ। ਕਹਿੰਦਾ ਸ਼ਾਂਤੀ ਦੇ ਰਾਹ ਦਾ ਉਹਨਾਂ ਨੂੰ ਪਤਾ ਨਹੀਂ ਯਾਰ, ਸ਼ਾਂਤੀ ਦਾ ਰਾਹ ਕੌਣ ਆ? ਯਿਸੂ ਮਸੀਹ ਜੀ ਨੇ ਕੀ ਕਿਹਾ? ਕਹਿੰਦਾ ਰਾਹ, ਸੱਚਾਈ ਤੇ ਜੀਵਨ मैं हाँ और यीशु मसीह शांति दा राजकुमार है। सो शांति दा राह कौन है? प्रभु यीशु मसीह। और वचन दे विच की लिखिया? कहना उन्हां दे राहां विच नास ते बिपता आ, ਉਹ ਉਹਨਾਂ ਰਾਹਾਂ ਦੇ ਉੱਤੇ ਤੁਰਨਾ ਪਸੰਦ ਕਰਦੇ ਆ ਜਿਹੜੇ ਰਾਹ ਨਰਕ ਨੂੰ ਜਾਂਦੇ ਆ, ਜਿਹੜੇ ਰਾਹ ਅਬਦੀ ਬਿਪਤਾ ਦੇ ਵਿੱਚ ਲੈ ਕੇ ਜਾਂਦੇ ਆ। ਕਹਿੰਦਾ ਉਹਨਾਂ ਨੇ ਸ਼ਾਂਤੀ ਦੇ ਮਾਰਗ ਨੂੰ ਨਹੀਂ ਪਛਾਣਿਆ। ਫਿਰ ਕੀ ਕਹਿੰਦਾ? ਉਹਨਾਂ ਦੀਆਂ ਅੱਖਾਂ ਅੱਗੇ ਪਰਮੇਸ਼ਵਰ ਦਾ ਭੈ ਨਹੀਂ ਆ, ਉਹਨਾਂ ਦੀਆਂ ਅੱਖਾਂ ਦੇ ਅੱਗੇ ਪਰਮੇਸ਼ਵਰ ਦਾ ਡਰ ਨਹੀਂ ਆ, ਉਹ ਤਾਂ ਹੀ ਇੰਨੇ ਸਾਰੇ ਜਿਹੜੇ ਆ ਪੁੱਠੇ ਕੰਮ ਕਰਦੇ ਆ। ਪਰ ਵਚਨ ਕੀ ਦੱਸਦਾ ਆ? ਆਪਾਂ ਦੇਖਦੇ ਆ ਕਹਿੰਦਾ ਕਹਾਵਤਾਂ ਦੀ ਕਿਤਾਬ ਦੇ ਵਿੱਚ ਆਪਾਂ ਦੇਖਦੇ ਆ ਉਹਦਾ 1 ਨੰਬਰ ਅਧਿਆਇ ਤੇ ਉਹਦੀ 7 ਨੰਬਰ ਪੰਕਤੀ 'ਚ ਇਦਾਂ ਲਿਖਿਆ ਆ। ਕਹਿੰਦਾ ਯਹੋਵਾ ਦਾ ਭੈ ਗਿਆਨ ਦਾ ਮੂਲ ਹੈ, ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ। ਸੋ ਵਚਨ ਕੀ ਦੱਸਦਾ ਹੈ? ਕਹਾਵਤਾਂ ਉਹਦਾ 1 ਨੰਬਰ ਚੈਪਟਰ, ਪ੍ਰੋਵਰਬਸ ਚੈਪਟਰ 1 ਉਹਦੀ 7 ਨੰਬਰ ਵਰਡਸ, ਕਹਾਵਤਾਂ 1 ਨੰਬਰ ਅਧਿਆਇ ਤੇ ਉਹਦੀ 7 ਨੰਬਰ ਪੰਕਤੀ ਦੇ ਵਿੱਚ ਇਦਾਂ ਲਿਖਿਆ। ਕਹਿੰਦਾ ਯਹੋਵਾ ਦਾ ਭੈ ਗਿਆਨ ਦਾ ਮੂਲ ਹੈ। ਜਿਹੜਾ ਪਰਮੇਸ਼ਵਰ ਦਾ ਡਰ ਆ ਉਹ ਗਿਆਨ ਦਾ ਮੁੱਢ ਆ, ਉੱਥੋਂ ਗਿਆਨ ਨਿਕਲਦਾ ਆ। ਜਿਹੜਾ ਪਰਮੇਸ਼ਵਰ ਦਾ ਡਰ ਆ, ਜਦੋਂ ਆਪਾਂ ਕਹਿੰਦੇ ਆ ਪ੍ਰਭੂ ਸਾਨੂੰ ਤੂੰ ਆਪਣੇ ਗਿਆਨ ਨਾਲ ਭਰ ਦੇ, ਪ੍ਰਭੂ ਜੀ ਤੁਸੀਂ ਸਾਨੂੰ ਆਪਣੀ ਬੁੱਧ ਦੇ ਨਾਲ ਭਰ ਦਿਓ, ਪ੍ਰਭੂ ਸਾਡੇ ਉੱਤੇ ਤੂੰ ਗਹਿਰੇ ਭੇਤ ਪ੍ਰਗਟ ਕਰ। ਪਰ ਅਸੀਂ ਇਦਾਂ ਕਹੀ ਜਾਈਏ ਕਿ ਪ੍ਰਭੂ ਸਾਨੂੰ ਅਕਲ ਬਹੁਤ ਦਿਓ, ਪ੍ਰਭੂ ਮੈਨੂੰ ਬੋਲਣਾ ਚੰਗਾ ਆ ਜਾਵੇ, ਪ੍ਰਭੂ ਮੈਨੂੰ ਇਦਾਂ ਹੋ ਜਾਵੇ ਉਦਾਂ ਹੋ ਜਾਵੇ ਕਿ ਮੈਂ ਆਪਣਾ ਇੰਪ੍ਰੈਸ਼ਨ ਜਿਹੜਾ ਆ ਉਹ ਬਣਾ ਸਕਾਂ। ਪਰ ਜੇ ਸਾਡੇ ਮਨਾਂ ਦੇ ਅੰਦਰ ਪਰਮੇਸ਼ਵਰ ਦੇ ਲਈ ਡਰ ਨਹੀਂ ਹੋਊਗਾ, ਜੇ ਪਰਮੇਸ਼ਵਰ ਦਾ ਭੈ ਸਾਡੇ ਮਨ ਦੇ ਅੰਦਰ ਨਹੀਂ ਹੋਊਗਾ, ਫਿਰ ਜਿਹੜਾ ਆ ਉਹ ਆਹ ਸਾਰੀਆਂ ਚੀਜ਼ਾਂ ਫਿਰ ਸਾਡੀ ਲਾਈਫ ਦੇ ਵਿੱਚ ਹੋਣੀਆਂ ਆ। ਕਹਿੰਦਾ ਉਹ ਕਿਹੜੀਆਂ ਚੀਜ਼ਾਂ? ਕਹਿੰਦਾ ਸਮਝ ਨਹੀਂ ਹੈਗੀ, ਉਹ ਤਾਲਿਬ ਨਹੀਂ ਹੈਗੇ, ਉਹਨਾਂ ਦਾ ਮੂੰਹ ਜਿਹੜਾ ਆ ਉਹ ਗੰਦੀਆਂ ਗੱਲਾਂ ਬੋਲਦਾ, ਕਰੋਧੀ ਆ, ਸਰਾਪ ਦੇ ਨਾਲ ਆ। ਸੋ ਵਚਨ ਇਹਨਾਂ ਲੋਕਾਂ ਨੂੰ ਜਿਹੜੇ ਆਪਾਂ ਪਹਿਲਾਂ ਪੜ੍ਹੇ ਆ ਰੋਮੀਆਂ ਦੀ 3 ਨੰਬਰ ਅਧਿਆਇ 'ਚ 10 ਤੋਂ 18 ਨੰਬਰ ਪੰਕਤੀ ਦੇ ਵਿੱਚ, ਜਿਹੜੇ ਪਰਮੇਸ਼ਵਰ ਤੋਂ ਡਰਦੇ ਨਹੀਂ ਆ। ਸੋ ਵਚਨ ਉਹਨਾਂ ਨੂੰ ਕੀ ਦੱਸਦਾ? ਕਹਿੰਦਾ ਯਹੋਵਾ ਦਾ ਭੈ ਗਿਆਨ ਦਾ ਮੂਲ ਹੈ, ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਹਨ। ਸੋ ਆਹ ਸਾਰੀਆਂ ਚੀਜ਼ਾਂ ਜਿਹੜੀਆਂ ਜਿਨ੍ਹਾਂ ਦੇ ਅੰਦਰ ਆਹ ਸਾਰੀਆਂ ਚੀਜ਼ਾਂ ਆ ਉਹ ਲੋਕਾਂ ਨੂੰ ਵਚਨ ਮੂਰਖ ਦੱਸਦਾ ਆ। ਸੋ ਕਹਿੰਦਾ ਜਿਹੜੀਆਂ ਬੁੱਧ ਦੀਆਂ ਗੱਲਾਂ ਆ ਜਾਂ ਸਿੱਖਿਆ ਵਾਲੀਆਂ ਗੱਲਾਂ, ਇਹਨਾਂ ਨੂੰ ਮੂਰਖ ਤੁੱਛ ਜਾਣਦੇ ਆ। ਸੋ ਕਈ ਵਾਰੀ ਤੁਸੀਂ ਦੇਖਿਆ ਹੋਣਾ ਆ ਜਦੋਂ ਪ੍ਰਚਾਰ ਚੱਲਣ ਡਿਆ ਹੁੰਦਾ ਹੈ ਜਾਂ ਆਪਾਂ ਆਰਾਧਨਾ ਕਰਦੇ ਆ, ਸੋ ਕਈ ਲੋਕੀ ਇੱਥੇ ਆਣ ਕੇ ਨੌਨਸੈਂਸ ਚੀਜ਼ਾਂ ਲਿਖਣ ਲੱਗ ਜਾਂਦੇ ਆ। ਪਰ ਜੇ ਆਪਾਂ ਉਹਨਾਂ ਨੂੰ ਕਵਾਂਗੇ, ਮੇਰੇ ਖਿਆਲ ਦੇ ਵਿੱਚ ਕੋਈ ਉਹਨਾਂ ਦੀ ਸਿਹਤ ਤੇ ਅਸਰ ਨਹੀਂ ਹੋਣਾ, ਕਰਕੇ ਜੋ ਕਿਸੇ ਦੀ ਜਿੰਨੀ ਕੁ ਸੋਚ ਆ, ਵਚਨ ਦੇ ਵਿੱਚ ਲਿਖਿਆ ਨਾ, ਜੋ ਤੁਹਾਡੇ ਮਨ ਦੇ ਅੰਦਰ ਚੱਲਦਾ ਆ, ਮਨ ਮੂੰਹ ਨੂੰ ਦੱਸਦਾ ਆ ਵੀ ਤੈਂ ਕੀ ਬੋਲਣਾ ਹੈ। ਸੋ ਉਹ ਚੀਜ਼ਾਂ ਨੂੰ ਕਰਦੇ ਆ। ਪਰ ਵਚਨ ਉਹਨਾਂ ਲੋਕਾਂ ਨੂੰ ਕੀ ਕਹਿੰਦਾ? ਕਹਿੰਦਾ ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਆ। ਉਹ ਇਸ ਚੀਜ਼ ਨੂੰ ਉਹਨਾਂ ਨੇ ਸੁਣਨਾ ਨਹੀਂ ਆ ਕਿ ਕੀ ਬੋਲਿਆ ਜਾ ਰਿਹਾ, ਉਹਨਾਂ ਨੇ ਨਹੀਂ ਸੁਣਨਾ ਕਿ ਜਿਹੜਾ ਆ ਉਹ ਸਿਖਾਇਆ ਜਾ ਰਿਹਾ ਆ ਕਿ ਪਾਪ ਨੂੰ ਛੱਡੋ ਔਰ ਪਰਮੇਸ਼ਵਰ ਦੇ ਪਿੱਛੋਂ ਚੱਲੋ। ਨਹੀਂ, ਉਹਨਾਂ ਨੇ ਇੱਕ ਗੱਲ ਨਹੀਂ ਸੁਣਨੀ, ਪਰ ਉਹਨਾਂ ਦੇ ਜੋ ਮਨ ਦੇ ਵਿੱਚ ਆਇਆ ਨਾ ਉਹਨਾਂ ਨੇ ਉਹ ਥੱਲੇ ਲਿਖ ਕੇ ਤੇ ਉਹਨਾਂ ਨੇ ਫੁਰ ਹੋ ਜਾਣਾ। ਉਹਨਾਂ ਨੇ ਗਾਂ ਵੀ ਕੁਝ ਨਹੀਂ ਸੁਣਨਾ, ਤੁਸੀਂ ਭਾਵੇਂ ਉਹਨਾਂ ਨੂੰ ਜਿੰਨੀਆਂ ਮਰਜ਼ੀ ਰਿਪਲਾਈ ਕਰੀ ਜਾਇਆ ਕਰੋ। ਇਸ ਲਈ ਵਚਨ ਦੇ ਵਿੱਚ ਲਿਖਿਆ ਸੂਰਾਂ ਅੱਗੇ ਮੋਤੀ ਨਾ ਸੁੱਟੋ। ਇਸ ਲਈ ਤੁਸੀਂ ਇਹੋ ਜਿਹੇ ਲੋਕਾਂ ਨੂੰ ਜਿਹੜਾ ਆ ਰਿਪਲਾਈ ਨਾ ਕਰਿਆ ਕਰੋ। ਸੋ ਜਿਹੜਾ ਲਿਖਦਾ ਆ ਉਹਨੂੰ ਉਹਦੇ ਹਾਲ ਤੇ ਛੱਡੋ। ਵਚਨ ਤੇ ਉਹਨੂੰ ਐਡੀ ਵੱਡੀ ਡਿਗਰੀ ਦੇਣ ਡਿਆ, ਕਹਿੰਦਾ ਬੁੱਧ ਅਤੇ ਸਿੱਖਿਆ ਨੂੰ ਮੂਰਖ ਤੁੱਛ ਜਾਣਦੇ ਆ। ਸੋ ਉਹ ਉਸ ਕੈਟਾਗਰੀ ਦੇ ਆ ਜਿਸ ਕੈਟਾਗਰੀ ਦੇ ਆਪਾਂ ਜਿਹੜੇ ਆ ਰੋਮੀਆਂ ਦੀ ਕਿਤਾਬ 3 ਨੰਬਰ ਅਧਿਆਏ ਤੇ ਉਹਦੀ ਜਿਹੜੇ ਆ 10 ਤੋਂ 18 ਨੰਬਰ ਪੰਕਤੀ ਤੱਕ ਪੜਿਆ ਆ। ਸੋ ਹੁਣ ਆਪਾਂ ਨੂੰ ਇੱਕ ਚੀਜ਼ ਹੋਰ ਸਮਝ ਆਉਂਦੀ ਆ ਕਿ ਜਿਹੜਾ ਡਰ ਆ, ਪਰਮੇਸ਼ਵਰ ਦਾ ਜਿਹੜਾ ਡਰ ਆ, ਉਹ ਸਾਨੂੰ ਗਿਆਨ ਵੱਲ ਨੂੰ ਲੈ ਕੇ ਜਾਂਦਾ ਆ। ਔਰ ਤੁਹਾਨੂੰ ਪਤਾ ਗਿਆਨ ਕੀ ਆ? ਪਰਮੇਸ਼ਵਰ ਗਿਆਨ ਆ, ਪਰਮੇਸ਼ਵਰ ਬੁੱਧ ਆ, ਪਰਮੇਸ਼ਵਰ ਵਿਜ਼ਡਮ ਆ। ਔਰ ਜੇ ਸਾਡੇ ਕੋਲ ਪਰਮੇਸ਼ਵਰ ਜੀ ਦਾ ਗਿਆਨ ਨਹੀਂ ਹੋਊਗਾ, ਜੇ ਸਾਡੇ ਕੋਲ ਪਰਮੇਸ਼ਵਰ ਜੀ ਦਾ ਡਰ ਨਹੀਂ ਹੋਊਗਾ, ਫਿਰ ਸਾਡੇ ਕੋਲ ਪਰਮੇਸ਼ਵਰ ਜੀ ਦਾ ਗਿਆਨ ਵੀ ਨਹੀਂ ਹੋਊਗਾ। ਜੇ ਸਾਡੇ ਕੋਲ ਪਰਮੇਸ਼ਵਰ ਜੀ ਦਾ ਡਰ ਨਹੀਂ ਹੋਊਗਾ, ਫਿਰ ਸਾਡੇ ਕੋਲੇ ਅਕਲ ਦੀ ਕਮੀ ਹੋਊਗੀ।
ਜੇ ਸਾਡੇ ਕੋਲ ਪਰਮੇਸ਼ਵਰ ਜੀ ਦਾ ਡਰ ਨਹੀਂ ਹੋਊਗਾ ਫਿਰ ਅਸੀਂ ਕੋਈ ਚੰਗਾ ਕੰਮ ਨਹੀਂ ਕਰਨਾ। ਕਿਉਂ? ਕਿਉਂਕਿ ਜੇ ਸਾਨੂੰ ਪਰਮੇਸ਼ਵਰ ਦਾ ਡਰ ਹੀ ਹੈ ਨਹੀਂ ਤਾਂ ਫਿਰ ਅਸੀਂ ਚੰਗੇ ਕੰਮ ਬਾਰੇ ਸੋਚ ਹੀ ਨਹੀਂ ਸਕਦੇ। ਫਿਰ ਤਾਂ ਇੱਥੇ ਜਿੱਦਾਂ ਅਸੀਂ ਚਾਹੁੰਦੇ ਅਸੀਂ ਸੋਚਣਾ ਵੀ ਉਦਾਂ ਹੀ ਸਾਰਾ ਕੁਝ ਜਿਹੜਾ ਆ ਉਹ ਚੱਲੀ ਜਾਵੇ। ਪਰ ਜ਼ਬੂਰਾਂ ਦੀ ਕਿਤਾਬ 34 ਨੰਬਰ ਅਧਿਆਏ ਤੇ ਉਹਦੀ 9 ਨੰਬਰ ਪੰਕਤੀ 'ਚ ਏਦਾਂ ਲਿਖਿਆ, ਕਹਿੰਦਾ ਹੇ ਯਹੋਵਾ ਦੇ ਸੰਤੋ ਉਸ ਤੋਂ ਡਰੋ, ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਕੋਈ ਥੋੜ ਨਹੀਂ ਆ। ਹਾਲੇਲੂਇਆ। ਸੋ ਬਚਨ ਕੀ ਦੱਸਦਾ ਆ? ਕਹਿੰਦਾ ਹੇ ਯਹੋਵਾ ਦੇ ਸੰਤੋ। ਯਹੋਵਾ ਦੇ ਸੰਤੋ ਦਾ ਮਤਲਬ ਨਾਟ ਓਨਲੀ ਟੂ ਪਾਸਟਰਸ, ਜਿਹੜੇ ਸਿਰਫ ਪਾਸਟਰਸ ਆ ਉਹਨਾਂ ਦੇ ਲਈ ਨਹੀਂ, ਪਰ ਹਰੇਕ ਉਹ ਮਨੁੱਖ ਜਿਹਨੇ ਆਪਣੇ ਆਤਮਾ ਨੂੰ ਸਾਧਿਆ, ਆਪਣੀਆਂ ਕਾਮਨਾਵਾਂ ਦੇ ਉੱਤੇ ਕੰਟਰੋਲ ਕੀਤਾ, ਜਿਹਨੇ ਵਚਨ ਦੇ ਗਿਆਨ ਦੀ ਜਿਹੜੀ ਆ ਉਹ ਪਿਆਸ ਰੱਖੀ ਆਪਣੇ ਅੰਦਰ। ਸੋ ਵਚਨ ਉਹਨਾਂ ਨੂੰ ਯਹੋਵਾ ਦੇ ਸੰਤ ਗਿਣਦਾ ਆ। ਔਰ ਉਹ ਕਹਿੰਦਾ ਹੇ ਯਹੋਵਾ ਦੇ ਸੰਤੋ ਉਸ ਤੋਂ ਡਰੋ, ਕਿਉਂ ਜੋ ਉਹਦੇ ਡਰਨ ਵਾਲਿਆਂ ਨੂੰ ਕੋਈ ਥੋੜ ਨਹੀਂ ਆ। ਸੋ ਵਚਨ ਸਾਨੂੰ ਦੱਸਦਾ ਵੀ ਪਰਮੇਸ਼ਵਰ ਤੋਂ ਡਰੋ, ਕਰਕੇ ਉਹਦੇ ਡਰਨ ਵਾਲਿਆਂ ਨੂੰ ਕਿਸੇ ਚੀਜ਼ ਦੀ ਥੋੜ ਨਹੀਂ ਆ। ਉਹ ਆਪਣੇ ਡਰਨ ਵਾਲਿਆਂ ਦੇ ਲਈ ਸਭ ਕੁਝ ਜਿਹੜਾ ਆ ਉਹ ਮੁਹੱਈਆ ਕਰਵਾਉਣ ਦੀ ਤਾਕਤ ਰੱਖਣ ਵਾਲਾ ਪਰਮੇਸ਼ਵਰ ਆ। ਉਹ ਸਭੋ ਕੁਝ ਕਰਨ ਦੀ ਤਾਕਤ ਰੱਖਣ ਵਾਲਾ ਪਰਮੇਸ਼ਵਰ ਆ। ਇਸ ਲਈ ਸਾਨੂੰ ਪਰਮੇਸ਼ਵਰ ਦੇ ਭੈ ਦੇ ਵਿੱਚ ਜਿਹੜਾ ਆ ਉਹ ਬਣੇ ਰਹਿਣ ਦੀ ਜ਼ਰੂਰਤ ਆ। ਸਾਨੂੰ ਪਰਮੇਸ਼ਵਰ ਦਾ ਭੈ ਜਿਹੜਾ ਆ ਆਪਣੇ ਅੰਦਰ ਜਿਹੜਾ ਆ ਉਹਨੂੰ ਰੱਖਣ ਦੀ ਜ਼ਰੂਰਤ ਆ। ਸੋ ਵਚਨ ਆਪਾਂ ਨੂੰ ਇਦਾਂ ਦੱਸਦਾ ਆ। ਪਰ ਮਨੁੱਖ ਕਿੱਦਾਂ ਦਾ ਹੋ ਗਿਆ ਆ? ਸੋ ਮਨੁੱਖ ਕਹਿੰਦਾ, ਆਪਾਂ ਇੱਕ ਹੋਰ ਵਰਡਸ ਪੜ੍ਹ ਲੈਂਦੇ ਆ ਫਿਰ ਆਪਾਂ ਗੱਲ ਕਰਦੇ। ਕਹਿੰਦਾ ਕਹਾਵਤਾਂ 14 ਉਹਦੀ 27 ਨੰਬਰ ਦੇ ਵਿੱਚ ਲਿਖਿਆ, ਕਹਿੰਦਾ ਯਹੋਵਾ ਦਾ ਭੈ ਜਿਉਣ ਦਾ ਸੋਤਾ ਹੈ ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਹੈ। ਹਾਲੇਲੂਇਆ। ਸੋ ਵਚਨ ਕੀ ਦੱਸਦਾ? ਜਿਹੜਾ ਪਰਮੇਸ਼ਵਰ ਦਾ ਡਰ ਆ ਉਹ ਜਿਉਣ ਦਾ ਸੋਤਾ ਆ, ਜਿਉਣ ਦਾ ਸੋਰਸ ਆ, ਸੋਰਸ ਆਫ ਲਾਈਫ ਆ, ਜਿਉਣ ਦਾ ਚਸ਼ਮਾ ਆ। ਕਹਿੰਦਾ ਜੋ ਮੌਤ ਦੀ ਫਾਹੀ ਤੋਂ ਪਰੇ ਰੱਖਦਾ ਆ, ਜਿਹੜਾ ਸਾਨੂੰ ਮੌਤ ਤੋਂ ਬਚਾ ਕੇ ਰੱਖਦਾ। ਕਿਹੜੀ ਮੌਤ ਤੋਂ? ਆਤਮਾ ਦੇ ਨਾਸ਼ ਹੋਣ ਤੋਂ, ਸਾਨੂੰ ਅਬਦੀ ਮੌਤ ਤੋਂ ਬਚਾ ਕੇ ਰੱਖਦਾ, ਸਾਨੂੰ ਨਰਕ ਦੀ ਅੱਗ ਤੋਂ ਬਚਾ ਕੇ ਰੱਖਦਾ ਆ। ਸੋ ਵਚਨ ਏਦਾਂ ਹੀ ਸਾਨੂੰ ਦੱਸਦਾ, ਕਹਿੰਦਾ ਜਿਹੜਾ ਪਰਮੇਸ਼ਵਰ ਦਾ ਡਰ ਆ ਉਹ ਜਿਉਣ ਦਾ ਸੋਤਾ ਆ। ਸੋ ਕਈ ਵਾਰੀ ਸਾਨੂੰ ਲੋਕ ਏਦਾਂ ਕਹਿ ਸਕਦੇ ਆ, ਤੁਸੀਂ ਕੀ ਚੱਤੋ ਪੈਰ ਇੱਕੋ ਹੀ ਗੱਲ ਕਰਦੇ ਰਹਿੰਦੇ ਆ, ਰੱਬ ਸਾਨੂੰ ਦੇਖਦਾ ਆ, ਰੱਬ ਸਾਨੂੰ ਦੇਖਦਾ ਆ, ਰੱਬ ਤੈਨੂੰ ਕੀ ਕਰ ਲੈਣ ਲੱਗਾ ਆ, ਹਨਾ। ਸੋ ਏਦਾਂ ਉਹ ਕਈ ਵਾਰੀ ਕੁਛ ਚੀਜ਼ਾਂ ਏਦਾਂ ਆਪਣੇ ਨਾਲ ਉਹ ਰੱਖ ਸਕਦੇ ਆਪਣੇ ਅੱਗੇ, ਪਰ ਆਪਾਂ ਉਹਨਾਂ ਦੇ ਨਾਲ ਜਿਹੜਾ ਆ ਐਗਰੀ ਨਹੀਂ ਕਰਨਾ, ਆਪਾਂ ਉਹਨਾਂ ਦੇ ਨਾਲ ਸਹਿਮਤੀ ਨਹੀਂ ਪਾਉਣੀ ਵੀ ਹਾਂਜੀ ਇਹਨਾਂ ਨੇ ਕਿਹਾ ਵਾਕਿਆ ਹੀ ਵੀ ਇਹ ਬੰਦਾ ਤਾਂ ਗੱਲ ਜਿਹੜੀ ਆ ਸੱਚੀ ਕਰਦਾ ਹੈ। ਸੋ ਕਿਸ ਤਰੀਕੇ ਦੇ ਨਾਲ ਕਈ ਵਾਰੀ ਫਰਜ਼ ਕਰੋ ਕਿ ਆਪਾਂ ਗੱਲ ਕਰਦੇ ਹਾਂ ਔਰ ਆਪਾਂ ਕਹਿੰਦੇ ਆ ਕਿ ਜਿਹੜਾ ਪ੍ਰਭੂ ਜੀ ਦਾ ਆਉਣ ਦਾ ਸਮਾਂ ਆ ਉਹ ਬਹੁਤ ਨੇੜੇ ਆ। ਸੋ ਇਹ ਅੰਤਲੇ ਦਿਨਾਂ ਦੀਆਂ ਨਿਸ਼ਾਨੀਆਂ ਆ, ਅੰਤਲਾ ਸਮਾਂ ਚੱਲ ਰਿਹਾ ਆ। ਤਾਂ ਇਸ ਤਰੀਕੇ ਦੇ ਨਾਲ ਪਰ ਕਈ ਲੋਕੀ ਸਾਨੂੰ ਕਹਿ ਦਿੰਦੇ ਆ, ਹੋ ਸਕਦਾ ਤੁਹਾਡੀ ਲਾਈਫ ਦੇ ਵਿੱਚ ਵੀ ਇਦਾਂ ਹੋਵੇ, ਤਾਂ ਕਈ ਵਾਰੀ ਲੋਕੀ ਕਹਿਣਗੇ ਬਈ ਇੰਨੇ ਚਿਰ ਤੋਂ ਜੋ ਬਾਈਬਲ ਅਸੀਂ ਸੁਣੀ ਆ ਪੜ੍ਹੀ ਆ ਇਦਾਂ ਹੀ ਲਿਖਿਆ ਵੀ ਅੰਤਲਾ ਟਾਈਮ ਆਉਣ ਵਾਲਾ, ਅੰਤਲਾ ਟਾਈਮ ਆਉਣ ਵਾਲਾ, ਇੰਨੇ 100 ਸਾਲ ਲੰਘ ਗਏ ਅਜੇ ਤੱਕ ਆਇਆ ਤਾਂ ਹੈ ਨਹੀਂ ਆ। ਸੋ ਤੁਸੀਂ ਉਹਨਾਂ ਦੇ ਨਾਲ ਐਗਰੀ ਹੋ ਕੇ ਨਹੀਂ ਤੁਰ ਪੈਣਾ ਵੀ ਆਹੋ ਬਈ ਵਾਕਿਆ ਹੀ ਇੰਨੇ ਚਿਰ ਤੋਂ ਰੌਲਾ ਪਈ ਜਾਂਦਾ ਆ ਪਰ ਆਇਆ ਤਾਂ ਹੈ ਨਹੀਂ ਆ, ਐਵੇਂ ਡਰਨ ਦੀ ਕੀ ਲੋੜ, ਐਵੇਂ ਘਾਬਰਨ ਦੀ ਕੀ ਲੋੜ। ਸੋ ਕਰਕੇ ਵਚਨ ਦੇ ਵਿੱਚ ਲਿਖਿਆ ਜਦੋਂ ਅੰਤਲਾ ਉਹ ਟਾਈਮ ਆਉਣਾ ਆ ਨਾ ਉਹ ਏਦਾਂ ਹੀ ਹੋ ਜਾਣਾ ਆ ਸਾਰਾ ਕੁਝ। ਸੋ ਜੇ ਤੁਸੀਂ ਆਪਣੇ ਲਕਸ਼ ਤੋਂ ਫਿਰ ਗਏ, ਜੇ ਤੁਸੀਂ ਆਪਣੇ ਟੀਚੇ ਤੋਂ ਫਿਰ ਗਏ, ਜੇ ਤੁਸੀਂ ਆਪਣੇ ਨਿਸ਼ਾਨੇ ਤੋਂ ਖੁੰਝ ਗਏ, ਫਿਰ ਫਰਜ਼ ਕਰੋ ਕਿ ਤੁਸੀਂ ਅੱਜ ਤੱਕ ਤੁਸੀਂ ਬਿਲਕੁਲ ਠੀਕ ਸੀਗੇ, ਕਿ ਤੁਸੀਂ ਪਰਮੇਸ਼ਵਰ ਦੇ ਭੈ ਦੇ ਅੰਦਰ ਸੀ, ਪਰਮੇਸ਼ਵਰ ਦੇ ਡਰ ਦੇ ਅੰਦਰ ਸੀਗੇ, ਪਰ ਤੁਹਾਨੂੰ ਆਣ ਕੇ ਕਿਸੇ ਨੇ ਮਿਸਲੀਡ ਕੀਤਾ ਜਾਂ ਮਿਸਗਾਈਡ ਕੀਤਾ, ਤੁਹਾਨੂੰ ਕਿਸੇ ਨੇ ਗਲਤ ਜਿਹੜੀ ਆ ਉਹ ਜਾਣਕਾਰੀ ਦੇ ਵਿੱਚ ਪਾ ਦਿੱਤਾ ਹੈ ਨਾ, ਗਲਤ ਅਗਵਾਈ ਕੀਤੀ ਤੁਹਾਡੀ, ਤਾਂ ਤੁਸੀਂ ਅਚਾਨਕ 1 ਮਿੰਟ ਦੇ ਵਿੱਚ ਤੁਸੀਂ ਆਪਣਾ ਫੈਸਲਾ ਬਦਲ ਲਿਆ। ਪਰ ਤੁਸੀਂ ਪਿਛਲੇ 20 ਸਾਲ ਤੋਂ ਤੁਸੀਂ ਇੱਕ ਚੰਗੀ ਮਿਹਨਤ ਦੇ ਵਿੱਚ ਸੀ, ਤੁਸੀਂ 20 ਸਾਲ ਤੋਂ ਪੂਰਾ ਉਹ ਸਾਰੀਆਂ ਚੀਜ਼ਾਂ ਨੂੰ ਫੋਲੋ ਕਰ ਰਹੇ ਸੀ ਜਿਹੜੀਆਂ ਸਾਨੂੰ ਪਰਮੇਸ਼ਵਰ ਦੇ ਵਚਨ ਦੇ ਵਿੱਚ ਫੋਲੋ ਕਰਨ ਲਈ ਕਹੀਆਂ ਗਈਆਂ ਕਿ ਝੂਠ ਨਹੀਂ ਬੋਲਣਾ, ਪਾਪ ਨਹੀਂ ਕਰਨਾ, ਮਦਦ ਕਰਨੀ ਆ, ਸੋ ਨੀਵੇਂ ਬਣ ਕੇ ਰਹਿਣਾ। ਤੇ ਤੁਸੀਂ 20 ਸਾਲ ਉਹ ਸਾਰੀਆਂ ਚੀਜ਼ਾਂ ਨੂੰ ਫੋਲੋ ਕੀਤਾ ਔਰ ਤੁਸੀਂ ਐਸੇ ਟਾਈਮ ਦੇ ਵਿੱਚ ਤੁਹਾਨੂੰ ਕਿਸੇ ਨੇ ਮਿਸਗਾਈਡ ਕਰ ਦਿੱਤਾ ਕਿ ਬਈ ਆਉਂਦਾ ਤਾਂ ਹੈ ਨਹੀਂ, ਐਵੇਂ ਹੀ ਤੁਹਾਨੂੰ ਲੋਕਾਂ ਨੇ ਭਰਮ ਭਾਅ ਦੇ ਵਿੱਚ ਪਾਇਆ ਆ, ਤਾਂ ਤੁਸੀਂ ਇਸ ਭਰਮ ਦੇ ਵਿੱਚੋਂ ਨਿਕਲੋ। ਤਾਂ ਤੁਸੀਂ ਉਹਦੇ ਪਿੱਛੇ ਲੱਗ ਕੇ ਫਰਜ਼ ਕਰੋ, ਤੁਸੀਂ ਮਨ ਬਣਾਇਆ ਆਹੋ, ਤੁਸੀਂ ਇੰਨਾ ਹੀ ਸੋਚਣਾ ਅਜੇ ਕਿ ਆਹੋ ਬਈ ਇਹ ਬੰਦਾ ਤਾਂ ਸਹੀ ਕਹਿੰਦਾ। ਜਦੋਂ ਤੁਸੀਂ ਇਹ ਗੱਲ ਸੋਚ ਲਈ ਮਤਲਬ ਤੁਸੀਂ ਏਦਾਂ ਹੀ ਸ਼ੈਤਾਨ ਦੇ ਲਈ ਬੂਹਾ ਖੋਲਤਾ ਆਪਣੀ ਲਾਈਫ ਕਿ ਆ ਜਾ ਬੈਲ ਮੈਨੂੰ ਮਾਰ। ਤੁਸੀਂ ਉਦੋਂ ਹੀ ਉਹ ਤਾਂ ਵਚਨ ਦੇ ਵਿੱਚ ਲਿਖਿਆ ਕਹਿੰਦਾ ਵੈਰੀ ਤਾਂ ਬੁੱਕ ਦੇ ਸ਼ੀਂਹ ਦੇ ਵਾਂਗ ਤੁਰਿਆ ਫਿਰਦਾ, ਕਦੋਂ ਮੌਕਾ ਮਿਲੇ ਤੇ ਪਾੜ ਖਾਵੇ। ਉਹ ਤਾਂ ਅੱਗੇ ਹੀ ਸੋਚਦਾ ਵੀ ਤੁਸੀਂ ਉਹਨੂੰ ਇੱਕ ਵਾਰੀ ਚਾਂਸ ਤਾਂ ਦਿਓ
ਕਿ ਉਹ ਤੁਹਾਡੇ ਜੀਵਨ ਦੇ ਵਿੱਚ ਆਵੇ ਤੇ ਆਣ ਕੇ ਉਹ ਜਿਹੜਾ ਆ ਉਹ ਨਾਸ਼ ਕਰੇ ਤੇ ਬਰਬਾਦ ਕਰੇ। ਪਰ ਆਪਾਂ ਨੂੰ ਵਚਨ ਜਿਹੜਾ ਆ ਉਹ ਸਾਨੂੰ ਇਸੇ ਤਰੀਕੇ ਦੇ ਨਾਲ ਹੀ ਸਿਖਾਉਂਦਾ ਆ ਵੀ ਆਪਾਂ ਸੁਚੇਤ ਰਹਿਣਾ ਹੈ, ਆਪਾਂ ਜਾਗਦੇ ਰਹਿਣਾ। ਤਾਂ ਹੀ ਕਿੰਨੀ ਬੜੀ ਬਾਈਬਲ ਦੇ ਵਿੱਚ ਲਿਖਿਆ, ਕਹਿੰਦਾ ਕੋਈ ਤੁਹਾਨੂੰ ਭੁਲਾਵੇ ਵਿੱਚ ਨਾ ਪਾ ਦੇਵੇ, ਕੋਈ ਤੁਹਾਨੂੰ ਭਰਮਾ ਨਾ ਲਵੇ, ਕੋਈ ਤੁਹਾਨੂੰ ਆਪਣੇ ਜਾਲ 'ਚ ਨਾ ਫਸਾ ਲੇ, ਕੋਈ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਤੁਹਾਨੂੰ ਭੇਚਲ ਨਾ ਲਵੇ। ਸੋ ਡਿਫਰੈਂਟ ਵੇ ਦੇ ਨਾਲ ਡਿਫਰੈਂਟ ਬੁੱਕਸ ਦੇ ਵਿੱਚ, ਪਵਿੱਤਰ ਬਾਈਬਲ ਦੀਆਂ ਡਿਫਰੈਂਟ ਕਿਤਾਬਾਂ ਦੇ ਵਿੱਚ, ਵੱਖੋ ਵੱਖਰੀਆਂ ਕਿਤਾਬਾਂ ਦੇ ਵਿੱਚ ਕਈ ਤਰੀਕਿਆਂ ਦੇ ਨਾਲ ਲਿਖਿਆ ਆ। ਸੋ ਕਈ ਵਾਰੀ ਸਾਡੀ ਫੈਮਿਲੀ ਮੈਂਬਰ ਸਾਨੂੰ ਇਦਾਂ ਦੀ ਜਿਹੜੀ ਆ ਉਹ ਖਰਾਬ ਟੀਚਿੰਗ ਦੇ ਸਕਦੇ ਆ, ਕਈ ਵਾਰੀ ਸਾਨੂੰ ਕੋਈ ਹੋਰ ਲੀਡਰਸ ਹੋ ਸਕਦੇ ਆ ਜਿਹੜੇ ਸਾਨੂੰ ਇਦਾਂ ਦੀ ਟੀਚਿੰਗ ਦੇਣ, ਕਈ ਵਾਰੀ ਸਾਡੀ ਫਰੈਂਡ ਸਰਕਲ ਦੇ ਵਿੱਚ ਹੋ ਸਕਦੇ। ਪਰ ਚੇਤਾ ਰੱਖਿਓ, ਆਪਣੀ 20-22 ਸਾਲਾਂ ਦੀ ਜਾਂ ਸਾਲ ਦੀ ਜਾਂ ਜਿਹੜੀ ਪਹਿਲਾਂ ਤੁਸੀਂ ਮਿਹਨਤ ਕੀਤੀ ਆ ਉਹਨੂੰ ਕਿਸੇ ਦੀ ਇੱਕ ਗੱਲ ਦਾ ਕਰਕੇ ਖੂਹ ਵਿੱਚ ਨਾ ਸੱਟ ਬੈਠਿਓ। ਇਹ ਨਾ ਹੋਵੇ ਕਿ ਜਦੋਂ ਤੁਸੀਂ ਉਸ ਚੀਜ਼ ਤੋਂ ਫਿਰੋ ਤੇ ਉਦੋਂ ਹੀ ਕਿਤੇ ਰੈਪਚਰ ਹੋ ਜਵੇ ਤਾਂ ਬਾਕੀ ਸਾਰੇ ਉੱਠ ਜਾਣ ਤੇ ਤੁਸੀਂ ਉਸ ਬੰਦੇ ਦੀ ਗੱਲ ਸੁਣ ਕੇ ਜਿਹੜਾ ਆਪਣਾ ਮਨ ਬਦਲਿਆ ਤੇ ਤੁਸੀਂ ਉਹਦਾ ਕਰਕੇ ਉੱਥੇ ਹੀ ਧਰਤੀ ਦੇ ਉੱਤੇ ਦੁੱਖ ਭੋਗਣ ਨੂੰ ਰਹਿ ਜਾਓ। ਇਸ ਲਈ ਕਿਤੇ ਤੁਸੀਂ ਭਰਮਾਏ ਨਾ ਜਾਇਓ, ਇਸ ਲਈ ਤੁਸੀਂ ਇਹਨਾਂ ਚੀਜ਼ਾਂ ਦੇ ਵਿੱਚ ਆਣ ਕੇ ਕਿਤੇ ਇਸ ਨਰਕ ਦੀ ਅੱਗ ਦੇ ਵੱਲ ਦਾ ਜਿਹੜਾ ਬੂਹਾ ਆ ਨਾ ਉਹਨੂੰ ਨਾ ਖੋਲ ਲਿਓ। ਇਸ ਲਈ ਆਪਣੀ ਮਿਹਨਤ ਨੂੰ ਅਗਰ ਤੁਸੀਂ ਸਫਲ ਕਰਨਾ ਚਾਹੁੰਦੇ ਆ ਤਾਂ ਵਚਨ ਦੇ ਵਿੱਚ ਲਿਖਿਆ ਆ, ਕਹਿੰਦਾ ਜਿਹੜਾ ਅੰਤ ਤੋੜੀ ਸਹੇਗਾ, ਔਰ ਕਹਿੰਦਾ ਜਿਹੜਾ ਅੰਤःਕਰਨ ਨੂੰ ਸ਼ੁੱਧ ਰੱਖੇਗਾ ਸੋ ਬਚਾਇਆ ਜਾਏਗਾ। ਜਿਹੜਾ ਅੰਤ ਤੋੜੀ ਸਹੇਗਾ ਉਹਨੇ ਬਚਾਇਆ ਜਾਣਾ। ਸੋ ਏਦਾਂ ਨਹੀਂ ਵੀ ਹੁਣ ਵੀ 20 ਸਾਲ ਹੋ ਗਏ ਹਾਲੇ ਤੱਕ ਆਇਆ ਤਾਂ ਹੈ ਨਹੀਂ ਆ, ਐਵੇਂ ਲੋਕੀ ਤਾਂ ਮੌਜਾਂ ਕਰਨ ਦੇ, ਲੋਕੀ ਤਾਂ ਸਿਨੇਮਿਆਂ ਨੂੰ ਜਾਂਦੇ ਆ, ਲੋਕੀ ਤਾਂ ਆਹ ਕਰਦੇ ਉਹ ਕਰਦੇ, ਅਸੀਂ ਕਿਹੜੇ ਚੱਕਰਾਂ 'ਚ ਪਏ ਆ, ਅਸੀਂ ਕੀ ਖੱਟ ਲਿਆ ਆ, ਘਰੇ ਬੈਠੇ ਆ ਐਵੇਂ ਸਵੇਰ ਨੂੰ ਪ੍ਰਾਰਥਨਾ ਕਰਨ ਲੱਗ ਜਾਓ, ਸ਼ਾਮਾਂ ਨੂੰ ਪ੍ਰਾਰਥਨਾ ਕਰਨ ਲੱਗ ਜਾਓ। ਤਾਂ ਮਤਲਬ ਕਈ ਵਾਰੀ ਅਸੀਂ ਲੋਕਾਂ ਦੀਆਂ ਗੱਲਾਂ ਦੇ ਵਿੱਚ ਆਣ ਕੇ ਆਪਣੇ ਫੈਸਲੇ ਦੇ ਵਿੱਚ ਕਮਜ਼ੋਰ ਹੋ ਜਾਂਦੇ ਆ। ਸੋ ਬਹੁਤਿਆਂ ਲੋਕਾਂ ਨੂੰ ਯੂਜ਼ ਕਰ ਸਕਦਾ ਆ, ਸਾਨੂੰ ਇੱਕ ਬੰਦੇ ਨੂੰ ਨਰਕ ਦੇ ਵਿੱਚ ਸਿੱਟਣ ਦੇ ਲਈ ਉਹ 10 ਬੰਦਿਆਂ ਨੂੰ ਯੂਜ਼ ਕਰ ਸਕਦਾ ਆ ਸਾਡੇ ਖਿਲਾਫਤ ਦੇ ਵਿੱਚ, ਸਾਨੂੰ ਮਿਸਗਾਈਡ ਕਰਨ ਨੂੰ, ਸਾਨੂੰ ਮਿਸਲੀਡ ਕਰਨ ਨੂੰ। ਸਾਨੂੰ ਸੁਚੇਤ ਰਹਿਣਾ ਪੈਣਾ ਆ, ਪਰ ਆਪਾਂ ਨੂੰ ਅਵੇਅਰ ਹੋਣਾ ਪੈਣਾ ਆ ਇਹਨਾਂ ਚੀਜ਼ਾਂ ਦੇ ਲਈ ਕਿ ਆਪਾਂ ਆਪਣੀ ਮਿਹਨਤ ਜਿਹੜੀ ਆ ਨਾ ਉਹਨੂੰ ਖਰਾਬ ਨਹੀਂ ਕਰਨਾ। ਆਪਾਂ ਜਿਹੜੀ ਆ ਇਸ ਮਿਹਨਤ ਦੇ ਵਿੱਚ ਆਪਾਂ ਸਫਲ ਹੋਣਾ ਆ, ਆਪਾਂ ਸਕਸੈਸਫੁਲ ਹੋਣਾ ਆ। ਦੇਖੋ ਜੇ ਆਪਾਂ 20 ਸਾਲ ਮਿਹਨਤ ਕਰਦੇ ਰਹੇ ਤੇ 20 ਸਕਿੰਟਾਂ ਦੇ ਵਿੱਚ ਉਹ ਮਿਹਨਤ ਹਾਲੇ ਖਤਮ ਹੋਈ ਵੀ ਨਹੀਂ ਸੀ ਪੂਰੀ। ਹਾਲੇ ਤਾਂ ਆਪਾਂ ਸੋਚਿਆ ਹੀ ਸੀ ਕਿ ਮੈਂ ਨਹੀਂ ਅੱਗੇ ਤੋਂ ਮਿਹਨਤ ਕਰਨੀ, ਹਾਲੇ ਸੋਚਿਆ ਹੀ ਸੀ ਕਿ ਮੈਂ ਹੋਰ ਮਿਹਨਤ ਨਹੀਂ ਕਰਨੀ। ਅਚਾਨਕ ਉਹ ਟਾਈਮ ਆ ਗਿਆ ਜਿਹੜਾ ਅੱਖ ਝਮਕਦਿਆਂ ਹੀ ਆ ਜਾਣਾ ਆ, ਹਨਾ। ਤੇ ਅਚਾਨਕ ਜਦੋਂ ਉਹ ਟਾਈਮ ਆ ਗਿਆ ਤਾਂ ਫਿਰ ਤੁਸੀਂ 20 ਸਾਲ ਜਿਹੜਾ ਆ ਉਹ ਦੁੱਖ ਭੋਗਿਆ ਸੀਗਾ, 20 ਸਾਲ ਤੱਕ ਤੁਸੀਂ ਜਿਹੜਾ ਆ ਉਹ ਤਪੱਸਿਆ ਕੀਤੀ ਸੀਗੀ, ਪਰ ਤੁਸੀਂ 20 ਸਕਿੰਟਾਂ ਦਾ ਕਰਕੇ ਤੁਸੀਂ ਛੱਡ ਦਿੱਤੇ ਜਾਣਾ। ਉਸ ਵੇਲੇ ਇਹ ਨਹੀਂ ਕਿਹਾ ਜਾਣਾ ਕਿ ਕੋਈ ਗੱਲ ਨਹੀਂ ਇਹਨੇ 20 ਸਾਲ ਤਾਂ ਬਹੁਤ ਮਿਹਨਤ ਕੀਤੀ ਫਿਰ ਕੀ ਹੋਇਆ ਜੇ ਲਾਸਟ ਦੇ ਵਿੱਚ। ਨੋ, ਲਾਸਟ ਦੇ ਵਿੱਚ ਤੁਸੀਂ ਕਿੱਦਾਂ ਦੇ ਆ ਇਹੀ ਤਾਂ ਮਾਇਨੇ ਰੱਖਦਾ ਆ, ਇਹੀ ਤਾਂ ਕਾਊਂਟ ਕਰਦਾ ਆ। ਸੋ ਬਹੁਤ ਸਾਰੇ ਲੋਕ ਆ ਜਿਹੜੇ ਵਿਚਾਰੇ ਸੋਚਦੇ ਰਹਿੰਦੇ ਆ ਕਿ ਲਾਸਟ ਦੇ ਵਿੱਚ ਸੁਧਰ ਜਾਾਂਗੇ, ਲਾਸਟ ਦੇ ਵਿੱਚ ਸੁਧਰ ਜਾਾਂਗੇ, ਕਿਉਂਕਿ ਉਹ ਇੱਕ ਐਗਜ਼ਾਮਪਲ ਨੂੰ ਬੜੀ ਸੋਹਣੀ ਤਰੀਕੇ ਨਾਲ ਫਿੱਟ ਕਰਨਾ ਜਾਣਦੇ ਆ। ਉਹ ਕਹਿੰਦੇ ਜੀ ਜਦੋਂ ਪ੍ਰਭੂ ਯਿਸੂ ਮਸੀਹ ਜੀ ਨੂੰ ਸਲੀਬ ਦੇ ਉੱਤੇ ਚੜਾਇਆ ਗਿਆ ਤੇ ਉਹਨਾਂ ਦੇ ਸੱਜੇ ਖੱਬੇ ਡਾਕੂ ਸੀਗੇ ਤੇ ਉਹਨਾਂ ਦੇ ਵਿੱਚੋਂ ਇੱਕ ਡਾਕੂ ਨੇ ਕਿਹਾ ਕਿ ਮੈਂ ਵੀ ਤੇਰੇ ਨਾਲ ਜਿਹੜਾ ਹੈ ਮੈਂ ਜਾਣਾ ਚਾਹੁੰਦਾ ਆ ਸਵਰਗ ਨੂੰ, ਹਨਾ, ਤੇ ਪਿਤਾ ਦੇ ਘਰ ਨੂੰ, ਕਿਉਂਕਿ ਉਹਨੇ ਮੰਨ ਲਿਆ ਕਿ ਤੂੰ ਪਰਮੇਸ਼ਵਰ ਦਾ ਪੁੱਤਰ ਆ। ਤਾਂ ਕਹਿੰਦਾ ਕਿ ਜਦੋਂ ਉਹਨੇ ਅੰਗੀਕਾਰ ਕਰ ਲਿਆ ਤਾਂ ਉਹਨੂੰ ਪ੍ਰਭੂ ਯਿਸੂ ਮਸੀਹ ਜੀ ਨੇ ਕਿਹਾ ਕਿ ਤੂੰ ਮੇਰੇ ਨਾਲ ਅੱਜ ਜਿਹੜਾ ਆ ਉਹ ਸਵਰਗ ਦੇ, ਹਨਾ। ਤਾਂ ਮਤਲਬ ਬਹੁਤ ਸਾਰੇ ਲੋਕ ਇਦਾਂ ਹੀ ਸੋਚਦੇ ਆ ਕਿ ਕੋਈ ਗੱਲ ਨਹੀਂ ਹਾਲੇ ਤਾਂ ਬਹੁਤ ਟਾਈਮ ਹੈਗਾ ਆ। ਉਹ ਡਾਕੂ ਨੇ ਸਾਰੀ ਉਮਰ ਡਕੈਤੀਆਂ ਕੀਤੀਆਂ ਪਰ ਉਹਨੇ ਲਾਸਟ ਐਂਡ ਆਫ ਦਾ ਮੂਮੈਂਟ ਜਿਹੜਾ ਆ ਉਹਨੇ ਉਸ ਚੀਜ਼ ਨੂੰ ਜਿਹੜਾ ਆ ਅਸੈਪਟ ਕਰ ਲਿਆ ਕਿ ਪ੍ਰਭੂ ਯਿਸੂ ਮਸੀਹ ਪਰਮੇਸ਼ਵਰ ਦੇ ਪੁੱਤਰ ਆ ਔਰ ਉਹ ਗੁਨਾਹਾਂ ਤੋਂ ਕੁਫਾਰਾ ਦਿੰਦੇ ਆ, ਉਹ ਸਾਡੇ ਗੁਨਾਹਾਂ ਤੋਂ ਮੁਕਤੀ ਦਿੰਦੇ ਆ। ਤਾਂ ਵੀ ਉਹ ਚਲੇ ਗਿਆ ਤਾਂ ਆਪਾਂ ਵੀ ਸਾਰੀ ਉਮਰ ਜੋ ਵੀ ਆ ਆਪਾਂ ਜੋ ਵੀ ਰੰਗ ਸਾਜ ਆ ਇਹਨਾਂ ਨੂੰ ਇੰਜੋਏ ਕਰ ਲਈਏ ਤਾਂ ਫਿਰ ਆਪਾਂ ਵੀ ਐਂਡ ਦੇ ਵਿੱਚ ਜਿਹੜਾ ਆ ਉਹ ਪਰਮੇਸ਼ਵਰ ਨੂੰ ਮੰਨਾਂਗੇ ਤੇ ਆਪਾਂ ਵੀ ਬਚਾ ਲਏ ਜਾਵਾਂਗੇ। ਸੋ ਬਹੁਤ ਇੰਟੈਲੀਜੈਂਟ ਲੋਕ ਆ, ਬਹੁਤ ਇੰਟੈਲੀਜੈਂਟ ਲੋਕ ਆ। ਪਰ ਵਚਨ ਦੇ ਵਿੱਚ ਕੀ ਲਿਖਿਆ ਆ? ਕਹਿੰਦਾ ਆਪਣੀ ਹੀ ਬੁੱਧ ਦੇ ਉੱਤੇ ਭਰੋਸਾ ਨਾ ਰੱਖ, ਕਹਿੰਦਾ ਆਪਣੀ ਹੀ ਬੁੱਧ ਉੱਤੇ ਭਰੋਸਾ ਨਾ ਰੱਖ। ਸੋ ਵਚਨ ਸਾਨੂੰ ਦੱਸਦਾ ਹੈ ਕਿ ਮਨੁੱਖ ਜਿਹੜਾ ਹੈ ਉਹ ਆਪਣੀ ਹੀ ਬੁੱਧ ਦੇ ਉੱਤੇ ਭਰੋਸਾ ਨਾ ਰੱਖੇ ਕਿ ਉਹ ਬਹੁਤ ਅਕਲਮੰਦ ਆ, ਪਰ ਕਹਿੰਦਾ ਪਰਮੇਸ਼ਵਰ ਦੇ ਭੈ ਦੇ ਵਿੱਚ ਜਿਹੜਾ ਆ ਨਾ ਉਹ ਬਣਿਆ ਰਹਿਣਾ ਜਿਹੜਾ ਆ ਉਹ ਅਸਲ ਅਕਲਮੰਦੀ ਆ। ਸੋ ਇਸ ਲਈ ਸਾਨੂੰ ਪਰਮੇਸ਼ਵਰ ਦੇ ਭੈ ਵਿੱਚ ਬਣੇ ਰਹਿਣ ਦੀ ਜ਼ਰੂਰਤ ਆ ਕਿ
ਜਦ ਸਾਨੂੰ ਪਤਾ ਹੀ ਨਹੀਂ ਕਿ ਉਹ ਟਾਈਮ ਆਉਣਾ ਕਦੋਂ ਆ, ਤੇ ਫਿਰ ਅਸੀਂ ਕਿੱਦਾਂ ਡਿਸੀਜਨ ਮੇਕ ਕਰ ਸਕਦੇ ਕਿ ਅਸੀਂ ਐਂਡ ਵਾਲੇ ਟਾਈਮ ਦੇ ਵਿੱਚ ਤੌਬਾ ਕਰਾਂਗੇ? ਕੀ ਪਤਾ ਤੁਹਾਡਾ ਐਂਡਲਾ ਟਾਈਮ ਅੱਜ ਹੀ ਹੋਵੇ। ਨੌਜਵਾਨ ਕਿਹੜਾ ਮਰਦੇ ਨਹੀਂ ਆ, ਬਜ਼ੁਰਗ ਕਿਹੜਾ ਮਰਦੇ ਨਹੀਂ, ਕਿ ਬੱਚੇ ਨਹੀਂ ਮਰਦੇ। ਸੋ ਜਦੋਂ ਆਪਾਂ ਘਰੋਂ ਨਿਕਲਦੇ ਆਪਾਂ ਨੂੰ ਕੀ ਪਤਾ ਕਿ ਆਪਾਂ ਘਰ ਵਾਪਸ ਮੁੜਨਾ ਕਿ ਨਹੀਂ ਮੁੜਨਾ। ਔਰ ਤੁਸੀਂ ਇੰਨੀ ਲੰਬੀ ਜਿਹੜੀ ਆ ਉਹ ਆਸ ਲਗਾ ਕੇ ਬੈਠੇ ਹੋ, ਇੰਨੀ ਲੰਬੀ ਆਸ ਲਗਾਈ ਆ ਕਿ ਜਦੋਂ ਐਂਡ ਆਊਗਾ ਮੈਂ ਉਦੋਂ ਤੌਬਾ ਕਰੂੰਗਾ, ਮੈਂ ਉਦੋਂ ਬਚਾਇਆ ਜਾਊਂਗਾ। ਸੋ ਐਂਡ ਦੇ ਵਿੱਚ ਤੌਬਾ ਕਰੂੰਗਾ, ਤੁਹਾਨੂੰ ਕਿੱਦਾਂ ਸ਼ੋਰ ਆ ਕਿ ਤੁਹਾਡਾ ਐਂਡ ਕਦੋਂ ਆ? ਤੁਹਾਨੂੰ ਕਿੰਨੇ ਲਿਖ ਕੇ ਦਿੱਤੀ ਇਹ ਗੱਲ ਕਿ ਤੁਹਾਡਾ ਐਂਡ ਉਦੋਂ ਹੋਣਾ ਆ? ਕੋਈ ਨਹੀਂ ਜਾਣਦਾ ਕਿ ਇਹਦਾ ਐਂਡ ਕਦੋਂ ਹੋਣਾ ਆ। ਇਸ ਲਈ ਹੋ ਸਕਦਾ ਕਿ ਅੱਜ ਪ੍ਰਚਾਰ ਕਰਦਿਆਂ ਹੀ ਜਿਹੜਾ ਆ ਉਹ ਮੇਰਾ ਐਂਡ ਹੋਵੇ। ਸੋ ਕਿਉਂਕਿ ਮੈਂ ਜਾਣਦੀ ਨਹੀਂ ਆ, ਪਰ ਹੋ ਸਕਦਾ ਕਿ ਹਾਲੇ 10 ਸਾਲ ਹੋਰ ਪਏ ਹੋਣ, ਹੋ ਸਕਦਾ 20 ਸਾਲ ਹੋਰ ਪਏ ਹੋਣ। ਸੋ ਆਪਾਂ ਚੋਂ ਕੋਈ ਨਹੀਂ ਜਾਣਦਾ ਕਿ ਐਂਡ ਕਦੋਂ ਆ। ਪਰ ਇਸ ਲਈ ਸਾਨੂੰ ਜਿਹੜਾ ਹਰ ਮੂਮੈਂਟ ਆ ਨਾ, ਉਹ ਸਾਨੂੰ ਆਪਣੀ ਐਂਡਲੀ ਮੂਮੈਂਟ ਸਮਝ ਕੇ ਜਿਹੜੀ ਆ ਨਾ ਉਹਦੇ ਵਿੱਚ ਸਾਨੂੰ ਤਿਆਰ ਹੋਣਾ ਜਿਹੜਾ ਆ, ਤਿਆਰ ਹੋਏ ਅਸੀਂ ਚਾਹੀਦੇ। ਅਸੀਂ ਫੌਜੀਆਂ ਦੇ ਵਾਂਗ ਐਨ ਕੱਸੇ ਹੋਏ ਚਾਹੀਦੇ ਆ ਕਿ ਹਾਂਜੀ ਐਨੀ ਟਾਈਮ ਜਦੋਂ ਵੀ ਸੁਨੇਹਾ ਆ ਜਾਵੇ ਤਾਂ ਫੌਜੀ ਐਨ ਆਪਣੇ ਜਿਹੜੇ ਆ ਉਹ ਤਿਆਰੀ ਦੇ ਵਿੱਚ ਹੀ ਹੋਵੇ ਕਿ ਉਹ ਉਦੋਂ ਹੀ ਤੁਰ ਪਏ ਆਪਣੇ ਉਸ ਰਾਹ ਨੂੰ। ਇਹ ਨਹੀਂ ਕਿ ਉਧਰੋਂ ਤੇ ਲੈਣ ਆਏ ਹੋਣ ਤੇ ਉਧਰੋਂ ਕਹੇ ਜੀ ਹੁਣ ਮੈਨੂੰ ਚਾਂਸ ਦੇ ਦਿਓ, ਹੁਣ ਨਾ ਮੈਂ ਮਾਫੀ ਮੰਗ ਲਾ। ਮੈਂ ਤੇ ਸਾਰੀ ਉਮਰ ਇਹ ਸੋਚਦਾ ਰਿਹਾ ਕਿ ਐਂਡ ਦੇ ਵਿੱਚ ਜਿਹੜਾ ਆ ਉਹ ਮੈਂ ਮਾਫੀ ਮੰਗੂੰਗਾ, ਪਰ ਨਹੀਂ, ਆਪਾਂ ਨੂੰ ਨਹੀਂ ਪਤਾ। ਕੀ ਪਤਾ ਕਿੰਨੇ ਰੋਟੀਆਂ ਪਕਾਉਂਦੇ ਤੁਰ ਜਾਣਾ, ਕਿੰਨੇ ਗੱਡੀ ਦੇ ਵਿੱਚ ਬੈਠਿਆਂ ਤੁਰ ਪੈਣਾ, ਕਿੰਨੇ ਸੁੱਤਿਆਂ ਤੁਰ ਜਾਣਾ, ਉਹ ਕਿੰਨੇ ਜਾਗਦਿਆਂ ਤੁਰ ਜਾਣਾ, ਕਿੰਨੇ 10 ਸਾਲਾਂ ਨੂੰ ਤੁਰਨਾ, ਕਿੰਨੇ ਅੱਜ ਤੁਰਨਾ, ਕਿਸੇ ਨੂੰ ਕੁਝ ਨਹੀਂ ਪਤਾ। ਇਸ ਲਈ ਸਾਨੂੰ ਹਰ ਹਾਲ ਦੇ ਵਿੱਚ ਹਰ ਵੇਲੇ ਤਿਆਰ ਰਹਿਣ ਦੀ ਜ਼ਰੂਰਤ ਹੈ। ਹਰ ਵੇਲੇ ਜਦੋਂ ਰਾਤ ਨੂੰ ਆਪਾਂ ਸੌਣਾ ਨਾ, ਤੇ ਆਪਾਂ ਨੂੰ ਉਸ ਵੇਲੇ ਵੀ ਡਰਦਿਆਂ ਹੋਇਆਂ ਪ੍ਰਾਰਥਨਾ ਕਰਕੇ ਸੌਣਾ ਚਾਹੀਦਾ ਆ ਕਿ ਹੇ ਪਿਤਾ ਪਰਮੇਸ਼ਵਰੀ, ਸਾਡੇ ਗੁਨਾਹ ਸਾਨੂੰ ਬਖਸ਼ ਦਿਓ, ਕਿਰਪਾ ਕਰਿਓ ਕਿ ਅਸੀਂ ਕੱਲ ਦਾ ਦਿਨ ਦੇਖੀਏ, ਪਰ ਫਿਰ ਵੀ ਤੁਹਾਡੀ ਮਰਜ਼ੀ ਪੂਰੀ ਹੋਵੇ। ਜੇ ਨਾ ਵੀ ਕੱਲ ਦਾ ਦਿਨ ਦੇਖ ਸਕੇ ਤੇ ਪ੍ਰਭੂ ਸਾਡਾ ਨਾਮ ਜੀਵਨ ਦੀ ਪੋਥੀ ਦੇ ਵਿੱਚ ਜ਼ਰੂਰ ਹੋਵੇ। ਐਟਲੀਸਟ ਅਸੀਂ ਜਦੋਂ ਆਤਮਾ ਦੇ ਵਿੱਚ ਨਿਆਂ ਵਾਲੇ ਦਿਨ ਸਾਡੀਆਂ ਅੱਖਾਂ ਖੁੱਲਣ ਤਾਂ ਸਾਡੇ ਲਈ ਜਿਹੜਾ ਐਲਾਨ ਕੀਤਾ ਜਾਣਾ ਹੈ ਨਾ, ਉਹ ਪਰਮੇਸ਼ਵਰ ਜੀ ਦੀ ਹਜ਼ੂਰੀ ਦੇ ਵਿੱਚੋਂ ਸੱਜੇ ਹੱਥ ਖੜੇ ਹੋਣ ਦਾ ਹੋਵੇ। ਹਾਲੇਲੂਇਆ। ਇਹ ਨਾ ਹੋਵੇ ਕਿ ਉਹ ਖੱਬੇ ਵਾਲੇ ਪਾਸੇ ਨੂੰ ਇੱਕ ਭਿਆਨਕ ਸਾਜ਼ਾਂ ਦੇ ਨਾਲ ਉਹ ਕਹਿਣ ਜੀ ਇਹਨਾਂ ਨੂੰ ਖੱਬੇ ਨੂੰ ਲੈ ਜਾਓ ਤੇ ਖੱਬੇ ਪਾਸੇ ਨਰਕ ਦੀ ਅੱਗ ਆ ਤੇ ਸੱਜੇ ਪਾਸੇ ਪਰਮੇਸ਼ਵਰ ਦੇ ਉਹਨਾਂ ਲੋਕਾਂ ਨੇ ਜਾਣਾ ਆ ਜਿਹੜੇ ਲੋਕ ਪਰਮੇਸ਼ਵਰ ਦੇ ਸਿੰਘਾਸਨ ਦੇ ਮੋਹਰੇ ਜਿਹੜਾ ਆ ਪਰਮੇਸ਼ਵਰ ਜੀ ਦੇ ਨਾਲ ਜਿਹੜਾ ਆ ਉਹ ਗੱਲਾਂ ਬਾਤਾਂ ਕਰਨਗੇ, ਭਾਵ ਜਿਨ੍ਹਾਂ ਨੇ ਸਵਰਗ ਨੂੰ ਜਾਣਾ ਆ। ਇਸ ਲਈ ਸਾਨੂੰ ਹਰ ਵੇਲੇ ਜਿਹੜਾ ਆ ਨਾ ਉਹ ਤਿਆਰ ਰਹਿਣ ਦੀ ਜ਼ਰੂਰਤ ਆ। ਹਰ ਵੇਲੇ ਸਾਨੂੰ ਪਰਮੇਸ਼ਵਰ ਦੇ ਭੈ ਵਿੱਚ ਬਣੇ ਰਹਿਣ ਦੀ ਜ਼ਰੂਰਤ ਆ। ਪਰ ਮਨੁੱਖ ਭੈ ਕਿਹਨੂੰ ਸਮਝਦਾ ਆ? ਮਨੁੱਖ ਡਰ ਕਿਹਨੂੰ ਸਮਝਦਾ ਆ? ਫਸਟ ਆਫ ਆਲ, ਡਰ ਸਾਨੂੰ ਲੱਗਦਾ ਕਦੋਂ ਆ? ਸਾਨੂੰ ਡਰ ਉਦੋਂ ਲੱਗਦਾ ਆ ਜਦੋਂ ਅਸੀਂ ਕੋਈ ਗਲਤੀ ਕਰਦੇ ਆ। ਫਰਜ਼ ਕਰੋ ਕਿ ਕਿਸੇ ਨਿਆਣੇ ਨੂੰ ਆਪਾਂ ਸਕੂਲ ਦੇ ਵਿੱਚ ਹੀ ਜਾਂਦੇ ਆ, ਆਪਣੀ ਐਗਜ਼ਾਮਪਲ ਲੈ ਲਓ। ਫਰਜ਼ ਕਰੋ ਆਪਾਂ ਸਕੂਲ ਦੇ ਵਿੱਚ ਜਾਂਦੇ ਤੇ ਅੱਜ ਆਪਣਾ ਮੈਥਸ ਦਾ ਟੈਸਟ ਹੈ, ਪਰ ਆਪਾਂ ਉਹਨੂੰ ਪ੍ਰਿਪੇਅਰ ਨਹੀਂ ਕੀਤਾ, ਤਾਂ ਮਤਲਬ ਮੈਥਸ ਦਾ ਪੀਰੀਅਡ ਆਉਣ ਤੋਂ ਪਹਿਲਾਂ ਹੀ ਪੇਟ ਦੁਖਣ ਲੱਗ ਜਾਣਾ ਹੈ ਕਿ ਹਾਏ ਮੈਥ ਦਾ ਪੀਰੀਅਡ ਆ ਜਾਣਾ ਤੇ ਮੈਨੂੰ ਤੇ ਟੈਸਟ ਨਹੀਂ ਆਉਂਦਾ ਤੇ ਮੈਨੂੰ ਕੁੱਟ ਪੈਣੀ ਜਾਂ ਮੈਨੂੰ ਨੰਬਰ ਘੱਟ ਮਿਲਣੇ। ਤਾਂ ਇੱਕ ਡਰ ਆ, ਇੱਕ ਭੈ ਅੰਦਰ। ਫਿਰ ਨੌਕਰ ਨੂੰ ਡਰ ਲੱਗਦਾ ਕਿ ਮਾਲਕ ਨੇ ਮੈਨੂੰ ਇੰਨਾ ਕੰਮ ਦਿੱਤਾ ਸੀ, ਮੈਂ ਉਹ ਨਹੀਂ ਕੀਤਾ, ਇਸ ਲਈ ਜਿਹੜਾ ਨੌਕਰ ਆ ਉਹ ਵੀ ਡਰਦਾ ਆ ਕਿ ਜੋ ਮੈਨੂੰ ਕੰਮ ਦਿੱਤਾ ਗਿਆ ਸੀ ਉਹ ਮੈਂ ਨਹੀਂ ਕੀਤਾ। ਸੋ ਇਸੇ ਤਰ੍ਹਾਂ ਪਤਨੀ ਅਗਰ ਆਪਣੇ ਪਤੀ ਤੋਂ ਚੋਰੀ ਕੁਝ ਕਰਦੀ ਆ, ਕੋਈ ਵੀ ਇਹੋ ਜਿਹਾ ਕੰਮ ਕਰਦੀ ਜਿਹੜਾ ਉਹਦੇ ਪਤੀ ਨੂੰ ਨਹੀਂ ਪਸੰਦ, ਤੇ ਪਤਨੀ ਦੇ ਮਨ ਦੇ ਅੰਦਰ ਡਰ ਰਹਿੰਦਾ ਆ। ਬੱਚੇ ਆਪਣੇ ਮਾਤਾ ਪਿਤਾ ਤੋਂ ਚੋਰੀ ਜਾਂ ਉਹਨਾਂ ਦੀ ਇੱਛਾ ਦੇ ਵਿਰੁੱਧ ਕੋਈ ਕੰਮ ਕਰਦੇ ਆ ਤੇ ਬੱਚਿਆਂ ਦੇ ਅੰਦਰ ਡਰ ਰਹਿੰਦਾ, ਭਾਵ ਸਾਨੂੰ ਸਾਡੀਆਂ ਗਲਤੀਆਂ ਡਰਾਉਂਦੀਆਂ ਆ, ਸਾਨੂੰ ਸਾਡੇ ਪਾਪ ਡਰਾਉਂਦੇ ਆ। ਸਾਨੂੰ ਭੂਤ ਪ੍ਰੇਤ ਕੌਣ ਆ ਸਾਨੂੰ ਡਰਾਉਣ? ਉਹਨਾਂ ਦੀ ਕੀ ਔਕਾਤ ਹੈ ਸਾਨੂੰ ਡਰਾਉਣ ਵੀ? ਸਾਨੂੰ ਸਾਡੇ ਗੁਨਾਹ ਡਰਾਉਂਦੇ ਯਾਰ। ਸਾਡੇ ਗੁਨਾਹਾਂ ਨੂੰ ਹੀ ਉਹ ਚੀਜ਼ਾਂ ਜਿਹੜੀਆਂ ਦੁਸ਼ਟ ਆਤਮਾ ਹੈ ਨਾ ਉਹ ਬਾਰ-ਬਾਰ ਸਾਡੇ ਅੱਗੇ ਲੈ ਕੇ ਆਉਂਦੀਆਂ ਆ। ਉਹ ਸਾਡੇ ਗੁਨਾਹਾਂ ਨੂੰ ਬਾਰ-ਬਾਰ, ਸਾਡੀਆਂ ਗਲਤੀਆਂ ਨੂੰ ਸਾਡੇ ਅੱਗੇ ਲੈ ਕੇ ਆਉਂਦੀਆਂ, ਤਾਂ ਸਾਨੂੰ ਡਰ ਆਉਂਦਾ ਆ। ਜੇ ਅਸੀਂ ਉਹਨਾਂ ਗੁਨਾਹਾਂ ਤੋਂ ਮਾਫੀ ਪਾ ਕੇ ਤੇ ਸਿੱਧਾ ਜੀਵਨ ਜਿਹੜਾ ਹੈ ਨਾ ਉਹ ਜੀਣਾ ਸ਼ੁਰੂ ਕਰ ਦਈਏ, ਤਾਂ ਵਚਨ ਦੇ ਅਨੁਸਾਰ ਅਗਰ ਅਸੀਂ ਤੌਬਾ ਕਰਕੇ ਆਪਣਾ ਜਿਹੜਾ ਜੀਵਨ ਆ ਉਹਨੂੰ ਜੀਣਾ ਸ਼ੁਰੂ ਕਰ ਦਈਏ ਤਾਂ ਫਿਰ ਸਾਨੂੰ ਡਰ ਲੱਗਣਾ ਬੰਦ ਹੋ ਜਾਣਾ ਹੈ। ਅੱਜ ਇਨਸਾਨ ਮਰਨ ਤੋਂ ਕਿਉਂ ਡਰਦਾ ਆ? ਉਹ ਇਸ ਲਈ ਮਰਨ ਤੋਂ ਡਰਦਾ ਆ ਕਿਉਂਕਿ ਉਹਨੂੰ ਹਾਲੇ ਉਹ ਸੈਟੀਸਫਾਈਡ ਨਹੀਂ ਆ। ਉਹਨੂੰ ਪਤਾ ਆ ਕਿ ਹਾਲੇ ਉਹ ਕੰਮ ਉਹਨੇ ਕੀਤਾ ਨਹੀਂ ਆ ਕਿ ਜੇ ਉਹ ਮਰ ਜਾਵੇ ਤਾਂ ਉਹ ਸਵਰਗ ਨੂੰ ਜਾ ਸਕਦਾ ਆ, ਪਰ ਹਾਲੇ ਉਹਦੇ ਮਨ ਦੇ ਅੰਦਰ ਡਰ ਆ ਇਸ ਚੀਜ਼ ਦਾ ਕਿ ਜੇ ਮੈਂ ਮਰ ਗਿਆ ਤਾਂ ਮੈਂ ਨਰਕ ਨੂੰ ਚਲ ਜਾਣਾ, ਜੇ ਮੈਂ ਮਰ ਗਿਆ ਤਾਂ ਮੈਂ ਨਰਕ ਨੂੰ ਚਲ ਜਾਣਾ। ਜਿਹੜੇ ਬੰਦਿਆਂ ਨੂੰ ਸ਼ੋਰ ਹੋ ਜਾਂਦਾ ਨਾ ਕਿ ਜੇ ਮੈਂ ਮਰ ਗਿਆ ਤਾਂ ਮੈਂ ਸਵਰਗ ਨੂੰ ਹੀ ਜਾਣਾ ਆ,
ਤਾਂ ਉਹ ਬੰਦੇ ਮੌਤ ਤੋਂ ਡਰਦੇ ਨਹੀਂ, ਉਹ ਬੰਦੇ ਕਿਸੇ ਬਿਮਾਰੀ ਤੋਂ ਡਰਦੇ ਨਹੀਂ, ਉਹ ਬੰਦੇ ਕਿਸੇ ਆਫਤ ਤੋਂ ਡਰਦੇ ਨਹੀਂ, ਕਿਉਂਕਿ ਉਹਨਾਂ ਨੇ ਪੱਕਾ ਯਕੀਨ ਉਹਨਾਂ ਨੂੰ ਹੋ ਗਿਆ, ਉਹਨਾਂ ਦੇ ਕੰਮ ਜਿਹੜੇ ਆ ਨਾ ਉਹ ਗਵਾਹੀ ਪਾਉਂਦੇ ਆ ਕਿ ਹਾਂਜੀ ਵੀ ਹੁਣ ਜਿਹੜੇ ਤੁਹਾਡੇ ਕੰਮ ਆ ਉਹ ਸਵਰਗ ਨੂੰ ਜਾਣ ਵਾਲੇ। ਉਹ ਤਾਂ ਕਹਿੰਦੇ ਆ ਵੀ ਪ੍ਰਭੂ ਏਦਾਂ ਵੀ ਕੱਲ ਦੀ ਥਾਂ ਤੇ ਤੂੰ ਅੱਜ ਹੀ ਲੈ ਜਾ, ਇਹ ਨਾ ਹੋਵੇ ਕੱਲ ਨੂੰ ਕੋਈ ਗਲਤੀ ਹੋ ਜਾਵੇ ਤੇ ਅਸੀਂ ਇੱਥੇ ਹੀ ਰਹਿ ਜਾਈਏ। ਜਦੋਂ ਬੰਦਾ ਸਹੀ ਹੋ ਜਾਂਦਾ ਨਾ ਉਦੋਂ ਉਹਦੇ ਅੰਦਰੋਂ ਡਰ ਮੁੱਕ ਜਾਂਦਾ ਆ। ਪਰ ਮਨੁੱਖ ਜਿਹੜਾ ਆ ਉਹ ਅਜੇ ਡਰਦਾ ਆ, ਔਰ ਉਹ ਪਰਮੇਸ਼ਵਰ ਤੋਂ ਨਹੀਂ ਡਰਦਾ। ਪਰਮੇਸ਼ਵਰ ਤੋਂ ਜੇ ਡਰਦਾ ਹੋਵੇ ਨਾ ਮਨੁੱਖ, ਫਿਰ ਉਹਨੂੰ ਹੋਰਾਂ ਚੀਜ਼ਾਂ ਤੋਂ ਡਰ ਹੀ ਨਹੀਂ ਲੱਗਦਾ। ਜਿਹੜਾ ਇਸ ਧਰਤੀ ਦਾ ਮਨੁੱਖ ਆ ਉਹ ਪਰਮੇਸ਼ਵਰ ਤੋਂ ਡਰਦਾ ਹੀ ਨਹੀਂ, ਉਹ ਤਾਂ ਡਰਦਾ ਬੰਦੇ ਤੋਂ, ਉਹ ਡਰਦਾ ਆ ਡੰਡੇ ਤੋਂ, ਉਹ ਡਰਦਾ ਆ ਸਜ਼ਾ ਤੋਂ, ਉਹ ਡਰਦਾ ਆ ਭੂਤਾਂ ਪ੍ਰੇਤਾਂ ਤੋਂ। ਜਿਹੜਾ ਅੱਜ ਦਾ ਮਨੁੱਖ ਆ ਨਾ ਉਹ ਭੂਤਾਂ ਤੋਂ ਡਰਦਾ, ਰੱਬ ਤੋਂ ਨਹੀਂ ਡਰਦਾ। ਉਹ ਤਾਂਤਰਿਕ ਤੋਂ ਡਰਦਾ ਆ, ਪ੍ਰਭੂ ਜੀ ਕੋਲੋਂ ਉਹਨੂੰ ਕੋਈ ਡਰ ਨਹੀਂ ਲੱਗਦਾ। ਉਹ ਜਾਦੂ ਟੋਣਿਆਂ ਤੋਂ ਡਰਦਾ, ਪਰਮੇਸ਼ਵਰ ਦੇ ਵਚਨ ਤੋਂ ਤਾਂ ਡਰਦਾ ਹੀ ਨਹੀਂ। ਜਿਹੜਾ ਮਨੁੱਖ ਭੂਤਾਂ ਪ੍ਰੇਤਾਂ ਤੋਂ ਡਰਦਾ ਆ ਉਹ ਤਾਂ ਸਿੱਧਾ ਹੀ ਆ ਨਾ ਵੀ ਉਹਨੇ ਨਰਕਾਂ ਨੂੰ ਜਾਣਾ ਆ। ਉਹਨੂੰ ਭੂਤ ਪ੍ਰੇਤ ਕਿਉਂ ਡਰਾਉਂਦੇ ਆ? ਵਚਨ ਜਿਹੜੇ ਪੜ੍ਹਦੇ ਆ ਨਾ ਉਹ ਇਸ ਗੱਲ ਨੂੰ ਜਾਣਦੇ ਆ ਕਿ ਭੂਤ ਪ੍ਰੇਤ ਉਹਨਾਂ ਨੂੰ ਡਰਾਉਂਦੇ ਆ ਜਿਹੜੇ ਲੋਕ ਵਚਨ ਦੇ ਅਨੁਸਾਰ ਜੀਵਨ ਨਹੀਂ ਜੀਂਦੇ, ਜਿਹੜੇ ਲੋਕਾਂ ਨੇ ਆਪਣਾ ਜੀਵਨ ਪਰਮੇਸ਼ਵਰ ਦੇ ਹੱਥਾਂ ਵਿੱਚ ਨਹੀਂ ਦਿੱਤਾ, ਉਹ ਲੋਕ ਭੂਤਾਂ ਪ੍ਰੇਤਾਂ ਤੋਂ ਡਰਦੇ ਆ। ਫਰਜ਼ ਕਰੋ ਇੱਕ ਬੰਦਾ ਆ ਉਹ ਜਨਾਹਕਾਰੀ ਕਰਦਾ ਆ, ਉਹ ਜ਼ਰੂਰ ਭੂਤਾਂ ਪ੍ਰੇਤਾਂ ਤੋਂ ਡਰੂਗਾ ਕਿਉਂਕਿ ਉਹਨੂੰ ਪਤਾ ਹੈ ਉਹਦੀ ਜ਼ਿੰਦਗੀ ਦੇ ਵਿੱਚ ਪਾਪ ਯਾਰ, ਪਾਪ ਜਿਹੜਾ ਆ ਉਹ ਦੁਸ਼ਟ ਆਤਮਿਆਂ ਨੂੰ ਉਹਦੇ ਜੀਵਨ ਦੇ ਵਿੱਚ ਆਉਣ ਦਾ ਬੂਹਾ ਖੋਲਦਾ ਆ, ਇਸ ਲਈ ਉਹ ਬੰਦਾ ਜ਼ਰੂਰ ਡਰੂਗਾ। ਪਰ ਦੋ ਬੰਦੇ ਆ, ਇੱਕ ਬੰਦਾ ਜਨਾਹਕਾਰੀ ਕਰਦਾ ਆ, ਇੱਕ ਬੰਦਾ ਪਰਮੇਸ਼ਵਰ ਦੀ ਆਰਾਧਨਾ ਕਰਦਾ ਆ, ਇੱਕ ਬੰਦਾ ਨਸ਼ਾ ਪੀਂਦਾ ਆ, ਇੱਕ ਬੰਦਾ ਪਰਮੇਸ਼ਵਰ ਦੇ ਰੂਹ ਦੇ ਵਿੱਚ ਰੰਗਿਆ ਰਹਿੰਦਾ ਆ, ਇੱਕ ਬੰਦਾ ਆ ਉਹ ਜਿਹੜੇ ਆ ਗੰਦੇ ਮੰਦੇ ਗਾਣੇ ਸੁਣਦਾ ਆ, ਇੱਕ ਬੰਦਾ ਆ ਪਰਮੇਸ਼ਵਰ ਦੀ ਮਹਿਮਾ ਕਰਦਾ ਰਹਿੰਦਾ ਆ, ਇੱਕ ਬੰਦਾ ਆ ਸਵੇਰ ਨੂੰ ਉੱਠ ਕੇ ਵੀ ਆਪਣੇ ਟੱਬਰ ਨੂੰ ਗਾਲਾਂ ਕੱਢਦਾ ਆ, ਰਾਤ ਨੂੰ ਸੌਣ ਨਾਲ ਵੀ ਗਾਲਾਂ ਕੱਢਦਾ ਹੀ ਸੌਂਦਾ ਆ, ਦੂਜਾ ਬੰਦਾ ਆ ਉੱਠ ਕੇ ਸਵੇਰ ਨੂੰ ਰੱਬ ਦਾ ਸ਼ੁਕਰ ਕਰਦਾ, ਸਾਰਾ ਦਿਨ ਆਪਣੇ ਜਿਹੜੀ ਫੈਮਿਲੀ ਆ ਉਹਦੇ ਲਈ ਆਸ਼ੀਸ਼ ਬੋਲਦਾ ਆ। ਤਾਂ ਕਿਹੜਾ ਬੰਦਾ ਭੂਤਾਂ ਪ੍ਰੇਤਾਂ ਤੋਂ ਡਰੂਗਾ? ਡੈਫੀਨੇਟਲੀ ਉਹੀ ਡਰੂਗਾ ਜਿਹੜਾ ਬੰਦਾ ਗਲਤ ਜੀਵਨ ਜੀ ਰਿਹਾ ਆ, ਜਿਹੜਾ ਬੰਦਾ ਪਰਮੇਸ਼ਵਰ ਦੇ ਵਿਪਰੀਤ ਜੀਵਨ ਜੀ ਰਿਹਾ ਆ, ਜਿਹੜਾ ਸ਼ੈਤਾਨੀ ਕੰਮਾਂ ਨੂੰ ਕਰ ਰਿਹਾ ਆ, ਉਹ ਬੰਦਾ ਭੂਤਾਂ ਪ੍ਰੇਤਾਂ ਤੋਂ ਡਰੂਗਾ। ਦੂਜੇ ਬੰਦੇ ਨੂੰ ਤਾਂ ਡਰ ਹੀ ਕੋਈ ਨਹੀਂ, ਉਹ ਜਾਣਦਾ ਆ ਕਿ ਦੁਸ਼ਟ ਆਤਮਿਆਂ ਨੂੰ ਡਰਾ ਨਹੀਂ ਸਕਦੇ, ਉਹ ਜਾਣਦਾ ਆ ਉਹਦਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਸਹੀ ਆ, ਉਹ ਜਾਣਦਾ ਆ ਕਿ ਜਿਹੜਾ ਬੰਦਾ ਪਰਮੇਸ਼ਵਰ ਤੋਂ ਡਰਦਾ ਆ ਉਹਦੇ ਦੁਆਲੇ ਤਾਂ ਪਰਮੇਸ਼ਵਰ ਨੇ ਆਪਣੇ ਦੂਤਾਂ ਦੀ ਵਾੜ ਲਗਾਈ ਹੋਈ ਆ। ਇਸ ਲਈ ਬਹੁਤ ਜ਼ਰੂਰੀ ਆ ਕਿ ਸਾਡੇ ਅੰਦਰ ਭੂਤਾਂ ਪ੍ਰੇਤਾਂ ਦਾ ਡਰ ਨਾ ਹੋਵੇ, ਪਰ ਪਰਮੇਸ਼ਵਰ ਦਾ ਡਰ ਹੋਵੇ। ਔਰ ਭੂਤਾਂ ਪ੍ਰੇਤਾਂ ਦਾ ਡਰ ਉਦੋਂ ਹੀ ਨਿਕਲਣਾ ਜਦੋਂ ਪਰਮੇਸ਼ਵਰ ਦਾ ਡਰ ਸਾਡੇ ਅੰਦਰ ਆ ਗਿਆ। ਕਿਉਂਕਿ ਦੇਖੋ ਲੋਕੀ ਜਿਹੜੇ ਬਾਬਿਆਂ ਦੇ ਜਾਂਦੇ ਆ, ਜਿਹੜੇ ਤਾਂਤਰਿਕਾਂ ਦੇ ਜਾਂਦੇ ਆ, ਉਹ ਉਥੋਂ ਨਾ ਕੁਛ ਉਹਨਾਂ ਨੇ ਦੇ ਕੇ ਤੋਰ ਦੇਣਾ ਉਹਨਾਂ ਨੂੰ। ਅਰੇ ਉਹਨਾਂ ਨੇ ਜਦੋਂ ਦੇ ਕੇ ਤੋਰ ਦੇਣਾ ਆ ਤੇ ਫਿਰ ਉਹਨਾਂ ਨੇ ਕਹਿਣਾ ਜੀ ਤੁਸੀਂ ਇੰਨੇ ਦਿਨ ਮੀਟ ਨਾ ਖਾਇਓ, ਇੰਨੇ ਦਿਨ ਤੁਸੀਂ ਸ਼ਰਾਬ ਨਾ ਪੀਓ, ਤੁਸੀਂ ਆਹ ਨਾ ਕਰਿਓ, ਤੁਸੀਂ ਉਹ ਨਾ ਕਰਿਓ। ਜਿੰਨੀਆਂ ਬੰਦਿਸ਼ਾਂ ਵੀ ਜੰਮੇ ਵਾਲੇ ਘਰ ਨਹੀਂ ਜਾਣਾ, ਮਰੇ ਵਾਲੇ ਘਰ ਨਹੀਂ ਜਾਣਾ, ਜਿੰਨੀਆਂ ਬੰਦਿਸ਼ਾਂ ਉਹਨਾਂ ਨੇ ਦੱਸਣੀਆਂ ਤੇ ਉਹਨਾਂ ਲੋਕਾਂ ਨੇ ਨਾ ਉਹ ਸਾਰੀਆਂ ਫੋਲੋ ਕਰਨੀਆਂ। ਚਲੋ ਜੀ ਉਹ ਘਰ ਨੂੰ ਆ ਗਏ, ਉਹਨਾਂ ਨੇ ਆਣ ਕੇ ਸਾਰੇ ਟੱਬਰ ਨੂੰ ਜਿਹੜਾ ਆ ਜੀ ਅੱਜ ਤੋਂ ਮੀਟ ਨਹੀਂ ਖਾਣਾ, ਅੱਜ ਤੋਂ ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਆਹ ਨਹੀਂ ਕਰਨਾ, ਫਲਾਨ ਟਮਕਾਨ ਸਾਰੀ ਗੱਲ ਜਿਹੜੀ ਆ ਉਹ ਕਰ ਦੇਣੀ ਆ। ਪਰ ਉਹਨਾਂ ਨੇ ਵਾਕਈ ਉਹਨਾਂ ਨੇ ਵਿਆਹ ਵਾਲੇ ਘਰ ਵੀ ਨਹੀਂ ਜਾਣਾ, ਜੰਮੇ ਵਾਲੇ ਘਰ ਵੀ ਨਹੀਂ ਜਾਣਾ, ਮਰੇ ਵਾਲੇ ਘਰ ਵੀ ਨਹੀਂ ਜਾਣਾ, ਕਿਉਂਕਿ ਉਹਨਾਂ ਨੇ ਲੋਕਾਂ ਜੇ ਉਹਨਾਂ ਦੇ ਨਾਲ ਕੋਈ ਨਾਰਾਜ਼ ਵੀ ਹੋਣ ਲੱਗਾ ਉਹਨਾਂ ਨੇ ਦੱਸਣਾ ਹੈ ਵੀ ਸਾਨੂੰ ਜੀ ਬਾਬੇ ਨੇ ਮਨਾ ਕੀਤਾ ਆ, ਇਹ ਸਾਡੇ ਤੇ ਉਲਟਾ ਪੈ ਸਕਦਾ ਆ। ਇਹ ਨਾ ਹੋਵੇ ਕਿ ਜੇ ਅਸੀਂ ਬਾਬੇ ਦੇ ਆਖੇ ਨਾ ਲੱਗੇ ਇਹ ਸਾਰੀਆਂ ਚੀਜ਼ਾਂ ਸਾਡੇ ਉਲਟ ਪੈ ਜਾਣ। ਤਾਂ ਉਹਨਾਂ ਨੂੰ ਡਰ ਆ ਉਸ ਬਾਬੇ ਦਾ, ਉਸ ਤਾਂਤਰਿਕ ਦਾ, ਉਹਨਾਂ ਨੂੰ ਡਰ ਆ ਕਿ ਇਹ ਚੀਜ਼ਾਂ ਸਾਡੇ ਉਲਟ ਨਾ ਕੰਮ ਕਰ ਦੇਣ। ਪਰ ਜਦੋਂ ਉਹ ਪਰਮੇਸ਼ਵਰ ਨੂੰ ਮੰਨਣਾ ਸ਼ੁਰੂ ਕਰਦੇ ਆ, ਜਦੋਂ ਉਹ ਵਚਨ ਨੂੰ ਸੁਣਨਾ ਸ਼ੁਰੂ ਕਰਦੇ ਜਾਂ ਚਰਚ ਨੂੰ ਜਾਣਾ ਸ਼ੁਰੂ ਕਰਦੇ ਆ, ਤੇ ਫਿਰ ਉਹਨਾਂ ਦੇ ਲੀਡਰਸ ਜਾਂ ਪ੍ਰੇਅਰ ਵਾਰੀਅਰਸ ਜਾਂ ਪਾਸਟਰਸ ਜਿਹੜੇ ਆ ਉਹ ਉਹਨਾਂ ਨੂੰ ਟੀਚ ਕਰਦੇ ਆ ਬਈ ਹੁਣ ਤੁਸੀਂ ਥਾਂ ਤੇ ਜਾ ਕੇ ਜਿਹੜਾ ਆ ਉਹ ਆਪਣਾ ਸਿਰ ਨਹੀਂ ਝੁਕਾਉਣਾ, ਹੁਣ ਤੁਸੀਂ ਥਾਂ ਤੇ ਜਾ ਕੇ ਆਪਣਾ ਮੱਥਾ ਨਹੀਂ ਘਸਾਉਣਾ, ਹੁਣ ਤੁਸੀਂ ਥਾਂ ਤੇ ਜਾ ਕੇ ਚੜਾਵੇ ਨਹੀਂ ਖਾਣੇ, ਹੁਣ ਤੁਸੀਂ ਝੂਠ ਨਹੀਂ ਬੋਲਣਾ, ਹੁਣ ਤੁਸੀਂ ਚੁਗਲੀਆਂ ਨਹੀਂ ਕਰਨੀਆਂ, ਹੁਣ ਤੁਸੀਂ ਜਨਾਹਕਾਰੀਆਂ ਨਹੀਂ ਕਰਨੀਆਂ। ਤਾਂ ਜਦੋਂ ਉਹ ਚੀਜ਼ਾਂ ਨੂੰ ਦੱਸਦੇ ਆ, ਪਰ ਉਹ ਬੰਦਾ ਜਿਹੜਾ ਆ ਉਹ ਘਰ ਨੂੰ ਆਣ ਕੇ ਇੱਕ ਵੀ ਪ੍ਰੇਜ ਆਪਣੇ ਟੱਬਰ ਨੂੰ ਆਣ ਕੇ ਨਹੀਂ ਦੱਸਦਾ ਵੀ ਅੱਜ ਤੋਂ ਆਪਾਂ ਆਹ ਕੰਮ ਨਹੀਂ ਕਰਿਆ ਕਰਨਾ, ਇਹ ਤਾਂ ਬਾਈਬਲ ਦੇ ਵਿੱਚ ਮਨਾ ਕੀਤਾ ਆ। ਸੋ ਉਹਨਾਂ ਨੂੰ ਉਹਨਾਂ ਭੈੜੀਆਂ ਚੀਜ਼ਾਂ ਤੋਂ ਜਿਹੜੀਆਂ ਪਰਮੇਸ਼ਵਰ ਨੇ ਕਰਨ ਤੋਂ ਮਨਾ ਕੀਤੀਆਂ, ਉਹਨਾਂ ਨੂੰ ਉਹਨਾਂ ਤੋਂ ਡਰ ਨਹੀਂ ਲੱਗਦਾ, ਪਰ ਉਹ ਉਹਨਾਂ ਚੀਜ਼ਾਂ ਤੋਂ ਡਰਦੇ ਆ ਜਿਹੜੀਆਂ ਚੀਜ਼ਾਂ ਤੋਂ ਇੱਕ ਤਾਂਤਰਿਕ ਡਰਾਉਂਦਾ ਆ,
ਸੋ ਇਸ ਵੇਲੇ ਇਨਸਾਨ ਆਪਣੀ ਲਾਈਫ ਦੇ ਵਿੱਚ ਪਰਮੇਸ਼ਵਰ ਦੇ ਨਾਲੋਂ ਵੱਡਾ ਜਿਹੜਾ ਰੁਤਬਾ ਆ ਨਾ ਉਹਨੇ ਤਾਂਤਰਿਕਾਂ ਨੂੰ ਦਿੱਤਾ ਹੋਇਆ ਆ, ਇਨਸਾਨ ਨੂੰ ਦਿੱਤਾ ਹੋਇਆ। ਉਹਦਾ ਡਰ ਆ ਕਿ ਜੇ ਮੈਂ ਨਾ ਫੋਲੋ ਕੀਤਾ ਉਸ ਤਰੀਕੇ ਦੇ ਨਾਲ, ਜੇ ਇਸ ਤਰੀਕੇ ਨਾਲ ਤਾਂਤਰਿਕ ਨੇ ਕਿਹਾ ਆ, ਤਾਂ ਇਹ ਚੀਜ਼ ਨੇ ਮੇਰੇ ਉਲਟ ਹੋ ਜਾਣਾ। ਪਰ ਉਹਨੂੰ ਇਸ ਚੀਜ਼ ਦਾ ਡਰ ਨਹੀਂ ਹੈਗਾ ਕਿ ਜੇ ਮੈਂ ਪਰਮੇਸ਼ਵਰ ਦੀ ਕਮਾਂਡਮੈਂਟ ਨੂੰ ਫੋਲੋ ਨਾ ਕੀਤਾ, ਜੇ ਮੈਂ ਪਰਮੇਸ਼ਵਰ ਜੀ ਦੇ ਹੁਕਮ ਨੂੰ ਫੋਲੋ ਨਾ ਕੀਤਾ, ਤੇ ਮੈਨੂੰ ਪਰਮੇਸ਼ਵਰ ਨੇ ਨਰਕ ਦੀ ਅੱਗ ਦੇ ਵਿੱਚ ਜਿਹੜਾ ਆ ਉਹ ਜਾਲਣ ਦੇਣਾ ਹੈ, ਉਹਨੇ ਮੈਨੂੰ ਸਿੱਟ ਦੇਣਾ ਨਰਕ ਦੀ ਅੱਗ ਦੇ ਵਿੱਚ। ਇਸ ਚੀਜ਼ ਦਾ ਡਰ ਨਹੀਂ ਹੈਗਾ। ਸੋ ਵੈਰੀ ਨੇ ਅਕਲ ਦੇ ਉੱਤੇ ਪਰਦਾ ਪਾ ਦਿੱਤਾ ਆ ਮਨੁੱਖ ਦੇ। ਵੈਰੀ ਨੇ ਉਹ ਜਿਹੜਾ ਪਰਮੇਸ਼ਵਰ ਦੇ ਪਾਸੇ ਦਾ ਜਿਹੜੀ ਗੱਲਬਾਤ ਆ ਨਾ, ਵੈਰੀ ਨੇ ਉਸ ਚੀਜ਼ ਦੇ ਉੱਤੇ ਪਰਦਾ ਪਾ ਦਿੱਤਾ ਆ। ਪਰ ਵਚਨ ਦੇ ਵਿੱਚ ਕੀ ਲਿਖਿਆ? ਕਹਿੰਦਾ ਯਹੋਵਾ ਦਾ ਭੈ ਗਿਆਨ ਦਾ ਮੂਲ ਆ, ਜਾਂ ਯਹੋਵਾ ਦਾ ਭੈ ਜਿਹੜਾ ਆ ਉਹ ਬੁੱਧ ਦਾ ਮੁੱਢ ਆ। ਸੋ ਜਿਹੜਾ ਪਰਮੇਸ਼ਵਰ ਦਾ ਡਰ ਆ ਉਹ ਗਿਆਨ ਦਾ ਸਰੋਤ ਆ। ਔਰ ਗਿਆਨ ਕੀ ਆ? ਗਿਆਨ ਦਾ ਦੂਜਾ ਨਾਮ ਚਾਨਣ ਆ। ਕਈ ਵਾਰੀ ਆਪਾਂ ਸੁਣਿਆ ਹੋਊਗਾ ਤੁਸੀਂ ਵੀ, ਕਈ ਵਾਰੀ ਕਹਿ ਦਿੰਦਾ ਇਹਨੂੰ ਬਹੁਤ ਰੱਬ ਨੇ ਚਾਨਣ ਕਰਤਾ, ਇਹਨੂੰ ਤਾਂ ਬੜੀਆਂ ਚੀਜ਼ਾਂ ਦੀ ਲੋੜ ਹੋ ਗਈ ਆ। ਉਹਦਾ ਕੀ ਮਤਲਬ ਹੁੰਦਾ ਕਿ ਇਹਨੂੰ ਬਹੁਤ ਗਿਆਨ ਹੋ ਗਿਆ, ਇਹਨੂੰ ਬਹੁਤ ਸਾਰੀਆਂ ਚੀਜ਼ਾਂ ਬਾਰੇ ਜਿਹੜੀ ਆ ਉਹ ਨੌਲੇਜ ਮਿਲ ਗਈ ਆ। ਸੋ ਇਸ ਤਰੀਕੇ ਦੇ ਨਾਲ ਕਈ ਵਾਰੀ ਆਪਾਂ ਜਿਹੜਾ ਆ ਉਹ ਚਾਨਣ ਜਾਂ ਲੋ ਜਿਹੜਾ ਅੱਖਰ ਆ ਉਹਦਾ ਇਸਤੇਮਾਲ ਕਰਦੇ ਆ। ਸੋ ਇੱਥੋਂ ਸਾਨੂੰ ਪਤਾ ਲੱਗਦਾ ਕਿ ਜਿਹੜਾ ਗਿਆਨ ਆ ਉਹਦਾ ਅਦਰ ਜਿਹੜਾ ਵਰਡ ਆ, ਸੈਕੰਡ ਵਰਡ ਉਹਦਾ ਜਿਹੜਾ ਆ ਉਹ ਚਾਨਣ ਆ। ਅਰੇ ਯਿਸੂ ਮਸੀਹ ਜੀ ਨੇ ਕੀ ਕਿਹਾ? ਉਹਨੇ ਕਿਹਾ ਜਗਤ ਦਾ ਚਾਨਣ ਮੈਂ ਆ, ਜਿਹੜਾ ਮੇਰੇ ਪਿੱਛੇ ਚੱਲੂਗਾ ਉਹ ਹਨੇਰੇ ਵਿੱਚ ਨਹੀਂ ਰਹੂਗਾ, ਉਹ ਨਾਸ਼ ਨਹੀਂ ਹੋਊਗਾ, ਪਰ ਉਹ ਸਦੀਪਕ ਜੀਵਨ ਪਾਊਗਾ। ਸੋ ਜਦੋਂ ਅਸੀਂ ਪਰਮੇਸ਼ਵਰ ਦਾ ਭੈ ਆਪਣੇ ਮਨ ਦੇ ਵਿੱਚ ਲੈ ਲੈਂਦੇ ਆ ਤਾਂ ਪਰਮੇਸ਼ਵਰ ਦਾ ਚਾਨਣ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਆ। ਭਾਵ ਪਰਮੇਸ਼ਵਰ ਦਾ ਗਿਆਨ ਜਿਹੜਾ ਆ ਉਹ ਸਾਡੀ ਜ਼ਿੰਦਗੀ ਦੇ ਵਿੱਚ ਆ ਜਾਂਦਾ ਆ। ਔਰ ਉਹ ਗਿਆਨ ਹੀ ਤਾਂ ਪਰਮੇਸ਼ਵਰ ਆ, ਉਹ ਚਾਨਣ ਹੀ ਤਾਂ ਪਰਮੇਸ਼ਵਰ ਆ। ਔਰ ਉਹ ਚਾਨਣ ਸਾਨੂੰ ਫਿਰ ਨਾਸ਼ ਹੋਣ ਤੋਂ ਬਚਾਉਂਦਾ ਆ। ਜਿੰਨੀ ਦੇਰ ਤੱਕ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਆ, ਫਰਜ਼ ਕਰੋ ਕਿ ਇਹ ਜਿਹੜੀਆਂ ਲਾਈਟਾਂ ਜਗ ਰਹੀਆਂ ਆ, ਜੇ ਅਚਾਨਕ ਇਹ ਬੰਦ ਹੋ ਜਾਣ ਤੇ ਨਾ ਤੁਹਾਨੂੰ ਮੇਰੇ ਪਿੱਛੇ ਜਿਹੜਾ ਟਰੀ ਲੱਗਾ ਆ ਨਾ ਇਹ ਦਿਖਣਾ ਆ, ਨਾ ਤੁਹਾਨੂੰ ਮੈਂ ਦਿਖਣਾ ਆ, ਜਾਂ ਮੈਂ ਹੀ ਇਸ ਹਨੇਰੇ ਦੇ ਵਿੱਚ ਉੱਠ ਕੇ ਜਾਵਾਂ ਤਾਂ ਹੋ ਸਕਦਾ ਕਿ ਮੈਂ ਹੀ ਕਿਸੇ ਚੀਜ਼ ਦੇ ਵਿੱਚ ਫਸ ਕੇ ਡਿੱਗ ਜਾਵਾਂ। ਪਰ ਜਿੰਨੀ ਦੇਰ ਤੱਕ ਲਾਈਟਸ ਆ, ਮੈਨੂੰ ਜਿਹੜੀਆਂ ਸਾਰੀਆਂ ਚੀਜ਼ਾਂ ਆ ਉਹ ਐਨ ਆਪਣੀ ਥਾਂ ਤੇ ਸਹੀ ਪਈਆਂ ਜਿਹੜੀਆਂ ਆ ਉਹ ਨਜ਼ਰ ਆਉਂਦੀਆਂ। ਮੈਂ ਜਿੱਧਰ ਦੀ ਸਹੀ ਰਸਤਾ ਆ ਉਧਰ ਦੀ ਈਜ਼ੀਲੀ ਜਿਹੜੀ ਆ ਉਹ ਨਿਕਲ ਕੇ ਬਾਹਰ ਜਾ ਸਕਦੀ ਆ। ਸੇਮ ਵੇ ਦੇ ਨਾਲ ਜਦੋਂ ਸਾਡੇ ਜੀਵਨ ਦੇ ਵਿੱਚ ਆਤਮਿਕ ਹਨੇਰਾ ਹੁੰਦਾ ਆ, ਔਰ ਆਤਮਿਕ ਹਨੇਰਾ ਵੈਰੀ ਲੈ ਕੇ ਆਉਂਦਾ, ਉਹ ਕਦੋਂ ਆਉਂਦਾ? ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਚਾਨਣ ਨਹੀਂ ਆ ਤਾਂ ਹਨੇਰਾ ਤਾਂ ਹੋਏਗਾ ਹੀ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਡਰ ਨਹੀਂ ਆ, ਕਿਹਦਾ ਡਰ? ਪਰਮੇਸ਼ਵਰ ਦਾ ਡਰ ਨਹੀਂ ਆ, ਤੇ ਉਦੋਂ ਸਾਡੀ ਜ਼ਿੰਦਗੀ ਦੇ ਵਿੱਚ ਹਨੇਰਾ ਹੋਏਗਾ। ਔਰ ਹਨੇਰੇ ਦੇ ਵਿੱਚ ਮਨੁੱਖ ਜ਼ਰੂਰ ਠੋਕਰ ਖਾਊਗਾ, ਹਨੇਰੇ ਵਿੱਚ ਫਸ ਕੇ ਮਨੁੱਖ ਜਿਹੜਾ ਆ ਉਹ ਜ਼ਰੂਰ ਡਿੱਗ ਸਕਦਾ ਆ, ਔਰ ਉਹ ਸੱਟਾਂ ਵੀ ਲਵਾ ਸਕਦਾ ਆ। ਉਹ ਸੱਟਾਂ ਆਤਮਿਕ ਸੱਟਾਂ ਆ, ਉਹ ਸੱਟਾਂ ਜਿਹੜੀਆਂ, ਉਹ ਠੋਕਰਾਂ ਜਿਹੜੀਆਂ ਆ ਉਹ ਜ਼ਿੰਦਗੀ ਦੇ ਵਿੱਚ ਆਉਣ ਵਾਲੀਆਂ ਜਿਹੜੀਆਂ ਸਮੱਸਿਆਵਾਂ ਆ ਨਾ ਉਹ ਠੋਕਰਾਂ ਆ। ਸੋ ਇਸ ਲਈ ਸਾਡੀ ਜ਼ਿੰਦਗੀ ਦੇ ਵਿੱਚ ਚਾਨਣ ਦਾ ਹੋਣਾ ਬਹੁਤ ਜ਼ਰੂਰੀ ਆ। ਜਦੋਂ ਸਾਡੀ ਜ਼ਿੰਦਗੀ ਦੇ ਵਿੱਚ ਆਤਮਿਕ ਚਾਨਣ ਆ ਤੇ ਫਿਰ ਸਾਨੂੰ ਸਮਝ ਆਉਂਦੀ ਆ ਕਿ ਕਿਹੜੀ ਚੀਜ਼ ਸਹੀ ਆ, ਕਿਹੜੀ ਚੀਜ਼ ਗਲਤ ਆ, ਕੀ ਸਾਨੂੰ ਕਰਨਾ ਚਾਹੀਦਾ ਆ, ਕੀ ਸਾਨੂੰ ਨਹੀਂ ਕਰਨਾ ਚਾਹੀਦਾ। ਔਰ ਉਹ ਚਾਨਣ ਆ ਪਰਮੇਸ਼ਵਰ, ਔਰ ਉਹ ਚਾਨਣ ਆ ਪਰਮੇਸ਼ਵਰ ਦਾ ਗਿਆਨ। ਇਸ ਲਈ ਸਾਡੇ ਅੰਦਰ ਪਰਮੇਸ਼ਵਰ ਦਾ ਡਰ ਹੋਣਾ ਚਾਹੀਦਾ ਆ। ਔਰ ਜਿਹੜਾ ਪਰਮੇਸ਼ਵਰ ਦਾ ਡਰ ਆ ਨਾ ਉਹ ਸਾਨੂੰ ਜਿਹੜਾ ਆ ਸਾਨੂੰ ਜੀਣ ਦਾ ਰਾਹ ਦੱਸਦਾ ਆ। ਉਹ ਜਿਹੜਾ ਪਰਮੇਸ਼ਵਰ ਦਾ ਡਰ ਆ, ਪਰਮੇਸ਼ਵਰ ਦੇ ਭੈ ਦੇ ਵਿੱਚ ਹੀ ਜੀਵਨ ਆ। ਪਰਮੇਸ਼ਵਰ ਦਾ ਜਿਹੜਾ ਡਰ ਆ ਉਹ ਸਾਨੂੰ ਸਵਰਗ ਤੱਕ ਲੈ ਕੇ ਜਾਂਦਾ ਆ। ਕਿਉਂਕਿ ਜ਼ਬੂਰਾਂ ਦੀ ਕਿਤਾਬ ਉਹਦਾ 119 ਨੰਬਰ ਅਧਿਆਏ ਤੇ ਉਹਦੀ 120 ਨੰਬਰ ਪੰਕਤੀ ਦੇ ਵਿੱਚ ਏਦਾਂ ਲਿਖਿਆ ਆ, ਕਹਿੰਦਾ ਤੇਰੇ ਭੈ ਦੇ ਮਾਰੇ ਮੇਰਾ ਸਰੀਰ ਕੰਬਦਾ ਹੈ ਅਤੇ ਮੈਂ ਤੇਰਿਆਂ ਨਿਆਵਾਂ ਤੋਂ ਡਰਦਾ ਹਾਂ। ਸੋ ਕਿੰਨਾ ਸੋਹਣਾ ਵਰਡ ਆ। ਕਹਿੰਦਾ ਤੇਰੇ ਭੈ ਦੇ ਮਾਰੇ ਮੇਰਾ ਸਰੀਰ ਜਿਹੜਾ ਆ ਉਹ ਕੰਬਦਾ ਆ ਤੇ ਤੇਰੇ ਨਿਆਵਾਂ ਤੋਂ ਮੈਂ ਡਰਦਾ ਆ। ਇਤੋਂ ਸਾਨੂੰ ਸਮਝ ਲੱਗਦੀ ਆ ਕਿ ਜਿਹੜਾ ਪਰਮੇਸ਼ਵਰ ਆ ਉਹਨੇ ਨਿਆਂ ਕਰਨਾ ਆ, ਸਾਨੂੰ ਉਹਦੇ ਨਿਆਵਾਂ ਤੋਂ ਡਰ ਲੱਗਣਾ ਚਾਹੀਦਾ। ਇੱਥੇ ਰਾਜਾ ਦਾਊਦ ਜਿਹੜਾ ਆ ਉਹ ਪਰਮੇਸ਼ਵਰ ਦੇ ਨਿਆਂ ਤੋਂ ਡਰਦਾ ਆ। ਉਹ ਜਾਣਦਾ ਆ ਪਰਮੇਸ਼ਵਰ ਦੀ ਸਾਮਰਥ ਨੂੰ, ਕਿਉਂਕਿ ਉਹਨੇ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੇ ਕ੍ਰੋਧ ਨੂੰ ਵੀ ਦੇਖਿਆ ਨਾ ਆਪਣੀ ਜ਼ਿੰਦਗੀ 'ਚ ਉਹਨੇ ਪਰਮੇਸ਼ਵਰ ਦੀ ਕਿਰਪਾ ਨੂੰ ਵੀ ਦੇਖਿਆ। ਇਸ ਲਈ ਉਹਦੇ ਕੋਲ ਦੋਵੇਂ ਐਕਸਪੀਰੀਅੰਸ ਆ। ਪਰ ਅੱਜ ਕੱਲ ਲੋਕ ਜਿਹੜਾ ਆ
ਉਹ ਇੱਕੋ ਹੀ ਚੀਜ਼ ਨੂੰ ਲੈ ਕੇ ਤੁਰਦੇ ਆ, ਉਹ ਜਿਹੜੇ ਆ ਉਹ ਪਰਮੇਸ਼ਵਰ ਦੇ ਜਿਹੜੇ ਦੋ ਪਹਿਲੂ ਆ ਉਹਨਾਂ ਨੂੰ ਨਹੀਂ ਅੰਡਰਸਟੈਂਡ ਕਰਦੇ, ਕਿਉਂਕਿ ਉਹਨਾਂ ਨੂੰ ਸਹੀ ਟੀਚਿੰਗ ਨਹੀਂ ਦਿੱਤੀ ਜਾਂਦੀ। ਹਮੇਸ਼ਾ ਉਹਨਾਂ ਨੂੰ ਇੱਕੋ ਹੀ ਚੀਜ਼ ਦੱਸੀ ਜਾਂਦੀ ਆ ਕਿ ਪਰਮੇਸ਼ਵਰ ਜਿਹੜਾ ਆ ਦਿਆਲੂ ਆ, ਸਾਡਾ ਪਰਮੇਸ਼ਵਰ ਬੜਾ ਦਇਆ ਦਾ ਸਾਗਰ ਆ, ਸਾਡਾ ਪਰਮੇਸ਼ਵਰ ਕਿਰਪਾ ਦਾ ਧਨੀ, ਉਹ ਕਿਰਪਾਲੂ ਪਰਮੇਸ਼ਵਰ ਆ, ਔਰ ਉਹ ਸਾਨੂੰ ਬਚਾਉਣ ਵਾਲਾ ਹੈ, ਉਹ ਸਾਡਾ ਪਾਲਣਹਾਰ ਆ, ਉਹ ਸਾਡਾ ਬਖਸ਼ਣਹਾਰ ਆ, ਉਹ ਸਾਡਾ ਰੱਖਿਆ ਕਰਨ ਵਾਲਾ ਪਰਮੇਸ਼ਵਰ ਆ। ਤਾਂ ਮਤਲਬ ਉਹਦੀਆਂ ਸਾਰੀਆਂ ਜਿਹੜੀਆਂ ਆ ਪਿਆਰ ਵਾਲੀਆਂ ਚੀਜ਼ਾਂ ਜਿਹੜੀਆਂ ਉਹੀ ਪ੍ਰਗਟ ਕੀਤੀਆਂ ਜਾਂਦੀਆਂ ਆ। ਪਰ ਚੇਤਾ ਰੱਖੋ, ਸਾਡਾ ਪਰਮੇਸ਼ਵਰ ਇੱਕ ਭਿਆਨਕ ਪਰਮੇਸ਼ਵਰ ਆ, ਸਾਡਾ ਪਰਮੇਸ਼ਵਰ ਇੱਕ ਨਾਸ਼ ਕਰਨ ਵਾਲੀ ਅੱਗ ਆ, ਸਾਡਾ ਪਰਮੇਸ਼ਵਰ ਧਰਤੀ ਦੀਆਂ ਨੀਹਾਂ ਨੂੰ ਹਿਲਾ ਦੇਣ ਵਾਲਾ ਪਰਮੇਸ਼ਵਰ ਆ। ਸਾਡਾ ਪਰਮੇਸ਼ਵਰ ਉਹ ਪਰਮੇਸ਼ਵਰ ਆ ਜਦੋਂ ਉਹ ਗੁੱਸੇ ਦੇ ਵਿੱਚ ਹੁੰਦਾ ਨਾ ਤੇ ਆਕਾਸ਼ ਦੇ ਵਿੱਚ ਬਿਜਲੀਆਂ ਲਿਸ਼ਕਦੀਆਂ ਆ, ਔਰ ਜਦੋਂ ਉਹਨੂੰ ਗੁੱਸਾ ਆਉਂਦਾ ਹੈ ਨਾ ਤੇ ਉਹ ਸਮੁੰਦਰਾਂ ਨੂੰ ਵੀ ਕਹਿੰਦਾ ਆਪਣੀਆਂ ਹੱਦਾਂ ਨੂੰ ਕ੍ਰਾਸ ਕਰ ਜਾਓ ਔਰ ਲੈ ਜਾਓ, ਇਹਨਾਂ ਸ਼ਹਿਰਾਂ ਨੂੰ ਵੈਕਿਊਮ ਕਰ ਦਿਓ। ਉਹ ਪਰਮੇਸ਼ਵਰ ਸਾਡਾ ਪਰਮੇਸ਼ਵਰ ਆ। ਇਸ ਗੱਲ ਨੂੰ ਵੀ ਮਤ ਭੁੱਲੋ ਕਿ ਜਿਹੜਾ ਪਰਮੇਸ਼ਵਰ ਬਚਾਉਣ ਦੀ ਤਾਕਤ ਰੱਖਦਾ ਨਾ, ਉਹ ਨਾਸ਼ ਕਰਨ ਦੀ ਵੀ ਜਿਹੜੀ ਆਗਿਆ ਨਾ ਉਹਨੂੰ ਵੀ ਉਹ ਰੱਖਦਾ। ਕਿ ਉਹਨੇ ਲਿਖਿਆ, ਕਹਿੰਦਾ ਮੈਂ ਹਨੇਰੇ ਦਾ ਕਰਤਾਰ ਤੇ ਚਾਨਣ ਦਾ ਸਿਰਜਣਹਾਰ ਆ। ਸੋ ਜਿਹੜੀਆਂ ਸਟ੍ਰਿਕਟਨੈਸ ਵਾਲੀਆਂ ਚੀਜ਼ਾਂ ਆ, ਜਿਹੜੀਆਂ ਉਹ ਚੀਜ਼ਾਂ ਖਤਰਨਾਕ ਤੇ ਭਿਆਨਕ ਚੀਜ਼ਾਂ ਆ, ਉਹ ਕਹਿੰਦਾ ਉਹ ਵੀ ਚੀਜ਼ਾਂ ਨੂੰ ਮੈਂ ਹੀ ਕਰਦਾ ਆ। ਔਰ ਉਹ ਜਿਹੜੀਆਂ ਚੀਜ਼ਾਂ ਤੁਹਾਨੂੰ ਸੌਫਟਨੈਸ ਪਰਮੇਸ਼ਵਰ ਦੀ ਨਜ਼ਰ ਆਉਂਦੀ ਆ ਨਾ, ਉਹ ਵੀ ਚੀਜ਼ਾਂ ਉਹਦੇ ਵਸ ਦੇ ਵਿੱਚ ਆ। ਸੋ ਮਿੱਠੀਆਂ ਚੀਜ਼ਾਂ ਨੂੰ ਹੀ ਲੈ ਕੇ ਨਾ ਤੁਰੋ ਕਿ ਹਾਂਜੀ ਜੀ ਅਸੀਂ ਜੋ ਮਰਜ਼ੀ ਗਲਤੀਆਂ ਕਰੀ ਜਾਈਏ, ਪਰਮੇਸ਼ਵਰ ਜੀ ਤਾਂ ਬੜੇ ਦਿਆਲੂ ਆ, ਪਰਮੇਸ਼ਵਰ ਜੀ ਤਾਂ ਬੜੇ ਕਿਰਪਾਲੂ ਆ, ਤੇ ਪਰਮੇਸ਼ਵਰ ਨੇ ਸਾਨੂੰ ਬਚਾ ਹੀ ਲੈਣਾ ਆ। ਜਦੋਂ ਅਸੀਂ ਗਲਤੀ ਕਰਕੇ ਤੇ ਆਪਾਂ ਫੇਰ ਕਹਿ ਦੇਣਾ ਵੀ ਚਲੋ ਜੀ ਪ੍ਰਭੂ ਜੀ ਗਲਤੀ ਹੋ ਗਈ, ਮਾਫ ਕਰ ਦਿਓ। ਤਾਂ ਪ੍ਰਭੂ ਭੋਲਾ ਆ, ਪ੍ਰਭੂ ਭੋਲਾ ਆ। ਤੁਸੀਂ ਪ੍ਰਭੂ ਨੂੰ ਪਾਗਲ ਨਾ ਸਮਝੋ, ਪ੍ਰਭੂ ਭੋਲਾ ਆ। ਪ੍ਰਭੂ ਬੁੱਧ ਦੇ ਖਜ਼ਾਨੇ ਜਿਹੜੇ ਆ ਨਾ ਪ੍ਰਭੂ ਦੇ ਵਿੱਚੋਂ ਨਿਕਲਦੇ ਆ। ਤੁਸੀਂ ਪ੍ਰਭੂ ਜੀ ਨੂੰ ਧੋਖਾ ਨਹੀਂ ਦੇ ਸਕਦੇ, ਤੁਸੀਂ ਪ੍ਰਭੂ ਦੇ ਨਾਲ ਹੇਰਾ ਫੇਰੀ ਨਹੀਂ ਕਰ ਸਕਦੇ। ਤੁਸੀਂ ਪਰਮੇਸ਼ਵਰ ਨੂੰ ਜਿਹੜਾ ਆ ਤੁਸੀਂ ਆਪਣੀ ਚਤਰਾਈ ਦੇ ਨਾਲ ਪਰਮੇਸ਼ਵਰ ਦੇ ਅੱਗੇ ਤੁਸੀਂ ਚਲਾਕ ਨਹੀਂ ਠਹਿਰ ਸਕਦੇ, ਕਿਉਂਕਿ ਜਿਹੜੇ ਬੁੱਧ ਦੇ ਖਜ਼ਾਨੇ ਆ ਉਹ ਪਰਮੇਸ਼ਵਰ ਦੇ ਵਿੱਚੋਂ ਨਿਕਲਦੇ ਆ। ਔਰ ਵਚਨ ਦੇ ਵਿੱਚ ਤਾਂ ਹੀ ਲਿਖਿਆ, ਕਹਿੰਦਾ ਮਨੁੱਖ ਆਪਣੇ ਆਪ ਨੂੰ ਹੀ ਸਿਰਫ ਅਕਲ ਵਾਲਾ ਸਮਝਦਾ, ਪਰ ਉਹ ਕਹਿੰਦਾ ਤੂੰ ਆਪਣੀ ਹੀ ਬੁੱਧ ਦੇ ਉੱਤੇ ਭਰੋਸਾ ਨਾ ਰੱਖ। ਤੂੰ ਇਹ ਨਾ ਸੋਚ ਕਿ ਤੂੰ ਜਿੰਨੀਆਂ ਮਰਜ਼ੀ ਗਲਤੀਆਂ ਕਰਕੇ ਤੇ ਫਿਰ ਤੂੰ ਕਹੇਗਾ ਕਿ ਪ੍ਰਭੂ ਮੈਨੂੰ ਮਾਫ ਕਰ ਦੇ। ਨਹੀਂ, ਏਦਾਂ ਨਹੀਂ ਹੋਣਾ। ਬਹੁਤ ਉਹਨੇ ਤੁਹਾਨੂੰ ਟਾਈਮ ਦੇ ਛੱਡਿਆ ਕਿ ਜਿੰਨੀਆਂ ਮਰਜ਼ੀ ਉਹਨੇ ਕਰ ਲੀਆਂ, ਪਰ ਜਦੋਂ ਉਹਨੂੰ ਲੱਗਾ ਕਿ ਬਸ ਇਹਨਾਂ ਫੇਸ ਤੋਂ ਵੱਧ ਨਹੀਂ ਮੈਂ ਤੁਹਾਡੀਆਂ ਗਲਤੀਆਂ ਟੋਲਰੇਟ ਕਰ ਸਕਦਾ, ਉਦੋਂ ਉਹਨੇ ਤੁਹਾਨੂੰ ਚੁਣ ਲਿਆ, ਦੁਨੀਆ ਚੋਂ ਵੱਖਰੇ ਕਰ ਲਿਆ। ਔਰ ਉਹਨੇ ਤੁਹਾਨੂੰ ਇੱਕ ਮੌਕਾ ਦਿੱਤਾ ਕਿ ਆਪਣੀਆਂ ਗਲਤੀਆਂ ਦੀ ਮਾਫੀ ਮੰਗੋ। ਉਹਨੇ ਤੁਹਾਨੂੰ ਮੌਕਾ ਦਿੱਤਾ ਕਿ ਆਪਣਾ ਰਿਸ਼ਤਾ ਪਰਮੇਸ਼ਵਰ ਦੇ ਨਾਲ ਸਹੀ ਕਰੋ। ਔਰ ਫਿਰ ਜਦੋਂ ਤੁਸੀਂ ਪਰਮੇਸ਼ਵਰ ਦੇ ਨਾਲ ਆਪਣਾ ਰਿਸ਼ਤਾ ਸਹੀ ਕਰ ਲਿਆ, ਜਦੋਂ ਤੁਸੀਂ ਪਰਮੇਸ਼ਵਰ ਦੇ ਅੱਗੇ ਆਪਣੀਆਂ ਗਲਤੀਆਂ ਨੂੰ ਜਿਹੜਾ ਹੈ ਅੰਗੀਕਾਰ ਕਰ ਲਿਆ, ਤੁਸੀਂ ਬਪਤਿਸਮਾ ਲੈ ਲਿਆ, ਤੁਸੀਂ ਮੰਨ ਲਿਆ ਮੈਂ ਗੁਨਾਹਗਾਰ ਆ, ਉਹਦੇ ਬਾਅਦ ਵਿੱਚ ਫਿਰ ਤੁਸੀਂ ਗਲਤੀਆਂ ਕਰਦੇ ਆ। ਹਾਂਜੀ, ਅਣਜਾਣ ਪੁਣੇ ਦੇ ਵਿੱਚ ਕੋਈ ਹੋਗੀ ਜਿਹਦੇ ਬਾਰੇ ਤੁਹਾਨੂੰ ਨੌਲੇਜ ਨਹੀਂ ਸੀ, ਹੋ ਸਕਦਾ ਉਹਦਾ ਐਕਸਕਿਊਜ਼ ਹੋਏ, ਪਰ ਜਿਹੜੀ ਤੁਸੀਂ ਜਾਣ ਬੁੱਝ ਕੇ ਕੀਤੀ, ਇਹ ਸੋਚ ਕੇ ਕੀਤੀ ਕਿ ਇਸ ਵਾਰੀ ਕਰ ਲੈਣਾ, ਕੋਈ ਨਹੀਂ ਪ੍ਰਭੂ ਬਹੁਤ ਕਿਰਪਾਲੂ ਆ, ਚੇਤੇ ਰੱਖਿਓ ਇਹੋ ਜੀ ਕੋਈ ਗਲਤੀ ਤੁਹਾਨੂੰ ਮਾਫ ਨਹੀਂ ਹੋਣੀ। ਜਿਹੜੀ ਤੁਸੀਂ ਜਾਣ ਬੁੱਝ ਕੇ ਕਰੋਗੇ ਉਹ ਤੁਹਾਨੂੰ ਬਿਲਕੁਲ ਮਾਫ ਨਹੀਂ ਹੋਣੀ। ਉਦੋਂ ਤੱਕ ਮਾਫ ਸੀ ਜਦੋਂ ਤੱਕ ਤੁਸੀਂ ਨਹੀਂ ਜਾਣਦੇ ਸੀ ਕਿ ਪ੍ਰਭੂ ਦੀ ਇੱਛਾ ਤੁਹਾਡੇ ਜੀਵਨ ਦੇ ਵਿੱਚ ਕੀ ਆ, ਪ੍ਰਭੂ ਜੀ ਤੁਹਾਤੋਂ ਚਾਹੁੰਦੇ ਕੀ ਆ। ਉਦੋਂ ਤੱਕ ਸਾਰੇ ਐਕਸਕਿਊਜ਼ ਚੱਲਦੇ ਸੀ, ਪਰ ਹੁਣ ਤੁਹਾਨੂੰ ਪਤਾ ਲੱਗ ਗਿਆ ਆ, ਹੁਣ ਉਹ ਸਾਰੇ ਐਕਸਕਿਊਜ਼ ਜਿਹੜੇ ਆ ਉਹ ਖਤਮ ਹੋ ਗਏ ਆ। ਹੁਣ ਸਜ਼ਾ ਦਾ ਹੁਕਮ ਜਿਹੜਾ ਆ ਉਹ ਸ਼ੁਰੂ ਆ। ਉਹਨੇ ਤੁਹਾਡੇ ਲਈ ਇੱਕ ਵੱਖਰੀ ਡਾਇਰੀ ਲੱਗੀ ਆ। ਤੁਸੀਂ ਕੀ ਬੋਲਦੇ ਆ, ਤੁਸੀਂ ਕਿੱਦਾਂ ਲਿਖਦੇ ਆ, ਤੁਸੀਂ ਕਿੱਦਾਂ ਚੱਲਦੇ ਆ, ਤੁਸੀਂ ਕੀ ਸੋਚ ਰਹੇ ਹੋ, ਸਾਰਾ ਬਾਇਓਡਾਟਾ ਜਿਹੜਾ ਆ ਨਾ ਉਸ ਡਾਇਰੀ ਦੇ ਉੱਤੇ ਜਿਹੜਾ ਆ ਉਹ ਤੁਹਾਡੇ ਲਈ ਲਿਖਿਆ ਜਾ ਰਿਹਾ ਆ। ਈਵਨ ਸਾਡੇ ਲਈ ਲਿਖਿਆ ਜਾ ਰਿਹਾ ਆ। ਔਰ ਉਹ ਜਿਹੜਾ ਜਿੰਨਾ ਡਾਟਾ ਆ ਨਾ, ਸਾਰਾ ਉਸੇ ਹੀ ਡਾਟੇ ਨੇ ਜਿਹੜਾ ਆ ਉਹ ਸਾਡਾ ਹਿਸਾਬ ਕਿਤਾਬ ਜਿਹੜਾ ਆ ਉਹ ਪੂਰਾ ਕਰਵਾਉਣਾ ਆ ਉਦੋਂ ਜਦੋਂ ਅਸੀਂ ਨਿਆਂ ਦੇ ਦਿਨ ਪਰਮੇਸ਼ਰ ਦੀ ਹਜ਼ੂਰੀ ਦੇ ਵਿੱਚ ਹੋਣਾ ਆ। ਸੋ ਸਾਨੂੰ ਇਸ ਚੀਜ਼ ਦੀ ਜਿਹੜੀ ਆ ਖਬਰ ਰੱਖਣੀ ਹਰ ਵੇਲੇ ਜ਼ਰੂਰੀ ਆ ਕਿ ਸਾਡਾ ਪਰਮੇਸ਼ਵਰ ਭਿਆਨਕ ਪਰਮੇਸ਼ਵਰ ਆ। ਸਾਡਾ ਪਰਮੇਸ਼ਵਰ ਨਾਸ਼ ਕਰਨ ਦੀ ਅੱਗ ਰੱਖਦਾ ਆ। ਸਾਡਾ ਪਰਮੇਸ਼ਵਰ ਅਣਖੀ ਪਰਮੇਸ਼ਵਰ ਆ। ਉਹ ਕੋਈ ਵੀ ਇਹੋ ਜਿਹਾ ਕੰਮ ਬਰਦਾਸ਼ਤ ਨਹੀਂ ਕਰਦਾ ਜਿਹੜਾ ਕੰਮ ਪਰਮੇਸ਼ਵਰ ਦੀ ਮਹਿਮਾ ਨੂੰ ਖਰਾਬ ਕਰੇ। ਉਹ ਇਹੋ ਜਿਹੇ ਕਿਸੇ ਵੀ ਕੰਮ ਦੇ ਵਿੱਚ ਸਾਨੂੰ ਮਾਫ ਨਹੀਂ ਕਰੇਗਾ। ਬੇਸ਼ੱਕ ਉਹ ਸਾਨੂੰ ਰੋਜ਼ ਖਾਣ ਲਈ ਦਿੰਦਾ, ਬੇਸ਼ੱਕ ਉਹ ਰੋਜ਼ ਸਾਨੂੰ ਜੀਣ ਦੇ ਲਈ ਸਾਹ ਦਿੰਦਾ, ਬੇਸ਼ੱਕ ਉਹਨੇ ਸਾਨੂੰ ਧੀਆਂ ਪੁੱਤਰ ਦਿੱਤੇ, ਬੇਸ਼ੱਕ ਉਹਨੇ ਸਾਨੂੰ ਧਨ ਦੌਲਤ ਦਿੱਤਾ, ਪਰ ਇਹਦਾ ਮਤਲਬ ਇਹ ਨਹੀਂ ਕਿ ਤੁਸੀਂ ਸੋਚੋ ਕਿ ਮੈਂ ਬੜਾ ਚੰਗਾ ਆ, ਸ਼ਾਇਦ ਮੇਰੇ ਉੱਤੇ ਪ੍ਰਭੂ ਤਾਂ ਰੀਝਵਾਨ ਆ ਤਾਂ ਮੈਨੂੰ ਪ੍ਰਭੂ ਜੀ ਦੇਈ ਜਾ ਰਹੇ। ਨਹੀਂ, ਇਸ ਗੱਲ ਦਾ ਚੇਤਾ ਭੁੱਲ ਜਾਓ। ਪ੍ਰਭੂ ਤੁਹਾਡੇ ਉੱਤੇ ਤਾਂ ਹੀ ਰੀਝਵਾਨ ਆ ਜੇ ਤੁਹਾਡੇ ਅੰਦਰ ਪਰਮੇਸ਼ਵਰ ਦਾ ਜਿਹੜਾ ਆ ਉਹ ਭੈ ਆ।
ਔਰ ਵਚਨ ਦੇ ਵਿੱਚ ਆਪਾਂ ਕੀ ਪੜਿਆ, ਕਹਿੰਦਾ ਤੇਰੇ ਭੈ ਦੇ ਮਾਰੇ ਮੇਰਾ ਸਰੀਰ ਕੰਬਦਾ ਆ ਅਤੇ ਮੈਂ ਤੇਰੇ ਨਿਆਵਾਂ ਤੋਂ ਡਰਦਾ ਆ। ਸੋ ਕਿੰਗ ਡੇਵਿਡ ਕੀ ਕਹਿੰਦਾ ਹੈ, ਰਾਜਾ ਦਾਊਦ ਕੀ ਕਹਿੰਦਾ, ਕਹਿੰਦਾ ਤੇਰੇ ਭੈ ਦੇ ਮਾਰੇ ਮੇਰਾ ਸਰੀਰ ਕੰਬਦਾ ਆ। ਜਦੋਂ ਕਹਿੰਦਾ ਮੈਂ ਸੋਚਦਾ ਆ ਕਿ ਤੈਂ ਮੇਰਾ ਨਿਆਂ ਕਰਨਾ ਆ, ਕਹਿੰਦਾ ਮੈਂ ਸਿਰ ਤੋਂ ਪੈਰਾਂ ਤੱਕ ਕੰਬ ਜਾਂਦਾ ਆ। ਆਪਣੇ ਚੋਂ ਕਿਹੜਾ ਆ ਜਿਹੜਾ ਏਦਾਂ ਕੰਬਦਾ ਹੋਏ? ਹੈਗਾ ਕੋਈ ਇਹੋ ਜਿਹਾ? ਕੋਈ ਨਹੀਂ, ਇੱਕ ਵੀ ਨਹੀਂ। ਤਾਂ ਨਹੀਂ ਕੰਬਦਾ ਕਿਉਂਕਿ ਸਾਨੂੰ ਡਰ ਹੀ ਨਹੀਂ ਲੱਗਦਾ। ਅਸੀਂ ਪ੍ਰਾਰਥਨਾ ਕਿਉਂ ਨਹੀਂ ਕਰਦੇ? ਕਿਉਂਕਿ ਸਾਡੇ ਅੰਦਰ ਪਰਮੇਸ਼ਵਰ ਦਾ ਡਰ ਹੀ ਹੈ ਨਹੀਂ। ਅਸੀਂ ਚੰਗੇ ਕੰਮ ਕਿਉਂ ਨਹੀਂ ਕਰਦੇ? ਕਿਉਂਕਿ ਸਾਡੇ ਅੰਦਰ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਸਾਨੂੰ ਪਾਪ ਕਰਨ ਲੱਗਿਆਂ ਭੈ ਨਹੀਂ ਆਉਂਦਾ? ਕਿਉਂਕਿ ਸਾਡੇ ਅੰਦਰ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਅਸੀਂ ਗਲਤੀ ਤੇ ਗਲਤੀ ਕਰੀ ਜਾਂਦੇ ਆ? ਕਿਉਂਕਿ ਸਾਡੇ ਅੰਦਰ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਅਸੀਂ ਦੂਜੇ ਦਾ ਲਿਹਾਜ਼ ਨਹੀਂ ਕਰਦੇ? ਕਿਉਂਕਿ ਸਾਡੇ ਅੰਦਰ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਅਸੀਂ ਗਲਤ ਚੀਜ਼ਾਂ ਬੋਲਦੇ ਆ? ਕਿਉਂਕਿ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਅਸੀਂ ਗਲਤ ਚੀਜ਼ਾਂ ਦੇਖਦੇ ਆ? ਕਿਉਂਕਿ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਅਸੀਂ ਸਮੇਂ ਨੂੰ ਬਰਬਾਦ ਕਰ ਰਹੇ ਹਾਂ? ਕਿਉਂਕਿ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਅਸੀਂ ਲਾਲਚ ਦੇ ਵੱਸ ਪਏ? ਕਿਉਂਕਿ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਅਸੀਂ ਆਪਣੇ ਗੁਆਂਢੀ ਦਾ ਭਲਾ ਨਹੀਂ ਸੋਚਦੇ? ਕਿਉਂਕਿ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਅਸੀਂ ਆਪਣੇ ਰਿਸ਼ਤੇਦਾਰਾਂ ਦੇ ਲਈ ਗਲਤ ਚੀਜ਼ਾਂ ਬੋਲਦੇ ਤੇ ਸੋਚਦੇ ਆ? ਕਿਉਂਕਿ ਪਰਮੇਸ਼ਵਰ ਦਾ ਡਰ ਹੈ ਨਹੀਂ। ਕਿਉਂ ਅਸੀਂ ਆਪਣੇ ਬੱਚਿਆਂ ਨੂੰ ਪਰਮੇਸ਼ਵਰ ਦੀ ਮਹਿਮਾ ਕਰਨਾ ਨਹੀਂ ਸਿਖਾਉਂਦੇ? ਕਿਉਂਕਿ ਪਰਮੇਸ਼ਵਰ ਦਾ ਡਰ ਹੈ ਨਹੀਂ। ਇਹ ਸਾਰੀਆਂ ਚੀਜ਼ਾਂ ਪ੍ਰੂਵ ਕਰਦੀਆਂ ਕਿ ਸਾਡੇ ਅੰਦਰ ਪਰਮੇਸ਼ਵਰ ਦਾ ਡਰ ਹੈ ਨਹੀਂ। ਜਿਹੜੇ ਲੋਕ ਪਰਮੇਸ਼ਵਰ ਦਾ ਡਰ ਰੱਖਦੇ ਆ ਸੋ ਉਹ ਸੋਚ ਕੇ ਕੰਬ ਜਾਂਦੇ ਆ। ਕਿਸ ਤਰੀਕੇ ਦੇ ਨਾਲ? ਜੇ ਪਰਮੇਸ਼ਵਰ ਦਾ ਡਰ ਸਾਡੇ ਅੰਦਰ ਹੋਵੇ ਫੇਰ ਸਾਨੂੰ ਹੇਰਾਫੇਰੀ ਨਹੀਂ ਸਾਥੋਂ ਕਰ ਹੋਣੀ। ਫੇਰ ਸਾਨੂੰ ਡਰ ਲੱਗਣਾ ਆ ਹੇਰਾਫੇਰੀ ਕਰਨ ਲੱਗਿਆ ਵੀ ਜੇ ਹੇਰਾਫੇਰੀ ਮੈਂ ਕੀਤੀ ਇਹ ਤਾਂ ਪਰਮੇਸ਼ਵਰ ਨੂੰ ਪਸੰਦ ਨਹੀਂ ਆਉਣੀ, ਇਸ ਚੀਜ਼ ਨੇ ਤਾਂ ਮੈਨੂੰ ਨਰਕ ਦੀ ਅੱਗ ਦੇ ਵਿੱਚ ਸੁੱਟ ਦੇਣਾ। ਫੇਰ ਸਾਨੂੰ ਡਰ ਲੱਗਣਾ ਆ, ਫੇਰ ਅਸੀਂ ਉਹ ਹੇਰਾਫੇਰੀ ਨਹੀਂ ਕਰਨੀ। ਫੇਰ ਜੇ ਅਸੀਂ ਜਨਾਹਕਾਰੀ ਕਰਨ ਲੱਗਣਾ ਫੇਰ ਵੀ ਸਾਨੂੰ ਡਰ ਲੱਗਣਾ ਆ, ਨਹੀਂ ਮੇਰਾ ਪ੍ਰਭੂ ਮੈਨੂੰ ਦੇਖਦਾ ਆ। ਜੇ ਉਹਨੇ ਮੈਨੂੰ ਏਦਾਂ ਗਲਤ ਅਵਸਥਾ ਦੇ ਵਿੱਚ ਦੇਖਿਆ, ਜੇ ਉਹਨੇ ਮੈਨੂੰ ਜਨਾਹਕਾਰੀ ਦੇ ਵਿੱਚ ਦੇਖਿਆ, ਉਹਨੇ ਮੈਨੂੰ ਆਪਣੇ ਨਾਲੋਂ ਦੂਰ ਕਰ ਦੇਣਾ ਆ। ਜੇ ਮੈਂ ਉਹਦੇ ਨਾਲੋਂ ਦੂਰ ਹੋ ਗਿਆ ਉਹਨੇ ਮੈਨੂੰ ਨਰਕ ਦੀ ਅੱਗ ਦੇ ਵਿੱਚ ਸਿੱਟ ਦੇਣਾ ਆ। ਫੇਰ ਮੈਨੂੰ ਕੋਈ ਬਚਾ ਨਹੀਂ ਸਕਦਾ। ਫੇਰ ਜਿਹੜੇ ਡਰਦੇ ਆ ਉਹ ਜਨਾਹਕਾਰੀ ਨਹੀਂ ਕਰ ਸਕਣਗੇ, ਉਹ ਹੇਰਾਫੇਰੀਆਂ ਨਹੀਂ ਕਰ ਸਕਣਗੇ। ਜੇ ਫਰਜ਼ ਕਰ ਲਓ ਤੁਹਾਡੇ ਲਾਗੇ ਡਾਲਰਾਂ ਦਾ ਭਰਿਆ ਬੈਗ ਵੀ ਪਿਆ ਹੋਵੇ ਪਰ ਉਹਦਾ ਮਾਲਕ ਨਾ ਹੋਵੇ ਕੋਲ, ਜਾਂ ਤੁਹਾਨੂੰ ਰਾਹ ਦੇ ਵਿੱਚ ਵੀ ਲੱਖਾਂ ਦਾ ਅਮਾਉਂਟ ਪਈ ਹੋਈ ਇੱਕ ਝੋਲਾ ਲੱਭ ਜੇ ਪਰ ਤੁਹਾਨੂੰ ਉਹਦਾ ਕੋਈ ਵਾਲੀ ਵਾਰਿਸ ਨਾ ਹੋਵੇ, ਤੁਸੀਂ ਉਹਨੂੰ ਖਰਚ ਨਹੀਂ ਸਕਣਾ। ਜੇ ਤੁਹਾਡੇ ਅੰਦਰ ਪਰਮੇਸ਼ਵਰ ਦਾ ਭੈ ਹੋਇਆ, ਤੁਹਾਡੇ ਅੰਦਰ ਅਗਰ ਪਰਮੇਸ਼ਵਰ ਦਾ ਭੈ ਹੈ ਨਾ, ਉਸ ਭੈ ਨੇ ਤੁਹਾਡੇ ਅੰਦਰੋਂ ਬੋਲਣਾ, ਕਹਿਣਾ ਜਾ ਇਹਨੂੰ ਜਾ ਕੇ ਕਿਸੇ ਜਿਹੜਾ ਆ ਉਹ ਮਾਤਵਰ ਬੰਦੇ ਦੇ ਕੋਲ ਲੈ ਕੇ ਜਾ ਔਰ ਉਹਨੂੰ ਜਾ ਕੇ ਦੱਸ ਕਿ ਇਹ ਤੈਨੂੰ ਜਿਹੜਾ ਆ ਇਹ ਲਾਵਾਰਸ ਮਿਲਿਆ ਆ, ਇਹਦਾ ਜਿਹੜਾ ਵਾਰਿਸ ਆ ਉਹਨੂੰ ਕਿਸੇ ਤਰੀਕੇ ਨਾਲ ਲੱਭੋ। ਪਤਾ ਨਹੀਂ ਹੈ ਕਿਹਦੀ ਖੂਨ ਪਸੀਨੇ ਦੀ ਕਮਾਈ ਹੋਣੀ ਆ। ਪਰ ਜੇ ਪਰਮੇਸ਼ਵਰ ਦਾ ਭੈ ਨਹੀਂ ਹੋਇਆ ਫੇਰ ਚੁੱਪ ਕਰਕੇ ਰੱਖ ਲੈਣਾ। ਫੇਰ ਉਸ ਵੇਲੇ ਪਤਾ ਜਿਹੜੇ ਲੋਕੀ ਰੱਬ ਦਾ ਭੈ ਨਹੀਂ ਮੰਨਦੇ ਤਾਂ ਫੇਰ ਉਹ ਏਦਾਂ ਰੱਖ ਕੇ ਕਹਿਣਗੇ, ਫੇਰ ਉਸ ਵੇਲੇ ਕਹਿਣਗੇ ਰੱਬਾ ਤੇਰਾ ਬਹੁਤ ਧੰਨਵਾਦ। ਉਸ ਵੇਲੇ ਉਸ ਚੀਜ਼ ਦੇ ਲਈ ਉਦੋਂ ਧੰਨਵਾਦ ਕਹਿਣਗੇ ਜਿਹਦੇ ਲਈ ਉਹਨਾਂ ਨੇ ਕੋਈ ਮਿਹਨਤ ਨਹੀਂ ਕੀਤੀ। ਪਰ ਜਦੋਂ ਉਹ ਮਿਹਨਤ ਕਰਕੇ ਕਮਾਉਂਦੇ ਉਸ ਚੀਜ਼ ਦੇ ਲਈ ਉਹ ਧੰਨਵਾਦ ਨਹੀਂ ਕਹਿੰਦੇ, ਉਦੋਂ ਕਹਿੰਦੇ ਮੈਂ ਮਿਹਨਤ ਕੀਤੀ ਆ। ਔਰ ਜਦੋਂ ਫੇਰ ਉਹਨਾਂ ਨੂੰ ਬਿਨਾਂ ਮਿਹਨਤ ਦੇ ਜਿਹੜੀ ਚੀਜ਼ ਮਿਲਦੀ ਆ ਉਹਦੇ ਲਈ ਉਹ ਕਹਿੰਦੇ ਰੱਬਾ ਤੇਰਾ ਧੰਨਵਾਦ। ਪਰ ਚੇਤੇ ਰੱਖਿਓ ਬਿਨਾਂ ਮਿਹਨਤ ਦੇ ਤੁਹਾਨੂੰ ਸ਼ੈਤਾਨ ਨੇ ਦੇਣਾ ਆ ਸਾਰਾ ਕੁਝ। ਰੱਬ ਜੋ ਵੀ ਦਿੰਦਾ ਆ ਉਹ ਮਿਹਨਤ ਦੀ ਕਮਾਈ ਦਾ ਹੀ ਦਿੰਦਾ ਆ। ਇਸ ਗੱਲ ਨੂੰ ਲਿਖ ਲਓ ਤੁਸੀਂ। ਜੋ ਕੁਝ ਤੁਹਾਨੂੰ ਬਿਨਾਂ ਮਿਹਨਤ ਦੇ ਮਿਲਦਾ ਹੈ ਨਾ ਉਹ ਤੁਹਾਨੂੰ ਵੈਰੀ ਦੇ ਵੱਲੋਂ ਮਿਲਦਾ ਆ। ਜੋ ਤੁਹਾਨੂੰ ਮਿਹਨਤ ਦਾ ਮਿਲਦਾ ਆ ਉਹ ਤੁਹਾਨੂੰ ਪਰਮੇਸ਼ਵਰ ਦੇ ਵੱਲੋਂ ਮਿਲਦਾ ਆ। ਕਿੱਦਾਂ ਸਾਨੂੰ ਕਨਫਰਮ ਹੁੰਦਾ ਆ? ਕਿਉਂਕਿ ਪਹਿਲਾਂ ਤਾਂ ਦੇਖੋ, ਪਹਿਲਾਂ ਤਾਂ ਵਚਨ ਦੇ ਵਿੱਚ ਲਿਖਿਆ 6 ਦਿਨ ਕੰਮ ਕਰ ਤੇ 7ਵੇਂ ਦਿਨ ਨੂੰ ਪਵਿੱਤਰ ਜਾਣ ਕੇ ਮੇਰੀ ਹਜ਼ੂਰੀ ਦੇ ਵਿੱਚ ਆ। ਠੀਕ ਹੈ, 6 ਦਿਨ ਕੰਮ ਕਰਨ ਨੂੰ ਕਹਿੰਦਾ ਵੀ ਤੇਰੇ ਹੱਥਾਂ ਦੇ ਕੰਮਾਂ ਉੱਤੇ ਮੈਂ ਬਰਕਤ ਪਾਉਂਗਾ, ਸੋ ਉਸ ਕਮਾਈ ਦਾ ਖਾ। ਫਿਰ ਜਦੋਂ ਅਸੀਂ ਫਿਰ ਉਹ ਸਾਨੂੰ ਸਪਿਰਿਚੁਅਲ ਮਿਹਨਤ ਕਰਨ ਨੂੰ ਵੀ ਕਹਿੰਦਾ ਆ, ਕਹਿੰਦਾ ਪ੍ਰਾਰਥਨਾ ਕਰਕੇ ਮੇਰਾ ਨਾਮ ਲੈ ਕੇ ਜੋ ਕੁਝ ਪਰਮੇਸ਼ਵਰ ਦੇ ਪਿਤਾ ਦੇ ਕੋਲੋਂ ਮੰਗੋਗੇ ਸੋ ਤੁਹਾਡੇ ਲਈ ਹੋ ਜਾਊਗਾ। ਸਾਨੂੰ ਪ੍ਰਾਰਥਨਾ ਦੀ ਵੀ ਮਿਹਨਤ ਕਰਨ ਦੀ ਜ਼ਰੂਰਤ ਆ। ਫਿਰ ਉਹ ਕਹਿੰਦਾ ਉਹ ਚੀਜ਼ਾਂ ਜਿਹੜੀਆਂ ਇਕੱਲੀ ਪ੍ਰਾਰਥਨਾ ਨਾਲ ਨਹੀਂ ਹੁੰਦੀਆਂ, ਫਿਰ ਉਹ ਇੱਕ ਹੋਰ ਮਿਹਨਤ ਕਰਨ ਨੂੰ ਕਹਿੰਦਾ ਫਿਰ ਵਰਤ ਪ੍ਰਾਰਥਨਾ ਦੇ ਨਾਲ ਹੋ ਜਾਂਦੀਆਂ। ਫਿਰ ਉਹਦੇ ਲਈ ਸਾਨੂੰ ਵਰਤ ਰੱਖ ਕੇ ਮਿਹਨਤ ਕਰਨੀ ਪੈਂਦੀ ਆ। ਸੋ ਡਿਫਰੈਂਟ ਤਰੀਕੇ ਦੇ ਨਾਲ ਸਾਨੂੰ ਮਿਹਨਤ ਕਰਨੀ ਪੈਂਦੀ ਆ। ਪਰ ਜੋ ਕੁਝ ਪਰਮੇਸ਼ਵਰ ਦੇ ਵੱਲੋਂ ਸਾਨੂੰ ਮਿਲਦਾ ਉਹ ਮਿਹਨਤ ਕਰਨ ਦੇ ਨਾਲ ਹੀ ਮਿਲਣਾ। ਨਰਕ ਨੂੰ ਤੁਸੀਂ ਸਵਰਗ ਨੂੰ ਤੁਸੀਂ ਜਿਹੜਾ ਆ ਉਹ ਸੁੱਤਿਆਂ ਪਿਆ ਨਹੀਂ ਜਾ ਸਕਦੇ, ਪਰ ਨਰਕ ਨੂੰ ਤੁਸੀਂ ਸੁੱਤਿਆਂ ਈਜ਼ੀਲੀ ਚਲੇ ਜਾਓਗੇ। ਸੋ ਪਰਮੇਸ਼ਵਰ ਦਾ ਭੈ ਜਿਹੜਾ ਆ ਉਹਨੂੰ ਆਪਣੇ ਮਨ ਦੇ ਵਿੱਚ ਰੱਖਣਾ ਜਿਹੜਾ ਆ ਨਾ ਉਹ ਇੱਕ ਮਿਹਨਤੀ ਬੰਦੇ ਦਾ ਕੰਮ ਆ। ਉਹਨੂੰ ਮਿਹਨਤ ਕਰਨੀ ਪੈਣੀ ਕਿ ਜਦੋਂ ਉਹਨੇ ਕਿਸੇ ਨਾਲ
कोई गल करनी ना ਉਹਨੂੰ ਇੱਕ ਮਿਹਨਤ ਕਰਨੀ ਪੈਣੀ, ਉਹਨੂੰ ਚੇਤਾ ਰੱਖਣਾ ਪੈਣਾ ਕਿ ਹਾਂ ਮੈਨੂੰ ਪਰਮੇਸ਼ਵਰ ਦਾ ਭੈ ਆ, ਜੋ ਵੀ ਮੈਂ ਬੋਲਣ ਲੱਗਾ ਨਾ ਇਹ ਮੇਰੇ ਪਰਮੇਸ਼ਵਰ ਨੂੰ ਸੁਣ ਜਾਣਾ ਆ। ਪਰਮੇਸ਼ਵਰ ਦੇ ਆਤਮਾ ਜਿਹੜਾ ਪਰਮੇਸ਼ਵਰ ਦਾ ਆਤਮਾ ਆ ਉਹ ਇਹਨਾਂ ਚੀਜ਼ਾਂ ਨੂੰ ਸੁਣ ਰਿਹਾ ਆ। ਔਰ ਵਚਨ ਦੇ ਵਿੱਚ ਲਿਖਿਆ ਕਿ ਇੱਕ ਉੜਨ ਪੰਖੇਰੂ ਆ ਜਿਹੜੇ ਤੇਰੇ ਮੂੰਹ ਦੇ ਸ਼ਬਦਾਂ ਨੂੰ ਲੈ ਕੇ, ਇੱਕ ਛੋਟਾ ਜਿਹਾ ਕਹਿੰਦਾ ਜੀਵ ਆ ਜਿਹੜਾ ਕਹਿੰਦਾ ਅਸਮਾਨਾਂ ਦੇ ਵਿੱਚ ਆ ਕੇ ਜਿਹੜਾ ਆ ਉਹਨਾਂ ਸ਼ਬਦਾਂ ਨੂੰ ਪ੍ਰਗਟ ਕਰੇਗਾ ਜਿਹੜੀਆਂ ਤੂੰ ਆਪਣੇ ਕੋਠੜੀ ਪਿਛਲੀ ਕੋਠੜੀ ਦੇ ਵਿੱਚ ਵੀ ਜਿਹੜੇ ਅੱਖਰ ਬੋਲੇ ਆ। ਸੋ ਜਿਹੜੇ ਲੋਕੀ ਪਰਮੇਸ਼ਵਰ ਦਾ ਡਰ ਰੱਖਦੇ ਉਹ ਬੋਲਣ ਲੱਗਿਆਂ ਵੀ ਡਰਦੇ ਆ ਵੀ ਇਹ ਨਾ ਹੋਵੇ ਕਿ ਇਹ ਜਿਹੜੀ ਮੈਂ ਗੱਲ ਬੋਲਣ ਲੱਗਾ ਇਹ ਪਰਮੇਸ਼ਵਰ ਨੂੰ ਪਸੰਦ ਨਾ ਆਵੇ, ਤੇ ਜੇ ਇਹ ਪਰਮੇਸ਼ਵਰ ਨੂੰ ਪਸੰਦ ਨਾ ਆਈ ਤਾਂ ਫਿਰ ਮੇਰਾ ਕੀ ਬਣੂਗਾ। ਇਸ ਲਈ ਪਰਮੇਸ਼ਵਰ ਤੋਂ ਡਰੋ, ਪਰਮੇਸ਼ਵਰ ਦੇ ਭੈ ਵਿੱਚ ਰਹੋ ਔਰ ਉਹਦੇ ਨਿਯਮਾਂ ਤੋਂ ਡਰੋ। ਉਹ ਕਹਿੰਦਾ ਮੈਂ ਉਹਦੇ ਨਿਯਮਾਂ ਤੋਂ ਡਰਦਾ ਆ, ਮੈਂ ਡਰ ਜਾਣਾ ਉਹਦੇ ਨਿਯਮਾਂ ਦੇ ਬਾਰੇ ਵਿੱਚ ਸੋਚ ਕੇ। ਜਦੋਂ ਮੈਂ ਇਹ ਸੋਚਦਾ ਕਿ ਮੈਂ ਇੰਨੀਆਂ ਗਲਤੀਆਂ ਕੀਤੀਆਂ ਆ ਤੇ ਉਹਦਾ ਰਿਜ਼ਲਟ ਜਿਹੜਾ ਆ ਉਹ ਪਰਮੇਸ਼ਵਰ ਕੀ ਰਿਜ਼ਲਟ ਦਊਗੇ ਮੇਰੀ ਲਾਈਫ ਦੇ ਵਿੱਚ, ਉਹਦਾ ਕੀ ਰਿਜ਼ਲਟ ਹੋਊਗਾ, ਕੀ ਨਿਆਂ ਹੋਊਗਾ, ਕਿਉਂਕਿ ਪਰਮੇਸ਼ਵਰ ਮਹਾ ਨਿਆਇਧੀਸ਼ ਆ, ਪਰਮੇਸ਼ਵਰ ਮਹਾਪ੍ਰਧਾਨ ਜਾਜਕ ਆ। ਉਹ ਜਿਹੜਾ ਆ ਉਹ ਰਾਜਿਆਂ ਦਾ ਰਾਜਾ, ਪ੍ਰਭੂਆਂ ਦਾ ਪ੍ਰਭੂ, ਮਹਾਪ੍ਰਧਾਨ ਜਾਜਕ, ਭਿਆਨਕ ਪਰਮੇਸ਼ਵਰ ਆ। ਸੋ ਉਹਨੇ ਸਾਡੇ ਇੱਕ ਇੱਕ ਕੰਮ ਦਾ ਨਹੀਂ, ਇੱਕ ਇੱਕ ਥਾਟ ਦਾ, ਇੱਕ ਇੱਕ ਸੋਚ ਦਾ ਜਿਹੜਾ ਆ ਨਾ ਉਹ ਵੀ ਲੇਖਾ ਜਿਹੜਾ ਆ ਪਰਮੇਸ਼ਵਰ ਨੇ ਕਰਨਾ ਆ, ਉਹਦਾ ਵੀ ਨਿਆਂ ਹੋਣਾ ਆ ਕਿ ਮੈਂ ਸੋਚਿਆ ਕੀ, ਮੈਂ ਆਪਣੇ ਗੁਆਂਢੀ ਲਈ ਕੀ ਸੋਚਿਆ, ਮੈਂ ਆਪਣੇ ਬੱਚਿਆਂ ਲਈ ਕੀ ਸੋਚਿਆ, ਮੈਂ ਆਪਣੇ ਗੁਆਂਢੀ ਦੇ ਬੱਚਿਆਂ ਲਈ ਕੀ ਸੋਚਦਾ ਸੀ, ਮੈਂ ਆਪਣੇ ਕੰਮ ਵਾਲਿਆਂ ਲਈ ਕੀ ਸੋਚਦਾ ਸੀ, ਮੈਂ ਆਪਣੇ ਭੈਣਾਂ ਭਰਾਵਾਂ ਲਈ ਕੀ ਸੋਚਦਾ ਸੀ, ਮੈਂ ਆਪਣੇ ਕੁਲੀਗਸ ਦੇ ਲਈ ਕੀ ਸੋਚਿਆ। ਸੋ ਉਹਨੇ ਇੱਕ ਇੱਕ ਜਿਹੜੀ ਸੋਚ ਵੀ ਸਾਡੇ ਅੰਦਰ ਆਈ ਹੈ ਨਾ ਉਹਨੇ ਉਹਦਾ ਵੀ ਲੇਖਾ ਲੈਣਾ ਹੈ। ਇਸ ਲਈ ਸਾਡੀ ਜਦੋਂ ਦਿਮਾਗ ਵਿਹਲਾ ਵੀ ਹੋਵੇ ਨਾ ਉਦੋਂ ਵੀ ਇਹਨੂੰ ਜਿਹੜਾ ਆ ਬਿਜ਼ੀ ਕਰਨ ਦੀ ਕੋਸ਼ਿਸ਼ ਕਰੋ, ਕਿਉਂਕਿ ਸਿਆਣੇ ਇੱਕ ਗੱਲ ਕਹਿੰਦੇ ਹੁੰਦੇ ਖਾਲੀ ਦਿਮਾਗ ਜਿਹੜਾ ਆ ਉਹ ਸ਼ੈਤਾਨ ਦਾ ਘਰ ਆ। ਕਿਉਂਕਿ ਉਦੋਂ ਇਹਨੇ ਗਲਤ ਚੀਜ਼ਾਂ ਨੂੰ ਜਿਹੜਾ ਹੈ ਨਾ, ਜਦੋਂ ਇਹਦੇ ਵਿੱਚ ਪਰਮੇਸ਼ਵਰ ਦੇ ਲਈ ਕੁਛ ਨਾ ਚੱਲਦਾ ਹੋਇਆ ਉਦੋਂ ਵੈਰੀ ਨੇ ਦੇਖਣਾ ਇਹ ਖਾਲੀ ਆ, ਉਹਨੇ ਆਪਣੇ ਨੈਗੇਟਿਵ ਥਾਟਸ ਜਿਹੜੇ ਆ, ਜਿਹੜੀਆਂ ਉਹਨੇ ਖਰਾਬ ਚੀਜ਼ਾਂ ਆ ਉਹਨੇ ਉਹਨਾਂ ਨੂੰ ਪਾਉਣਾ ਸ਼ੁਰੂ ਕਰ ਦੇਣਾ ਹੈ। ਇਸ ਲਈ ਇਹਨੂੰ ਹਮੇਸ਼ਾ ਬਿਜ਼ੀ ਰੱਖਣ ਦੀ ਕੋਸ਼ਿਸ਼ ਕਰੋ। ਜਦੋਂ ਤੁਹਾਨੂੰ ਲੱਗਦਾ ਕਿ ਮੇਰੇ ਕੋਲ ਕਰਨ ਲਈ ਕੁਛ ਨਹੀਂ ਆ ਉਦੋਂ ਪਰਮੇਸ਼ਵਰ ਦੀ ਮਹਿਮਾ ਲਾ ਲਓ, ਉਦੋਂ ਅੱਛੇ ਪ੍ਰਚਾਰਕਾਂ ਨੂੰ ਸੁਣਨਾ ਸ਼ੁਰੂ ਕਰ ਦਿਓ। ਬਹੁਤ ਅੱਛੇ ਪ੍ਰਚਾਰਕ ਆ ਜਿਹੜੇ YouTube ਦੇ ਉੱਤੇ ਅਵੇਲੇਬਲ ਆ, Facebook ਦੇ ਉੱਤੇ ਅਵੇਲੇਬਲ ਆ। ਮੈਂ ਮੈਨੀ ਟਾਈਮਸ ਤੁਹਾਨੂੰ ਉਹਨਾਂ ਦੇ ਨੇਮ ਮੈਂਸ਼ਨ ਕੀਤੇ ਆ। ਸੋ ਬ੍ਰਦਰ ਜਮੀਲ ਨਾਸਿਰ ਨੂੰ ਤੁਸੀਂ ਸੁਣ ਸਕਦੇ ਆ, ਬ੍ਰਦਰ ਪੀਟਰ ਪੌਲ ਨੂੰ ਤੁਸੀਂ ਸੁਣ ਸਕਦੇ ਆ, ਬ੍ਰਦਰ ਇਕਬਾਲ ਜੀ ਨੂੰ ਤੁਸੀਂ ਸੁਣ ਸਕਦੇ ਆ, ਸੋ ਪਾਸਟਰ ਬੈਨੀ ਹਿੰਨ ਨੂੰ ਤੁਸੀਂ ਸੁਣ ਸਕਦੇ ਆ, ਪਾਸਟਰ ਜਗਦੀਸ਼ ਉੱਪਲ ਨੂੰ ਤੁਸੀਂ ਸੁਣ ਸਕਦੇ ਆ, ਸੋ ਹੋਰ ਪਾਸਟਰ ਕ੍ਰਿਸ ਨੂੰ ਤੁਸੀਂ ਸੁਣ ਸਕਦੇ ਆ, ਸਿਸਟਰ ਜੋਇਸ ਮਾਈਟ ਨੂੰ ਤੁਸੀਂ ਸੁਣ ਸਕਦੇ ਆ। ਸੋ ਮੈਨੀ ਹੰਡਰਡਸ ਜਿਹੜੇ ਆ ਨਾ ਉਹ ਜਿਹੜੇ ਆ ਪਰਮੇਸ਼ਵਰ ਦੇ ਜਿਹੜੇ ਆ ਸੱਚਾਈ ਦਾ ਪ੍ਰਚਾਰ ਕਰਨ ਵਾਲੇ ਜਿਹੜੇ ਲੋਕ ਆ ਉਹ ਅਵੇਲੇਬਲ ਆ, ਤੁਸੀਂ ਉਹਨਾਂ ਨੂੰ ਸੁਣ ਸਕਦੇ ਆ। ਔਰ ਉਸ ਟਾਈਮ ਤੁਸੀਂ ਵੈਰੀ ਨੂੰ ਥਾਂ ਨਹੀਂ ਦੇਣਾ ਕਿ ਤੂੰ ਆ ਤੇ ਮੇਰੇ ਦਿਮਾਗ ਦੇ ਵਿੱਚ ਕੋਈ ਵੀ ਜਿਹੜੀ ਗੱਲ ਆ ਉਹਨੂੰ ਪਾ। ਇਸ ਲਈ ਸਾਨੂੰ ਹਰ ਹਾਲ ਦੇ ਵਿੱਚ, ਹਰ ਸਮੇਂ ਦੇ ਵਿੱਚ ਜਾਗਦੇ ਰਹਿਣ ਦੀ ਤੇ ਆਪਣੇ ਮਨ ਦੀ ਤੇ ਆਪਣੀਆਂ ਸੋਚਾਂ ਦੀ ਵੱਡੀ ਚੌਕਸੀ ਕਰਨ ਦੀ ਜ਼ਰੂਰਤ ਆ। ਪਰਮੇਸ਼ਵਰ ਦੇ ਭੈ ਨੂੰ ਆਪਣੇ ਅੰਦਰ ਜਿਹੜਾ ਆ ਉਹ ਬਣਾ ਕੇ ਰੱਖਣ ਦੀ ਜ਼ਰੂਰਤ ਆ, ਤਾਂ ਜੋ ਅਸੀਂ ਜਿਹੜਾ ਆ ਉਹ ਬਚਾਏ ਜਾ ਸਕੀਏ। ਕਈ ਵਾਰੀ ਕੀ ਹੁੰਦਾ, ਦੇਖੋ ਜਿੱਦਾਂ ਆਪਾਂ ਕੋਈ ਸਮਾਨ ਲੈਣ ਗਏ ਆ ਬਾਜ਼ਾਰ ਨੂੰ ਤੇ ਫਰਜ਼ ਕਰੋ ਕਿ ਆਪਾਂ ਫਰੂਟ ਹੀ ਲਏ ਆ, ਹਨਾ, ਫਰੂਟ ਵਾਲੀ ਆਪਾਂ ਸ਼ਾਪ ਤੇ ਗਏ ਜਾਂ ਆਪਾਂ ਸਬਜ਼ੀ ਵਾਲੀ ਸ਼ਾਪ ਤੇ ਗਏ ਆ ਤੇ ਆਪਾਂ ਉੱਥੋਂ ਕੋਈ ਸਮਾਨ ਲਿਆ, ਸਬਜ਼ੀ ਲਈ ਜਾਂ ਫਲ ਲਏ ਆ, ਪਰ ਆਪਾਂ ਉੱਥੇ ਉਸ ਬੰਦੇ ਨੂੰ ਜਿਹੜਾ ਆ ਉਹ 500 ਰੁਪਇਆ ਦਿੱਤਾ, ਆਪਣਾ 300 ਰੁਪਇਆ ਬਣਿਆ ਸੀ, ਪਰ ਉਹਨੇ ਟੁੱਟੇ ਪੈਸੇ ਜਦੋਂ ਮੋੜੇ ਤੇ ਉਹਨੇ ਆਪਾਂ ਨੂੰ ਜਿਹੜਾ ਸੀ 300 ਮੋੜਨਾ ਸੀਗਾ ਜਾਂ 200 ਮੋੜਨਾ ਸੀ ਤੇ ਉਹਨੇ 100 ਵਾਧੂ ਮੋੜ ਦਿੱਤਾ। ਔਰ ਸਾਨੂੰ ਪਤਾ ਲੱਗ ਗਿਆ ਕਿ ਉਹਨੇ ਸਾਨੂੰ ਮੋੜ ਦਿੱਤਾ। ਕਈ ਜੇ ਤਾਂ ਸਾਡੇ ਅੰਦਰ ਪਰਮੇਸ਼ਵਰ ਦਾ ਭੈ ਨਹੀਂ ਆ ਫਿਰ ਸਾਨੂੰ ਬਹੁਤ ਖੁਸ਼ੀ ਹੋਣੀ ਆ, ਚੁੱਪ ਕਰਕੇ ਪਰਸ 'ਚ ਪਾ ਲੈਣਾ, ਲੈ ਬਈ 100 ਰੁਪਈਆ ਵਾਧੂ ਜਿਹੜਾ ਆ ਮੋੜਾਇਆ, ਇਹਨੂੰ ਤਾਂ ਇਹਨੇ 200 ਕੱਟ ਕੇ ਤੇ 300 ਮੈਨੂੰ ਮੋੜਨਾ ਸੀ, ਇਹਨੇ 100 ਹੀ ਕੱਟਿਆ ਤੇ ਮੈਨੂੰ 400 ਮੋੜਦਾ, ਮੌਜਾਂ ਹੀ ਲੱਗ ਗਈਆਂ ਹਨਾ, ਤੇ ਚੁੱਪ ਕਰਕੇ ਪਰਸ 'ਚ ਪਾਉਣਾ ਤੇ ਤੋਰਨਾ। ਪਰ ਉਹੀ ਬੰਦਾ ਜਿਹਨੂੰ ਉਹ 400 ਰੁਪਇਆ ਮੁੜਿਆ ਆ, ਅਗਰ ਉਹ ਪਰਮੇਸ਼ਵਰ ਦਾ ਭੈ ਮੰਨਣ ਵਾਲਾ ਤੇ ਉਹਨੂੰ ਜਿਹੜਾ ਆ ਵਾਪਸ ਉਹਨੇ ਕਹਿਣਾ ਕਿ ਭਾਜੀ ਤੁਸੀਂ ਗਲਤੀ ਦੇ ਨਾਲ ਮੈਨੂੰ ਜਿਹੜੇ ਆ ਉਹ ਵੱਧ ਪੈਸੇ ਮੋੜ ਦਿੱਤੇ ਆ ਤੇ ਤੁਸੀਂ ਆ ਪੈਸੇ ਜਿਹੜੇ ਆ ਇਹ ਤੁਹਾਡੇ ਇੰਨੇ ਬਣਦੇ, ਆ ਲਓ ਜੀ ਰੱਖ ਲਓ। ਤਾਂ ਮਤਲਬ ਤੁਸੀਂ ਉਸ ਵੇਲੇ ਆਪਣੇ ਪਰਮੇਸ਼ਵਰ ਦੀ ਮਹਿਮਾ ਨੂੰ ਉਹਦੇ ਉੱਤੇ ਪ੍ਰਗਟ ਕਰ ਸਕਦੇ ਹੋ। ਤੁਸੀਂ ਪ੍ਰਗਟ ਕਰ ਸਕਦੇ ਹੋ ਕਿ ਕਿੱਦਾਂ ਪਰਮੇਸ਼ਵਰ ਨੇ ਤੁਹਾਨੂੰ ਚੰਗੀਆਂ ਚੀਜ਼ਾਂ ਸਿਖਾਈਆਂ, ਕਿੱਦਾਂ ਪਰਮੇਸ਼ਵਰ ਨੇ ਤੁਹਾਨੂੰ ਵਫਾਦਾਰੀ ਵਿੱਚ ਚੱਲਣਾ ਸਿਖਾਇਆ, ਪਰਮੇਸ਼ਵਰ ਨੇ ਤੁਹਾਨੂੰ ਇਮਾਨਦਾਰੀ ਦੇ ਵਿੱਚ ਰਹਿਣਾ ਸਿਖਾਇਆ। ਤੁਸੀਂ ਆਪਣੇ ਕੰਮਾਂ ਦੇ ਰਾਹੀਂ ਪਰਮੇਸ਼ਵਰ ਦੀ ਮਹਿਮਾ ਨੂੰ ਦੂਜਿਆਂ ਦੇ ਉੱਤੇ ਪ੍ਰਗਟ ਕਰਦੇ ਹੋ। ਇਸੇ ਤਰੀਕੇ ਦੇ ਨਾਲ ਕਈ ਵਾਰੀ ਕੁਝ ਲੋਕੀ ਆ ਉਹ ਜਿੱਦਾਂ ਕੋਈ ਚੀਜ਼ ਲੈਣ ਗਏ, ਕੋਈ ਚੀਜ਼ ਡਬਲ ਆ ਗਈ ਔਰ ਉਹਨਾਂ ਨੂੰ ਕਨਫਰਮਡ ਆ ਕਿ ਉਹਨਾਂ ਨੂੰ ਆ ਗਈ, ਚਲੋ ਠੀਕ ਹੈ, ਉੱਥੇ ਤੁਹਾਨੂੰ ਨਹੀਂ ਪਤਾ ਲੱਗਾ ਪਰ ਘਰ ਆਣ ਕੇ ਤੁਹਾਨੂੰ ਪਤਾ ਲੱਗ ਗਿਆ। ਪਰ ਤੁਸੀਂ ਘਰੇ ਆਣ ਕੇ ਕਿਉਂ ਨਹੀਂ ਤੁਸੀਂ
ਉੱਥੇ ਦੁਬਾਰਾ ਜਿਹੜਾ ਆ ਕੰਟੈਕਟ ਕਰਨ ਦੀ ਕੋਸ਼ਿਸ਼ ਕੀਤੀ ਕਿ ਤੁਸੀਂ ਉਸ ਚੀਜ਼ ਨੂੰ ਪੇ ਨਹੀਂ ਕੀਤਾ, ਪਰ ਉਹ ਜਿਹੜੀ ਗਲਤੀ ਦੇ ਨਾਲ ਤੁਹਾਡੇ ਕੋਲ ਆ ਗਈ, ਜਾਂ ਤੁਸੀਂ ਦੁਬਾਰਾ ਜਦੋਂ ਸ਼ਹਿਰ ਨੂੰ ਜਾਂਦੇ ਕਿਉਂ ਨਹੀਂ ਤੁਸੀਂ ਉਹਨੂੰ ਵਾਪਸ ਕਰਕੇ ਆਉਂਦੇ, ਅਗਰ ਤੁਹਾਡੇ ਕੋਲ ਉਹਦਾ ਕੰਟੈਕਟ ਨਹੀਂ ਹੈ ਕਿਉਂ ਨਹੀਂ ਤੁਸੀਂ ਉਹਨੂੰ ਵਾਪਸ ਕਰਕੇ ਆਉਂਦੇ, ਜਾਂ ਅਗਰ ਕੋਈ ਇਹੋ ਜਿਹੀ ਚੀਜ਼ ਆ ਕਿ ਇੰਨੇ ਦਿਨਾਂ ਦੇ ਵਿੱਚ ਉਹ ਖਰਾਬ ਹੋਣ ਵਾਲੀ ਸੀ, ਤੁਸੀਂ ਉਹਨੂੰ ਯੂਜ਼ ਕਰ ਲਿਆ, ਕਿਉਂ ਨਹੀਂ ਤੁਸੀਂ ਉਹਦੇ ਜਿਹੜੇ ਪੈਸੇ ਪੇ ਕਰਕੇ ਆਉਂਦੇ ਕਿ ਹਾਂਜੀ ਭਾਜੀ ਮੈਂ ਤੁਹਾਡੇ ਕੋਲੋਂ ਕਿਲੋ ਚੀਜ਼ ਲੈ ਕੇ ਜਾਣੀ ਸੀ, ਗਲਤੀ ਨਾਲ 2 ਕਿਲੋ ਵਾਲਾ ਲਿਫਾਫਾ ਜਿਹੜਾ ਤੁਸੀਂ ਮੈਨੂੰ ਦੇਤਾ, ਪਰ ਪੈਸੇ 1 ਕਿਲੋ ਦੇ ਹੀ ਲਏ, ਚੀਜ਼ ਤਾਂ ਮੈਂ 2 ਕਿਲੋ ਵਰਤ ਲਈ ਆ, ਪਰ ਕਿਲੋ ਦੇ ਪੈਸੇ ਜਿਹੜੇ ਉਹ ਰਹਿੰਦੇ ਆ, ਤੁਸੀਂ ਆਪਣਾ ਬੈਲੈਂਸ ਲੈ ਲਓ। ਠੀਕ ਆ, ਜਦੋਂ ਤੁਸੀਂ ਇਮਾਨਦਾਰੀ ਨਾਲ ਚੱਲੋਗੇ ਨਾ, ਜਦੋਂ ਤੁਸੀਂ ਕਿਸੇ ਦਾ ਹੱਕ ਨਹੀਂ ਮਾਰੋਗੇ, ਤੇ ਤੁਹਾਡੀ ਕਮਾਈ ਵੀ ਜਿਹੜੀ ਆ ਨਾ ਉਹ ਬਿਮਾਰੀਆਂ ਦੇ ਮੂੰਹ ਨਹੀਂ ਨਿਕਲੂਗੀ, ਤੁਹਾਡੀ ਜਿਹੜੀ ਕਮਾਈ ਆ ਨਾ ਉਹ ਵੀ ਮੁਕੱਦਮਿਆਂ ਦੇ ਮੂੰਹ ਨਹੀਂ ਨਿਕਲੂਗੀ, ਤੁਹਾਡੀ ਜਿਹੜੀ ਕਮਾਈ ਆ ਨਾ ਉਹ ਵੀ ਕਰਜ਼ਿਆਂ ਦਾ ਵਿਆਜ ਦੇਣ ਦੇ ਮੂੰਹ ਨਹੀਂ ਨਿਕਲੂਗੀ। ਪਰਮੇਸ਼ਵਰ ਤੁਹਾਨੂੰ ਬਰਕਤ ਦੇਣਾ ਚਾਹੁੰਦਾ ਆ। ਪਰ ਆਪਾਂ ਕੱਲ ਇੱਕ ਸਟੋਰੀ ਪੜ੍ਹੀ ਸੀਗੀ ਕਿ ਆਪਾਂ ਜਦੋਂ ਬਰਕਤ ਤਾਂ ਸਾਨੂੰ ਦੇਣੀ ਚਾਹੁੰਦਾ ਹੈ ਔਰ ਉਹ ਬਰਕਤ ਦਾ ਸੋਰਸ ਆ, ਪਰ ਸਾਨੂੰ ਉਸ ਨਲਕੇ ਦੇ ਵਿੱਚ ਪਾਣੀ ਪਾਉਣਾ ਪੈਣਾ ਹੈ, ਭਾਵ ਸਾਨੂੰ ਵੀ ਤਾਂ ਐਫਰਟ ਲਾਉਣਾ ਪੈਣਾ ਆ, ਸਾਨੂੰ ਜੋ ਸਾਡੇ ਕੋਲ ਆ ਸਾਨੂੰ ਉਹਦੇ ਵਿੱਚ ਪਾਉਣਾ ਪੈਣਾ ਆ, ਔਰ ਸਾਡੇ ਕੋਲੇ ਵਫਾਦਾਰੀ ਹੋਣੀ ਚਾਹੀਦੀ ਆ, ਸਾਡੇ ਕੋਲ ਇਮਾਨਦਾਰੀ ਹੋਣੀ ਚਾਹੀਦੀ ਆ, ਸਾਨੂੰ ਜਿਹੜਾ ਹੈ ਪਰਮੇਸ਼ਵਰ ਦਾ ਭੈ ਹੋਣਾ ਚਾਹੀਦਾ। ਅਸੀਂ ਜਦੋਂ ਉਹਨਾਂ ਚੀਜ਼ਾਂ ਨੂੰ ਉਸ ਸੋਰਸ ਦੇ ਵਿੱਚ ਲੈ ਕੇ ਆਵਾਂਗੇ, ਸੋਰਸ ਦੇ ਅੱਗੇ ਲੈ ਕੇ ਆਵਾਂਗੇ, ਤਾਂ ਪਰਮੇਸ਼ਵਰ ਫਿਰ ਸਾਡੀਆਂ ਉਹਨਾਂ ਸਾਰੀਆਂ ਹੀ ਬਲੈਸਿੰਗਸ ਨੂੰ ਵਧਾ ਦੇਣਗੇ, ਜਾਂ ਉਹ ਬਲੈਸਿੰਗਸ ਜਿਹੜੀਆਂ ਸਾਡੀ ਲਾਈਫ 'ਚ ਅਜੇ ਤੱਕ ਨਹੀਂ ਆ, ਪਰਮੇਸ਼ਵਰ ਉਹਨਾਂ ਬਲੈਸਿੰਗਸ ਨੂੰ ਸਾਡੀ ਲਾਈਫ ਦੇ ਵਿੱਚ ਖੋਲਣਗੇ, ਔਰ ਸੱਚਮੁੱਚ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਪਰਮੇਸ਼ਵਰ ਦੀ ਅਦਭੁਤ ਕਿਰਪਾ ਨੂੰ ਦੇਖਾਂਗੇ। ਅਗਰ ਤੁਸੀਂ ਆਪਣੇ ਜੀਵਨ ਦੇ ਵਿੱਚ ਪਰਮੇਸ਼ਵਰ ਦੀ ਅਦਭੁਤ ਕਿਰਪਾ ਨੂੰ ਦੇਖਣਾ ਚਾਹੁੰਦੇ ਹੋ, ਪਰਮੇਸ਼ਵਰ ਦਾ ਭੈ ਜਿਹੜਾ ਹੈ ਉਹਨੂੰ ਆਪਣੇ ਦਿਲ ਦੇ ਵਿੱਚ ਰੱਖੋ, ਪਰਮੇਸ਼ਵਰ ਦੇ ਭੈ ਦੇ ਵਿੱਚ ਹਮੇਸ਼ਾ ਬਣੇ ਰਹੋ। ਪਰਮੇਸ਼ਵਰ ਦਾ ਭੈ ਹੀ ਸਾਨੂੰ ਗਿਆਨ ਦਿੰਦਾ ਆ, ਕਿਉਂਕਿ ਜਿਹੜਾ ਬੰਦਾ ਡਰਦਾ ਨਹੀਂ ਉਹ ਗਲਤੀਆਂ ਕਰਦਾ ਹੈ, ਕਿਉਂਕਿ ਉਹ ਡਰਦਾ ਨਹੀਂ, ਉਹ ਸੋਚਦਾ ਨਰਕ ਕੁਝ ਨਹੀਂ ਹੈਗਾ, ਪਰਮੇਸ਼ਵਰ ਕੁਝ ਨਹੀਂ ਹੈਗਾ, ਭਲਾਈ ਕੁਝ ਨਹੀਂ ਹੈਗੀ, ਤੇ ਉਹ ਆਪਣੀ ਜ਼ਿੰਦਗੀ ਦੇ ਵਿੱਚ ਆਨੰਦ ਕਰਨ ਦੇ ਚੱਕਰ ਦੇ ਵਿੱਚ ਬਹੁਤ ਗਲਤੀਆਂ ਕਰਦਾ ਹੈ। ਪਰ ਜਿਹੜਾ ਬੰਦਾ ਪਰਮੇਸ਼ਵਰ ਦੇ ਭੈ ਦੇ ਵਿੱਚ ਰਹਿੰਦਾ ਹੈ ਉਹ ਗਲਤੀਆਂ ਘੱਟ ਕਰਦਾ ਹੈ, ਔਰ ਜਿਹੜਾ ਗਲਤੀਆਂ ਘੱਟ ਕਰੇਗਾ ਉਹ ਤਾਂ ਹੀ ਘੱਟ ਕਰੇਗਾ ਕਿਉਂਕਿ ਉਹਨੂੰ ਪਰਮੇਸ਼ਵਰ ਨੇ ਗਿਆਨ ਦਿੱਤਾ ਕਿ ਗਲਤ ਕੀ ਆ ਔਰ ਸਹੀ ਕੀ ਆ, ਔਰ ਪਰਮੇਸ਼ਵਰ ਦਾ ਭੈ ਹੀ ਜਿਹੜਾ ਆ ਉਹ ਗਿਆਨ ਦਿੰਦਾ ਆ। ਇਸ ਲਈ ਪਰਮੇਸ਼ਵਰ ਦੇ ਭੈ ਦੇ ਬਾਰੇ ਵਿੱਚ ਆਪ ਸਿੱਖੋ, ਆਪਣੇ ਬੱਚਿਆਂ ਨੂੰ ਸਿਖਾਓ, ਆਪਣੇ ਬਜ਼ੁਰਗਾਂ ਨੂੰ ਵੀ ਜ਼ਰੂਰ ਦੱਸੋ, ਕਿਉਂਕਿ ਉਹਨਾਂ ਦੇ ਕੋਲ ਸਮਾਂ ਬਹੁਤ ਥੋੜਾ ਆ। ਸਮੇਂ ਦਾ ਕਿਸੇ ਦੇ ਕੋਲ ਵੀ ਨਹੀਂ ਪਤਾ ਕਿ ਕਿਹਦੇ ਕੋਲ ਆ, ਪਰ ਜੇ ਆਪਾਂ ਸੋਚੀਏ ਉਮਰ ਦੇ ਹਿਸਾਬ ਦੇ ਨਾਲ ਤੇ ਬਜ਼ੁਰਗਾਂ ਦੇ ਕੋਲ ਸਮਾਂ ਥੋੜਾ ਆ, ਉਹ ਵੀ ਸਮਾਂ ਰਹਿੰਦਿਆਂ ਹੀ ਪਰਮੇਸ਼ਵਰ ਦੇ ਵਿੱਚ ਸੇਵ ਹੋ ਜਾਣ, ਪਰਮੇਸ਼ਵਰ ਦੇ ਵਿੱਚ ਬਚਾਏ ਜਾਣ, ਪਰਮੇਸ਼ਵਰ ਦੀ ਕਿਰਪਾ ਨੂੰ ਆਪਣੇ ਜੀਵਨ ਦੇ ਵਿੱਚ ਲੈ ਸਕਣ। ਇੱਕ ਆਸ ਸਾਡੇ ਕੋਲ ਹੋਏ ਕਿ ਅਸੀਂ ਸਭ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਜਿਹੜੇ ਆ ਇਕੱਠੇ ਹੋਵਾਂਗੇ ਔਰ ਪਰਮੇਸ਼ਵਰ ਦੇ ਸੱਜੇ ਹੱਥ ਹੋਵਾਂਗੇ। ਨਿਆਂ ਦੇ ਦਿਨ ਸਾਡਾ ਨਿਆਂ ਜਿਹੜਾ ਆ ਉਹ ਧਰਮੀਆਂ ਦੇ ਲੇਖੇ ਦੇ ਵਿੱਚ ਹੋਊਗਾ। ਤਾਂ ਸਾਨੂੰ ਬਹੁਤ ਜ਼ਰੂਰੀ ਆ ਕਿ ਅਸੀਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਣੇ ਬੱਚਿਆਂ ਨੂੰ ਸਿਖਾਈਏ, ਅਸੀਂ ਖੁਦ ਸਿੱਖੀਏ, ਆਪਣੇ ਪੇਰੈਂਟਸ ਨੂੰ ਦਸੀਏ, ਆਪਣੇ ਰਿਲੇਟਿਵਸ ਨੂੰ ਦਸੀਏ, ਔਰ ਅਸੀਂ ਪਰਮੇਸ਼ਵਰ ਦੇ ਭੈ ਦੇ ਵਿੱਚ ਜਿਹੜਾ ਆ ਉਹ ਬਣੇ ਰਹੀਏ। ਮਨੁੱਖਾਂ ਦਾ ਭੈ ਜਿਹੜਾ ਆ ਉਸ ਚੀਜ਼ ਨੂੰ ਛੱਡੋ। ਮਨੁੱਖਾਂ ਦਾ ਭੈ ਆਪਾਂ ਨੂੰ ਤਾਂ ਹੀ ਆਉਂਦਾ ਜਦੋਂ ਆਪਾਂ ਗਲਤੀਆਂ ਕਰਦੇ। ਜੇ ਆਪਾਂ ਗਲਤੀਆਂ ਨਹੀਂ ਕਰਾਂਗੇ ਆਪਾਂ ਨੂੰ ਕਿਸੇ ਤੋਂ ਡਰ ਨਹੀਂ ਲੱਗਣਾ। ਫਰਜ਼ ਕਰੋ ਆਪਾਂ ਕਿਸੇ ਦੀ ਚੁਗਲੀ ਨਹੀਂ ਕੀਤੀ, ਆਪਾਂ ਨੂੰ ਇਸ ਲਈ ਕੋਈ ਡਰ ਨਹੀਂ ਹੈਗਾ ਕਿ ਹਾਂਜੀ ਵੀ ਇਹ ਬੰਦਾ ਮੇਰੇ ਨਾਲ ਰੁੱਸਿਆ। ਕਈ ਵਾਰੀ ਕੀ ਹੁੰਦਾ, ਕੋਈ ਜਣਾ ਤੁਹਾਡੇ ਨਾਲ ਰੁੱਸ ਜਾਂਦਾ ਆ, ਤੁਸੀਂ ਅਚਾਨਕ ਘਾਬਰ ਜਾਂਦੇ ਆ ਔਰ ਤੁਹਾਨੂੰ ਲੱਗਦਾ ਕਿ ਇਹਨੂੰ ਸ਼ਾਇਦ ਕੋਈ ਗੱਲ ਇਹੋ ਜਿਹੀ ਪਤਾ ਲੱਗ ਗਈ ਆ ਜਿਹੜੀ ਤੁਸੀਂ ਉਹਦੇ ਵਿਰੁੱਧ ਬੋਲੀ ਸੀ। ਇਹਦਾ ਮਤਲਬ ਤੁਸੀਂ ਬੋਲੀ ਸੀ, ਤੁਸੀਂ ਤਾਂ ਡਰ ਗਏ। ਤਾਂ ਮਤਲਬ ਜੇ ਤੁਸੀਂ ਕੁਝ ਨਹੀਂ ਇਹੋ ਜਿਹਾ ਕਿਹਾ, ਤੁਸੀਂ ਈਜ਼ੀਲੀ ਉਹਦੇ ਕੋਲ ਜਾਓਗੇ, ਤੁਸੀਂ ਜਾ ਕੇ ਕਹੋਗੇ ਬਈ ਤੂੰ ਕਿਉਂ ਨਾਰਾਜ਼ ਆ। ਤੁਸੀਂ ਉਹਨੂੰ ਮਨਾਉਣ ਦੀ ਵੀ ਕੋਸ਼ਿਸ਼ ਕਰ ਸਕਦੇ ਆ, ਤੁਸੀਂ ਉਹਨੂੰ ਪੁੱਛਣ ਦੀ ਵੀ ਕੋਸ਼ਿਸ਼ ਕਰ ਸਕਦੇ, ਪਰ ਜੇ ਤੁਹਾਡੇ ਵਿੱਚ ਕਮੀ ਆ, ਤੁਹਾਡੀ ਕਮੀ ਤੁਹਾਨੂੰ ਡਰਾਉਂਦੀ ਆ। ਇਸ ਲਈ ਆਪਣੀਆਂ ਕਮੀਆਂ ਨੂੰ ਪਰਮੇਸ਼ਵਰ ਦੀ ਕਿਰਪਾ ਦੇ ਨਾਲ ਖਤਮ ਕਰਨਾ ਸ਼ੁਰੂ ਕਰੋ। ਪਰਮੇਸ਼ਵਰ ਦੇ ਵਚਨ ਦੇ ਵਿੱਚ ਬਣੇ ਰਹੋ, ਪਰਮੇਸ਼ਵਰ ਦੇ ਭੈ ਦੇ ਵਿੱਚ ਬਣੇ ਰਹੋ, ਤਾਂ ਜੋ ਪਰਮੇਸ਼ਵਰ ਦੀ ਕਿਰਪਾ ਸਦੀਪਕ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਉੱਤੇ ਜਿਹੜੀ ਆ ਉਹ ਬਣੀ ਰਹੇ। ਸੋ ਜਿਹੜਾ ਪਰਮੇਸ਼ਵਰ ਦਾ ਭੈ ਆ ਉਹ ਨਾਸ਼ ਕਰਨ ਦੇ ਲਈ ਨਹੀਂ ਆ, ਵੈਰੀ ਦਾ ਭੈ ਸਾਨੂੰ ਨਾਸ਼ ਕਰਨ ਦੇ ਲਈ ਆ, ਪਰ ਪਰਮੇਸ਼ਵਰ ਦਾ ਜਿਹੜਾ ਭੈ ਆ ਉਹ ਸਾਨੂੰ ਜੀਵਨ ਦੇਣ ਦੇ ਲਈ ਆ। ਸੋ ਪਰਮੇਸ਼ਵਰ ਦੀ ਕਿਰਪਾ ਪਰਮੇਸ਼ਵਰ ਦੇ ਚਾਹਣ ਵਾਲਿਆਂ ਦੇ ਉੱਤੇ ਬਣੀ ਰਹੇ। ਆਮੀਨ। ਸਤਸੰਗ ਦਾ ਸਮਾਂ ਹਰ ਐਤਵਾਰ ਅਤੇ ਹਰ ਵੀਰਵਾਰ ਸਵੇਰੇ 10 ਵਜੇ ਤੋਂ 2 ਵਜੇ ਤੱਕ। ਪ੍ਰਾਰਥਨਾ ਕਰਵਾਉਣ ਅਤੇ ਹੋਰ ਜਾਣਕਾਰੀ ਲਈ ਤੁਸੀਂ ਸਾਡੇ ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ 018 22 516 777। ਹੋਰ ਵੀਡੀਓਜ਼ ਦੇਖਣ ਦੇ ਲਈ ਹੁਣੇ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਾਸਟਰ ਦਿਓਲ ਖੋਜੇਵਾਲਾ। ਹਰ ਸਮੇਂ ਪਰਮੇਸ਼ਵਰ ਦੇ ਵਚਨ ਦਾ ਆਨੰਦ ਲੈਣ ਦੇ ਲਈ ਫੋਲੋ ਕਰੋ ਸਾਡਾ Facebook ਪੇਜ ਪਾਸਟਰ ਦਿਓਲ ਖੋਜੇਵਾਲਾ ਜੀਸਸ ਹੀਲਿੰਗ ਮਿਨਿਸਟਰੀ।